ਸਭ ਤੋਂ ਪਹਿਲਾਂ ਤਾਂ ਅਸੀਂ ਇਹ ਦੇਖਿਆ ਸੀ ਕਿ ਇੰਡੀਆ ਦੀ ਲੋਕੇਸ਼ਨ ਕਿੱਥੇ ਹੈ। ਠੀਕ ਹੈ, ਇਹਨੂੰ ਕੰਪਲੀਟ ਕਰਨ ਤੋਂ ਬਾਅਦ ਫਿਰ ਅਸੀਂ ਇੰਡੀਆ ਦਾ ਟਾਈਮ, ਇੰਡੀਆ ਦਾ ਸਾਰਾ ਫਿਜ਼ੀਓਗ੍ਰਾਫੀ, ਕਿ ਆਪਾਂ ਇਹ ਸਮਝਿਆ ਸੀ ਕਿ ਇੰਡੀਆ ਦੇ ਵਿੱਚ ਨਾ ਨਾਰਥ ਵਾਲੇ ਪਾਸੇ, ਉੱਤਰ ਵਾਲੇ ਪਾਸੇ ਪਹਾੜਾਂ ਦੀ ਇੱਕ ਸ਼ੰਖਲਾ ਹੈ, ਮਾਊਂਟੇਨਸ ਦੀ ਇੱਕ ਰੇਂਜ ਆ। ਅਸੀਂ ਉਹ ਪੂਰੀ ਦੀ ਪੂਰੀ ਰੇਂਜ ਨੂੰ ਅਸੀਂ ਇੱਕ ਵਾਰੀ ਸਮਝਿਆ ਕਿ ਜੇ ਅਸੀਂ ਉੱਤਰ ਤੋਂ ਲੈ ਕੇ ਦੱਖਣ ਤੱਕ ਦੇਖੀਏ, ਨਾਰਥ ਤੋਂ ਸਾਊਥ ਵੱਲ ਦੇਖੀਏ, ਤਾਂ ਸਭ ਤੋਂ ਉੱਪਰ ਕਾਰਾਕੋਰਮ ਰੇਂਜ ਆ। ਉਸ ਤੋਂ ਬਾਅਦ ਲਦਾਖ, ਜਸਕਰ, ਗ੍ਰੇਟ ਹਿਮਾਲਿਆ, ਪੀਰ ਪੰਜਾਲ, ਧੌਲਾਧਾਰ ਰੇਂਜ, ਸ਼ਿਵਾਲਿਕ ਦੀਆਂ ਪਹਾੜੀਆਂ। ਮੈਂ ਕਿਹਾ ਸੀ ਕਿ ਅਸੀਂ ਪਹਾੜਾਂ ਨੂੰ ਪੱਛਮ ਤੋਂ ਪੂਰਬ ਵੱਲ ਵੀ ਦੇਖ ਸਕਦੇ ਹਾਂ। ਇਹ ਵੀ ਇੱਕ ਚਸ਼ਮਾ ਹੈਗਾ ਹੈ ਪਹਾੜਾਂ ਨੂੰ ਦੇਖਣ ਦਾ, ਜੇ ਅਸੀਂ ਪਹਾੜਾਂ ਨੂੰ ਵੈਸਟ ਤੋਂ ਈਸਟ ਵੱਲ ਦੇਖੀਏ। ਉੱਥੇ ਮੈਂ ਲੈਕਚਰ ਖਤਮ ਕਰਤਾ ਸੀ ਕਿ ਜੇਕਰ ਅਸੀਂ ਪਹਾੜਾਂ ਨੂੰ ਵੈਸਟ ਤੋਂ ਈਸਟ ਵੱਲ ਦੇਖੀਏ ਤਾਂ ਸਭ ਤੋਂ ਪਹਿਲੇ ਵਾਲੇ ਜਿਹੜੇ ਪਹਾੜ ਨੇ ਉਹਨਾਂ ਨੂੰ ਲੋਕ ਕਹਿੰਦੇ ਆ ਪੰਜਾਬ ਦੇ ਪਹਾੜ ਜਾਂ ਕਸ਼ਮੀਰ ਦੇ ਪਹਾੜ। ਫਿਰ ਆਉਂਦੇ ਆ ਹਿਮਾਚਲ ਦੇ ਪਹਾੜ, ਫਿਰ ਆਉਂਦੇ ਆ ਉੱਤਰਾਖੰਡ ਦੇ ਪਹਾੜ, ਫਿਰ ਆਉਂਦੇ ਆ ਨੇਪਾਲ ਦੇ ਪਹਾੜ, ਫਿਰ ਆਉਂਦੇ ਆ ਸਿੱਕਿਮ, ਭੂਟਾਨ ਦੇ ਪਹਾੜ, ਫਿਰ ਲਾਸਟ 'ਚ ਆਉਂਦੇ ਆ ਅਰੁਣਾਚਲ ਦੇ ਪਹਾੜ, ਪੂਰਵਾਂਚਲ ਦੇ ਪਹਾੜ ਜਿਨ੍ਹਾਂ ਨੂੰ ਕਹਿ ਦਿੰਦੇ ਆ। ਜੇ ਅਸੀਂ ਵੈਸਟ ਤੋਂ ਈਸਟ, ਉਸ ਤੋਂ ਬਾਅਦ ਅਸੀਂ ਅਗਲਾ ਐਂਗਲ ਦੇਖਿਆ ਸੀ ਕਿ ਸਾਡੇ ਅੱਗੇ ਜਾ ਕੇ ਅਸੀਂ ਪੜਾਂਗੇ ਕਿ ਸਾਡੇ ਮੈਦਾਨ ਆਉਣਗੇ, ਪਲੇਨਸ ਤੋਂ ਬਾਅਦ ਸਾਡਾ ਆਊਗਾ ਪਠਾਰ, ਪਲੇਟੂ, ਜਿਹੜਾ ਕਿ ਬੜਾ ਖਾਸ ਤਰੀਕੇ ਨਾਲ ਬਣਿਆ ਹੋਇਆ ਹੈ ਤੇ ਇਹਦੇ ਤੇ ਬਹੁਤ ਸਾਰੀਆਂ ਮਾਊਂਟੇਨ ਰੇਂਜਿਸ ਨੇ। ਵਿੰਧਿਆ ਸ਼ੰਖਲਾ ਇਹਦੇ ਤੇ, ਸਤਪੂੜਾ ਸ਼ੰਖਲਾ ਇਹਦੇ ਤੇ ਆ, ਤੇ ਹੋਰ ਕਈ ਪਹਾੜ ਇਹਦੇ ਤੇ ਬਣੇ ਹੋਏ ਆ। ਠੀਕ ਆ, ਉਸ ਤੋਂ ਬਾਅਦ ਉਸ ਤੋਂ ਬਾਅਦ ਆਪਣੇ ਕੋਲ ਅੱਗੇ ਆ ਗਿਆ ਕਿ ਆਪਾਂ ਬੇਸਿਕ ਪੜਿਆ ਸੀਗਾ ਕਿ ਲੋਕੇਸ਼ਨ ਕੀ ਆ, ਸਾਡੇ ਲੈਟੀਟਿਊਡ ਲੌਂਗੀਟਿਊਡ ਕੀ ਆ, ਮਤਲਬ ਅਕਸ਼ਾਂਸ਼ ਤੇ ਦਿਸ਼ਾਂਤਰ ਸਾਡੇ ਭਾਰਤ ਦੇ ਕੀ ਆ। ਉਸ ਤੋਂ ਬਾਅਦ ਅਸੀਂ ਇੰਡੀਅਨ ਸਟੈਂਡਰਡ ਟਾਈਮ ਪੜਿਆ। ਉਸ ਤੋਂ ਬਾਅਦ ਅਸੀਂ ਏਰੀਏ ਬਾਰੇ ਪੜਿਆ। ਏਰੀਏ ਤੋਂ ਬਾਅਦ ਅਸੀਂ ਭਾਰਤ ਦੇ ਐਕਸਟ੍ਰੀਮ ਪੁਆਇੰਟਸ ਪੜ੍ਹੇ ਕਿ ਭਾਰਤ ਦਾ ਸਭ ਤੋਂ ਨਾਰਥ ਵਾਲੇ ਪਾਸੇ, ਸਭ ਤੋਂ ਸਾਊਥ ਵਾਲੇ ਪਾਸੇ, ਸਭ ਤੋਂ ਵੈਸਟ ਵਾਲੇ ਪਾਸੇ ਤੇ ਸਭ ਤੋਂ ਈਸਟ ਵਾਲੇ ਪਾਸੇ ਕਿਹੜਾ ਪੁਆਇੰਟ ਆ। ਫਿਰ ਉਸ ਤੋਂ ਬਾਅਦ ਅਸੀਂ ਨਾਲ ਲੱਗਦੇ ਦੇਸ਼ ਤੇ ਇੰਡੀਆ ਦੀ ਕੋਸਟ ਲਾਈਨ ਬਾਰੇ ਥੋੜਾ ਜਿਹਾ ਆਈਡੀਆ ਲਿਆ। ਇਹ ਤਾਂ ਬੇਸਿਕ ਜਾਣਕਾਰੀ ਸੀ ਸਾਡੀ। ਇਸ ਤੋਂ ਬਾਅਦ ਅਸੀਂ ਫਿਰ ਸ਼ੁਰੂ ਹੋ ਗਏ ਸੀ ਡਿਟੇਲ 'ਚ, ਤੇ ਡਿਟੇਲ 'ਚ ਜਾਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਤਾਂ ਅਸੀਂ ਜਿਹੜੀ ਸਭ ਤੋਂ ਮੇਨ ਚੀਜ਼ ਡਿਟੇਲ 'ਚ ਅਸੀਂ ਪੜ੍ਹੀ ਉਹ ਇਹ ਸੀ ਕਿ ਇੰਡੀਆ ਦੀ ਧਰਤੀ ਜਿਹੜੀਆਂ ਚਟਾਨਾਂ ਤੇ ਖੜੀ ਹੋਈ ਹੈ, ਇੰਡੀਆ ਜਿਹੜੀਆਂ ਚਟਾਨਾਂ ਤੇ ਟਿਕਿਆ ਹੋਇਆ ਹੈ, ਸਾਡਾ ਰੌਕ ਸਿਸਟਮ ਕੀ ਹੈ। ਸਭ ਤੋਂ ਪੁਰਾਣੀਆਂ ਰੌਕਸ, ਆਰਕੀਅਨਸ ਰੌਕ ਤੋਂ ਲੈ ਕੇ ਤੀਜੇ ਦਰਜੇ ਦੀਆਂ ਚਟਾਨਾਂ, ਟਰਸ਼ਰੀ ਰੌਕਸ ਤੱਕ ਦੀ ਪੂਰੀ ਕਹਾਣੀ ਜਿਹੜੀ ਆ ਉਹ ਅਸੀਂ ਪੜ੍ਹੀ। ਤੇ ਮੈਨੂੰ ਲੱਗਦਾ ਪੂਰੇ ਸਵਾ ਘੰਟੇ ਦੇ ਲੈਕਚਰ 'ਚ ਅਸੀਂ ਇਹੀ ਸਮਝਣ ਦੀ ਕੋਸ਼ਿਸ਼ ਕੀਤੀ ਕਿ ਸਾਡੇ ਕਿਹੜਾ ਰੌਕ ਸਿਸਟਮ ਆ, ਕਿਹੜਾ ਰੌਕ ਤੰਤਰ ਸਾਡੇ ਹੈਗਾ ਹੈ। ਖੈਰ, ਰੌਕ ਸਿਸਟਮ ਤੋਂ ਇਹ ਸਮਝ ਆ ਗਿਆ ਕਿ ਇੰਡੀਆ ਦਾ ਨਾਰਥ ਕਿਵੇਂ ਆ, ਸਾਊਥ ਕਿਵੇਂ ਆ। ਨਾਲੇ ਉੱਥੋਂ ਸਾਨੂੰ ਇਹ ਵੀ ਸਮਝ ਆ ਗਿਆ ਕਿ ਸਾਡੇ ਪਹਾੜ ਕਿਵੇਂ ਬਣੇ ਆ, ਹਿਮਾਲਿਆਜ਼ ਕਿਵੇਂ ਬਣੇ ਆ, ਸਾਡੇ ਮੈਦਾਨ ਕਿਵੇਂ ਬਣੇ ਆ। ਇੱਕ ਬੇਸਿਕ ਜਿਹਾ ਆਈਡੀਆ ਹੋ ਗਿਆ। ਫਿਰ ਉਸ ਤੋਂ ਬਾਅਦ ਅਸੀਂ ਇਹ ਸਾਰੀ ਕਹਾਣੀ ਨੂੰ ਸਮਝਣ ਤੋਂ ਬਾਅਦ ਕਿ ਫਿਰ ਅਸੀਂ ਆਏ ਸੀ ਬਿਲਕੁਲ ਬੇਸਿਕਸ ਤੇ ਕਿ ਸਭ ਤੋਂ ਪਹਿਲਾਂ ਫਿਰ ਅਸੀਂ ਸਟੈਪ ਬਾਏ ਸਟੈਪ ਸ਼ੁਰੂ ਹੋ ਗਏ ਕਿ ਯਾਰ ਸਭ ਤੋਂ ਪਹਿਲਾਂ ਤੇ ਆਪਾਂ ਨਾਰਥ ਦੇ ਹਿਮਾਲਿਆਜ਼ ਬਾਰੇ ਪੜ੍ਹੀਏ, ਫਿਰ ਆਪਾਂ ਪੜਾਂਗੇ ਮੈਦਾਨਾਂ ਬਾਰੇ। ਮੀਨਸ ਕਿ ਹੁਣ ਤੁਹਾਨੂੰ ਨਾ ਅਗਲੇ ਲੈਕਚਰਸ ਦਾ ਵੀ ਪਤਾ ਲੱਗ ਗਿਆ। ਦੇਖੋ, ਇੰਡੀਆ ਦੀ ਜਿਹੜੀ ਫਿਜ਼ੀਓਗ੍ਰਾਫੀ ਹੈ ਨਾ, ਜਦੋਂ ਇਹ ਚੈਪਟਰ ਖਤਮ ਹੋ ਗਿਆ ਸਮਝ ਲਓ ਅੱਧੀ ਜਿਓਗ੍ਰਾਫੀ ਖਤਮ। ਇਹ ਪਹਿਲਾ ਹੀ ਤੇ ਲਾਸਟ ਚੈਪਟਰ ਆ, ਮੇਨ ਆ ਜਿਹੜਾ, ਕਿਉਂਕਿ ਇਸ ਚੈਪਟਰ 'ਚ ਅਸੀਂ ਪੜ੍ਹਨਾ ਕੀ ਆ, ਇੰਡੀਆ ਦੇ ਸਾਰੇ ਮਾਊਂਟੇਨਸ, ਇੰਡੀਆ ਦੇ ਜਿੰਨੇ ਵੀ ਮੈਦਾਨੀ ਇਲਾਕੇ ਆ, ਇੰਡੀਆ ਦਾ ਜਿੰਨਾ ਵੀ ਪਠਾਰ ਆ, ਪਲੇਟੂ ਆ, ਇੰਡੀਆ ਦੀ ਕੋਸਟ ਲਾਈਨ ਤੇ ਇੰਡੀਆ ਦੇ ਕੋਸਟਲ ਪਲੇਨਸ, ਕਿ ਜਿੰਨੇ ਵੀ ਸਾਡੇ ਤੱਟਵਰਤੀ ਮੈਦਾਨ ਨੇ ਉਹ ਕੀ ਨੇ। ਫਿਰ ਉਸ ਤੋਂ ਬਾਅਦ ਇੰਡੀਆ ਦੇ ਸਾਰੇ ਆਈਲੈਂਡਸ। ਉੱਥੇ ਜਾ ਕੇ ਆਪਾਂ ਇਸ ਚੈਪਟਰ ਤੇ ਫੁੱਲ ਸਟਾਪ ਲਾਵਾਂਗੇ। ਫਿਰ ਦੂਸਰਾ ਚੈਪਟਰ ਸਟਾਰਟ ਕਰਾਂਗੇ ਇੰਡੀਆ ਦਾ ਜਲ ਤੰਤਰ, ਡਰੇਨੇਜ। ਫਿਰ ਤੀਸਰਾ ਚੈਪਟਰ ਸਟਾਰਟ ਕਰਾਂਗੇ ਇੰਡੀਆ ਦੀਆਂ ਸੋਇਲਸ, ਭਾਰਤ ਦੀ ਮਿੱਟੀ। ਤੇ ਚੌਥਾ ਚੈਪਟਰ ਸਟਾਰਟ ਕਰਾਂਗੇ ਇੰਡੀਆ ਦੀ ਐਗਰੀਕਲਚਰ, ਭਾਰਤ 'ਚ ਕਿਹੜੀ ਖੇਤੀ ਹੈ। ਪੰਜਵਾਂ ਚੈਪਟਰ ਸਟਾਰਟ ਕਰਾਂਗੇ ਇੰਡੀਆ ਦੇ ਮਿਨਰਲਸ, ਭਾਰਤ 'ਚ ਕਿਹੜੇ ਖਣਿਜ ਮਿਲਦੇ ਆ। ਫਿਰ ਉਸ ਤੋਂ ਬਾਅਦ ਟਰਾਂਸਪੋਰਟੇਸ਼ਨ ਭਾਰਤ ਦੀ, ਫਿਰ ਭਾਰਤ ਦਾ ਕਮਿਊਨੀਕੇਸ਼ਨ ਆਪਣੇ ਆਪ ਸਮਝ ਆ ਜਾਂਦਾ। ਫਿਰ ਭਾਰਤ ਦਾ ਇੱਕ ਟੌਪਿਕ ਰਹਿ ਜਾਂਦਾ ਉਹ ਵਿੱਚ ਹੀ, ਮਿਨਰਲਸ ਤੋਂ ਬਾਅਦ ਕਹਿਣਾ ਭੁੱਲ ਗਿਆ ਮੈਂ, ਇੰਡੀਆ ਦੀ ਇੰਡਸਟਰੀਜ਼, ਕਿ ਭਾਰਤ 'ਚ ਕਿਹੜੇ ਉਦਯੋਗ ਲੱਗੇ ਹੋਏ ਆ। ਖੈਰ, ਉਮੀਦ ਕਰਦਾ ਕਿ ਇੱਕ ਟਾਈਮ ਤਾਂ ਪਤਾ ਤਾਂ ਲੱਗ ਗਿਆ। ਬਸ ਆਹ ਇੰਡੀਆ ਦੀ ਕਹਾਣੀ ਆ। ਇੱਕ ਟੌਪਿਕ ਰਹਿ ਜਾਂਦਾ ਇੰਡੀਆ ਦਾ ਕਲਾਈਮੇਟ ਤੇ ਇੰਡੀਆ ਦੀ ਨੈਚੁਰਲ ਵੈਜੀਟੇਸ਼ਨ, ਭਾਰਤ ਦੀ ਕੁਦਰਤੀ ਬਨਸਪਤੀ। ਤੇ ਇੱਕ ਗੱਲ ਹੋਰ, ਜਿਹੜੇ ਚੈਪਟਰ ਬਾਰੇ ਆਪਾਂ ਪੜਾਂਗੇ, ਸਪੋਜ਼ ਕਰੋ ਅਸੀਂ ਪੈਰਲਲ ਉਹੀ ਚੀਜ਼ ਪੰਜਾਬ ਦੀ ਵੀ ਪੜ੍ਹਨੀ ਆ। ਜੇ ਅਸੀਂ ਭਾਰਤ ਦੀ ਨੈਚੁਰਲ ਵੈਜੀਟੇਸ਼ਨ ਪੜਾਂਗੇ ਤਾਂ ਪੰਜਾਬ ਦੀ ਵੀ ਪੜਾਂਗੇ। ਜੇ ਅਸੀਂ ਇੰਡੀਆ ਦੇ ਖਣਿਜਾਂ ਬਾਰੇ ਪੜਾਂਗੇ ਤੇ ਜੇ ਪੰਜਾਬ 'ਚ ਹੋਣਗੇ ਤਾਂ ਅਸੀਂ ਪੰਜਾਬ ਦੇ ਖਣਿਜਾਂ ਬਾਰੇ ਵੀ ਪੜਾਂਗੇ, ਮਿਨਰਲਸ ਬਾਰੇ ਵੀ। ਇਟ ਮੀਨਸ ਭਾਰਤ ਦੀ ਜਿਓਗ੍ਰਾਫੀ ਦੇ ਬਿਲਕੁਲ ਪੈਰਲਲ ਚੱਲੂਗੀ ਪੰਜਾਬ ਦੀ ਜਿਓਗ੍ਰਾਫੀ। ਠੀਕ ਆ,
बस आ जाओ। सो लेट्स स्टार्ट, शुरू करते हैं। सब तो पहला ਆਪਾਂ नॉर्थ साउथ डिवीजन ऑफ हिमालयाज, ਇਹਦੇ ਚ ਮੈਂ ਪੜਾਇਆ ਸੀ ਕਿ ਉੱਤਰ ਤੋਂ ਲੈ ਕੇ ਦੱਖਣ ਤੱਕ ਸਭ ਤੋਂ ਉੱਪਰ ਪਰਲੇ ਹਿਮਾਲयाज ਆ, ਜਿਨ੍ਹਾਂ ਨੂੰ ਅਸੀਂ ਅੰਗਰੇਜ਼ੀ ਚ ਕਿਹਾ ਸੀ ਟਰਾਂਸ ਹਿਮਾਲयाज। ਪਰਾਂ ਦੇ ਹਿਮਾਲਿਆ ਤੋਂ ਪਾਰ ਹਿਮਾਲਿਆ ਕਾਰਾਕੋਰਮ, ਜਸਕਰ, ਲਦਾਖ, ਕਾਰਾਕੋਰਮ, ਲਦਾਖ, ਜਸਕਰ ਤੇ ਕੈਲਾਸ਼। ਫਿਰ ਆਏ ਸੀ ਮਹਾਨ ਹਿਮਾਲयाज, ਗ੍ਰੇਟ ਹਿਮਾਲयाज, ਉਹ ਬੜੀ ਲੰਮੀ ਪੱਟੀ ਆ ਗ੍ਰੇਟ ਹਿਮਾਲयाज ਦੀ। ਫਿਰ ਉਸ ਤੋਂ ਬਾਅਦ ਆਈ ਸੀ ਮਿਡਲ ਹਿਮਾਲयाज, ਕਈ ਲੋਕ ਮਿਡਲ ਹਿਮਾਲयाज ਨੂੰ ਲੈਸਰ ਹਿਮਾਲयाज ਵੀ ਕਹਿ ਦਿੰਦੇ ਆ। ਤੁਹਾਨੂੰ ਕਿਤਾਬਾਂ 'ਚ ਕਿਤੇ ਕਿਤੇ ਜਿਵੇਂ ਹੁਣ ਆਪਣੇ ਵਾਲੇ ਨੋਟਸ 'ਚ ਤੁਹਾਨੂੰ ਇੱਕ ਵਰਡ ਮਿਲੂਗਾ ਮਿਡਲ ਹਿਮਾਲयाज, ਕਿਤਾਬਾਂ 'ਚ ਉਹਦੇ ਵਾਸਤੇ ਵਰਡ ਮਿਲੂਗਾ ਲੈਸਰ ਹਿਮਾਲयाज। ਛੋਟੇ ਹਿਮਾਲयाज ਕਹਿ ਲਓ ਜਾਂ ਦਰਮਿਆਨੇ ਹਿਮਾਲयाज, ਉਹ ਇੱਕੋ ਹੀ ਸ਼ਬਦ ਵਰਤਦੇ ਆ। ਹਰ ਕੋਈ ਕਿਤਾਬ ਦਾ ਆਪੋ ਆਪਣਾ ਹਿਸਾਬ ਆ। ਉਹਦੇ ਚੋਂ ਪੀਰ ਪੰਜਾਲ ਦੀਆਂ ਪਹਾੜੀਆਂ ਬਾਰੇ ਗੱਲ ਕਰਨਗੇ, ਉਹ ਧੌਲਾ ਧਾਰ ਪਹਾੜੀਆਂ ਬਾਰੇ ਗੱਲ ਕਰਨਗੇ। ਉਸ ਤੋਂ ਬਾਅਦ ਥੱਲੇ ਆ ਜਾਣਗੀਆਂ ਸਭ ਤੋਂ ਆਊਟਰ ਹਿਮਾਲयाज, ਜਿਨ੍ਹਾਂ ਨੂੰ ਮੈਂ ਕਹੂੰਗਾ ਸ਼ਿਵਾਲਿਕ ਦੇ ਪਹਾੜ। ਇਹ ਬਿਲਕੁਲ ਮਿੱਟੀ ਦੇ ਪਹਾੜ ਆ। ਤੇ ਜਦੋਂ ਆਪਾਂ ਰੌਕ ਸਿਸਟਮ ਪੜ੍ਹਿਆ ਸੀਗਾ, ਰੌਕ ਪ੍ਰਣਾਲੀ ਪੜ੍ਹੀ ਸੀ, ਉਹਦੇ ਚ ਮੈਂ ਇੰਨੀ ਡਿਟੇਲ ਚ ਦੱਸਿਆ ਸੀ ਕਿ ਸਭ ਤੋਂ ਲਾਸਟ ਚ ਇਹ ਮਿੱਟੀ ਦੇ ਕਿਉਂ ਬਣੇ ਆ ਪਹਾੜ ਜਿਹੜੇ ਚੰਡੀਗੜ੍ਹ ਤੱਕ ਆਉਂਦੇ ਆ। ਖੈਰ, ਨਾਰਥ ਤੋਂ ਲੈ ਕੇ ਸਾਊਥ ਤੱਕ ਦੀ ਪੂਰੀ ਸਟੋਰੀ ਨੂੰ ਕਵਰ ਕਰਕੇ ਨੈਕਸਟ ਹੁਣ ਆਪਾਂ ਉਸ ਤੋਂ ਬਾਅਦ ਆਪਣੇ ਫਾਈਨਲ ਪੁਆਇੰਟ ਤੇ ਪਹੁੰਚੇ ਆ। ਉਹੀ ਹਿਮਾਲਯਨ ਸਿਸਟਮ ਆ ਜਿਹੜਾ ਅਸੀਂ ਅੱਜ ਪੜ੍ਹਨਾ ਫੇਰ, ਠੀਕ ਆ। ਮੀਨਸ ਕਿ ਇਹ ਨਹੀਂਗਾ ਕਿ ਅੱਜ ਆਪਾਂ ਪੁਰਾਣੇ ਲੈਕਚਰ ਤੋਂ ਕੁਝ ਨਵਾਂ ਕਰਨ ਜਾ ਰਹੇ ਆ। ਬਸ ਅੱਜ ਆਪਾਂ ਉਹਨਾਂ ਹਿਮਾਲयाज ਨੂੰ ਪੱਛਮ ਤੋਂ ਪੂਰਬ ਵੱਲ ਪੜਾਂਗੇ, ਵੈਸਟ ਤੋਂ ਈਸਟ ਵੱਲ, ਠੀਕ ਆ। ਤੇ ਕੰਪੈਰੀਟਿਵਲੀ ਲੈਕਚਰ ਜ਼ਿਆਦਾ ਇੰਪੋਰਟੈਂਟ ਅੱਜ ਵਾਲਾ। ਜਦੋਂ ਤੁਸੀਂ ਇਸ ਲੈਕਚਰ ਨੂੰ ਲਾਓਗੇ ਤੁਹਾਨੂੰ ਆਪੇ ਸਮਝ ਆ ਜਾਊਗਾ ਕਿ ਅੱਜ ਵਾਲੇ ਲੈਕਚਰ 'ਚ ਜੋ ਕੁਝ ਸੀਗਾ ਉਹ ਬੇਸਿਕਲੀ ਉਹ ਸੀਗਾ ਜਿਹਨੂੰ ਆਪਾਂ ਕਈ ਵਾਰੀ ਰੱਟਾਂ ਮਾਰਦੇ ਆ। ਅਸੀਂ ਕਹਿ ਦਿੰਦੇ ਆ ਨਾ, ਜਿਵੇਂ ਇੱਕ ਬੜੀ ਖਾਸ ਚੀਜ਼ ਹੁੰਦੀ ਆ ਕਿ ਸਰ ਸਟੈਟਿਕ ਜੀਕੇ। ਅੱਜ ਵਾਲਾ ਲੈਕਚਰ ਤੁਹਾਨੂੰ ਇਸ ਤਰੀਕੇ ਨਾਲ ਰਿਫਲੈਕਟ ਹੋਊਗਾ ਕਿ ਯਾਰ ਇਹ ਤਾਂ ਨਿਰਾ ਸਟੈਟਿਕ ਜੀਕੇ ਆ। ਜਿਵੇਂ ਆਪਾਂ ਅਕਸਰ ਕਈ ਵਾਰੀ ਕਿਸੇ ਨੂੰ ਕਹਿੰਦੇ ਆ ਕਿ ਤੁਹਾਨੂੰ ਪਤਾ ਕਿ ਇੱਥੇ ਹਾਈਐਸਟ ਪੀਕ ਕਿਹੜੀ ਆ, ਆਹ ਚੀਜ਼ ਕੀ ਆ, ਆਹ ਚੀਜ਼ ਕੀ ਆ। ਅੱਜ ਦਾ ਲੈਕਚਰ ਬਹੁਤ ਜ਼ਿਆਦਾ ਫੈਕਚੁਅਲ ਲੈਕਚਰ ਆ, ਪਰ ਸਮਝਣ ਦੀ ਕੋਸ਼ਿਸ਼ ਕਰਿਓ। ਜੇ ਸਮਝ ਕੇ ਕਰਾਂਗੇ ਤਾਂ ਜ਼ਿਆਦਾ ਵਧੀਆ ਹੈ। ਜੇਕਰ ਅਸੀਂ ਭਾਰਤ ਦੇ ਪਹਾੜਾਂ ਨੂੰ ਪੱਛਮ ਤੋਂ ਪੂਰਬ ਵੱਲ ਲਾਉਣ ਦੀ ਕੋਸ਼ਿਸ਼ ਕਰੀਏ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਕਸ਼ਮੀਰ ਹਿਮਾਲयाज ਮਿਲਣਗੇ, ਜਿਹੜੇ ਕਿ ਸਿੰਧੂ ਨਦੀ ਤੋਂ ਲੈ ਕੇ ਸਤਲੁਜ ਨਦੀ ਦੇ ਵਿੱਚ ਵਾਲੇ ਆ। ਲੋਕ ਇਹਨਾਂ ਨੂੰ ਜ਼ਿਆਦਾ ਕਿਤਾਬਾਂ ਇਹਨਾਂ ਨੂੰ ਪੰਜਾਬ ਹਿਮਾਲयाज ਲਿਖਦੀਆਂ। ਸੋ ਕਸ਼ਮੀਰ ਹਿਮਾਲयाज ਕਹਿ ਲਓ, ਚਾਹੇ ਇਹਨਾਂ ਨੂੰ ਪੰਜਾਬ ਹਿਮਾਲयाज ਕਹਿ ਲਓ, ਵਨ ਐਂਡ ਦੀ ਸੇਮ ਥਿੰਗ। ਉਸ ਤੋਂ ਬਾਅਦ ਤੁਹਾਨੂੰ ਇਸ ਪੱਟੀ 'ਚ ਜਿਹੜੇ ਹਿਮਾਲयाज ਮਿਲਣਗੇ, ਇਹਨਾਂ ਨੂੰ ਕਿਤਾਬਾਂ ਤਾਂ ਲਿਖਦੀਆਂ ਕਮਾਊ ਹਿਮਾਲयाज। ਮਤਲਬ ਕਿ ਕਮਾਊ ਹਿਮਾਲयाज ਦਾ ਮਤਲਬ ਆ, ਕਮਾਊ ਮਤਲਬ ਉੱਤਰਾਖੰਡ ਦਾ ਇਲਾਕਾ, ਪਰ ਇਹਨਾਂ ਨੂੰ ਕਈ ਜਗ੍ਹਾ ਤੇ ਲਿਖਿਆ ਮਿਲੂਗਾ ਤੁਹਾਨੂੰ ਹਿਮਾਚਲ ਐਂਡ ਕਮਾਊ ਹਿਲਸ, ਕਿ ਹਿਮਾਚਲ ਤੇ ਕਮਾਊ ਪਹਾੜੀਆਂ। ਮਤਲਬ ਜਿਹੜੇ ਹਿਮਾਚਲ ਪ੍ਰਦੇਸ਼ ਤੋਂ ਲੈ ਕੇ ਉੱਤਰਾਖੰਡ ਤੱਕ ਦੇ ਪਹਾੜ ਆ, ਜਿੱਥੇ ਤੁਸੀਂ ਹੇਮਕੁੰਡ ਸਾਹਿਬ, ਬਦਰੀਨਾਥ, ਕੇਦਾਰਨਾਥ ਜਾਂ ਹਿਮਾਚਲ ਦੀਆਂ ਸਪੀਤੀ ਵਗੈਰਾ ਜਾਂਦੇ ਹੋ, ਉਹ ਸਾਰੇ ਹਿਮਾਚਲ ਤੇ ਕਮਾਊ ਦੇ ਪਹਾੜ ਨੇ। ਇਹ ਹੈਗੇ ਆ ਸਤਲੁਜ ਤੋਂ ਲੈ ਕੇ ਕਾਲੀ ਨਦੀ ਤੱਕ। ਇਹ ਕਾਲੀ ਨਦੀ ਇੱਕ ਅਜਿਹੀ ਨਦੀ ਆ ਜਿਹੜੀ ਨੇਪਾਲ ਚੋਂ ਨਿਕਲਦੀ ਆ ਤੇ ਇਹ ਅੱਗੇ ਜਾ ਕੇ ਗੰਗਾ 'ਚ ਮਿਲਦੀ ਆ। ਗੰਗਾ 'ਚ ਮਿਲਦੀ ਆ ਇਸੇ ਕਰਕੇ ਇਹ ਗੰਗਾ ਦੀ ਸਹਾਇਕ ਨਦੀ ਆ। ਇੰਗਲਿਸ਼ 'ਚ ਕਵਾਂਗੇ ਇਟ ਇਜ਼ ਟ੍ਰਿਬਿਊਟਰੀ ਆਫ ਰਿਵਰ ਗੰਗਾ, ਇਹ ਗੰਗਾ ਦੀ ਇੱਕ ਟ੍ਰਿਬਿਊਟਰੀ ਆ। ਡਰੇਨੇਜ ਸਿਸਟਮ 'ਚ ਜਾ ਕੇ ਪੜਾਉਂਗਾ ਕਿ ਸਹਾਇਕ ਨਦੀਆਂ ਕੀ ਹੁੰਦੀਆਂ, ਟ੍ਰਿਬਿਊਟਰੀ ਕੀ ਹੁੰਦੀ ਆ, ਡਿਸਟ੍ਰੀਬਿਊਟਰੀ ਕੀ ਹੁੰਦੀ ਆ, ਠੀਕ ਆ। ਉਸ ਤੋਂ ਬਾਅਦ ਨੇਪਾਲ ਪਹਾੜੀਆਂ ਆ ਗਈਆਂ। ਇਹ ਨੇਪਾਲ ਹਿਲਸ ਕੀ ਨੇ, ਜਿਹੜੀਆਂ ਭਾਰਤ ਦੇ ਵਿੱਚ ਨਾ ਹੋ ਕੇ ਨੇਪਾਲ ਦੇ ਵਿੱਚ ਨੇ। ਅੰਨਾਪੂਰਨਾ ਹਿੱਲ, ਹੋਰ ਇੱਥੇ ਸਭ ਤੋਂ ਮਸ਼ਹੂਰ ਹਿੱਲ ਆ ਮਾਊਂਟ ਐਵਰੈਸਟ। ਇਹ ਸਾਰੀਆਂ ਪਹਾੜੀਆਂ ਜਿਹੜੀਆਂ ਨੇ ਇਹ ਨੇਪਾਲ ਹਿਲਸ ਦੀ ਕੈਟੇਗਰੀ 'ਚ ਆਉਂਦੀਆਂ। ਇਹ ਬੇਸਿਕਲੀ ਕਾਲੀ ਨਦੀ ਤੋਂ ਲੈ ਕੇ ਕੋਸੀ ਨਦੀ ਤੱਕ ਦੇ ਵਿੱਚ ਆ। ਕੋਸੀ ਨਦੀ ਘੁੰਮਦੀ ਘਮਾਉਂਦੀ ਤਿੱਬਤ ਚੋਂ ਨਿਕਲ ਕੇ ਨੇਪਾਲ ਵਾਲੇ ਪਾਸਿਓਂ ਬਿਹਾਰ ਮੁੜਦੀ ਆ ਕੇ, ਸੋ ਉੱਥੋਂ ਤੱਕ। ਉਸ ਤੋਂ ਅੱਗੇ ਛੋਟਾ ਜਿਹਾ ਹਿੱਸਾ ਆਉਂਦਾ ਹੈ ਸਿੱਕਿਮ ਹਿਲਸ ਦਾ, ਜਿਨ੍ਹਾਂ ਨੂੰ ਸਿੱਕਿਮ ਦੇ ਪਹਾੜ ਕਹਿੰਦੇ ਆ, ਜਿੱਥੇ ਕੰਚਨਜੰਗਾ ਵਰਗੇ ਪਹਾੜ ਜਿਹੜੇ ਆ ਕੰਪੈਰੀਟਿਵਲੀ ਜ਼ਿਆਦਾ ਮਸ਼ਹੂਰ ਆ। ਉਸ ਤੋਂ ਬਾਅਦ ਆ ਜਾਂਦਾ ਹੈ ਜੀ ਅਸਾਮ ਹਿਲਸ। ਅਸਾਮ ਇੱਕ ਸਿੱਕਿਮ ਹਿਲਸ ਨੇ ਕੋਸੀ ਤੋਂ ਲੈ ਕੇ ਤੀਸਤਾ ਦਰਿਆ ਤੱਕ। ਤੀਸਤਾ ਵੀ ਸਿੱਕਿਮ ਦੇ ਕੋਲੋਂ ਨਿਕਲਦੀ ਆ ਤੇ ਘੁੰਮਦੀ ਘਮਾਉਂਦੀ ਅੱਗੇ ਜਾ ਕੇ ਆਪਣੀ ਉਹਦੇ 'ਚ ਬ੍ਰਹਮਪੁੱਤਰਾ 'ਚ ਪੈ ਜਾਂਦੀ ਹੈ। ਕਿਸੇ ਵੇਲੇ ਤੱਕ ਇਹ ਗੰਗਾ 'ਚ ਪੈਂਦੀ ਸੀ, ਪਰ ਵਕਤ ਬਦਲਿਆ, ਇਹਨੇ ਆਪਣਾ ਰਾਹ ਬਦਲ ਲਿਆ, ਠੀਕ ਆ। ਫਿਰ ਉਸ ਤੋਂ ਬਾਅਦ ਆਉਂਦੇ ਆ ਅਸਾਮ ਹਿਮਾਲयाज। ਇਹਨਾਂ ਨੂੰ ਲੋਕ ਅਸਾਮ ਹਿਮਾਲयाज ਵੀ ਕਹਿ ਦਿੰਦੇ ਆ, ਅਰੁਣਾਚਲ ਦੇ ਪਹਾੜ ਵੀ ਕਹਿ ਦਿੰਦੇ ਆ, ਤੇ ਸਭ ਤੋਂ ਮਸ਼ਹੂਰ ਨਾਮ ਇਹਨਾਂ ਦਾ ਪੂਰਵਾਂਚਲ ਦੇ ਪਹਾੜ। ਸੋ ਇਹ ਜਿਹੜੇ ਅਸਾਮ ਹਿਮਾਲयाज ਨੇ ਇਹ ਬੇਸਿਕਲੀ ਤੀਸਤਾ ਨਦੀ ਤੋਂ ਲੈ ਕੇ ਬਿਲਕੁਲ ਲਾਸਟ ਨਦੀ ਆ ਦਿਹਾਂਗ। ਦਿਹਾਂਗ ਇੱਕ ਛੋਟੀ ਜੀ ਨਦੀ ਆ, ਠੀਕ ਆ। ਕੁਛ 300 ਦੇ ਅਰਾਊਂਡ ਕਿਲੋਮੀਟਰ ਉਹਦੀ ਲੰਬਾਈ ਹੈ ਸ਼ਾਇਦ, ਜੇ ਮੈਂ ਗਲਤ ਨਾ ਹੋਵਾਂ। ਅੱਗੇ ਜਾ ਕੇ ਮੈਂ ਡਰੇਨੇਜ ਤੇ ਐਗਜ਼ੈਕਟ ਇਸ ਫੈਕਟ ਨੂੰ ਐਗਜ਼ੈਕਟ ਕਰੂੰਗਾ। ਤੇ ਇਹਨੇ ਜਾ ਕੇ ਅੱਗੇ ਜਾ ਕੇ ਬ੍ਰਹਮਪੁੱਤਰਾ ਦਰਿਆ 'ਚ ਵਹਿ ਜਾਣਾ ਹੈ, ਠੀਕ ਆ ਨਾ। ਸੋ ਇਹ ਦਿਹਾਂਗ ਨਦੀ ਦੇ ਅਖੀਰਲਾ ਇੰਡੀਆ ਦਾ ਮੋੜ ਹੈ। ਇੱਥੇ ਜਾ ਕੇ ਪਹਾੜ ਆਉਣਗੇ ਨਮਚਾ ਬਾਰਵਾ ਦੇ ਪਹਾੜ।
ਉੱਥੇ ਮੋੜ ਪਊਗਾ, ਉੱਥੋਂ ਤੱਕ ਦੇ ਜਿੰਨੇ ਵੀ ਪਹਾੜ ਨੇ ਸਾਰੇ, ਉਹ ਸਾਰੇ ਕਿਹੜੀ ਸ਼੍ਰੰਖਲਾ ਚ ਆਉਣਗੇ, ਅਸਾਮ ਹਿਲਸ ਚ। ਠੀਕ ਆ, ਹੁਣ ਇਹਦਾ ਮਤਲਬ ਇਹ ਆ ਕਿ ਜਦੋਂ ਮੈਂ ਉੱਪਰੋਂ ਥੱਲੇ ਨੂੰ ਦੇਖਿਆ ਸੀ ਤੇ ਮੈਂ ਕਿਹਾ ਸੀ ਸਭ ਤੋਂ ਉੱਪਰ ਕਿਹੜੀ ਰੇਂਜ ਆ, ਕਾਰਾਕੋਰਮ, ਉਸ ਤੋਂ ਬਾਅਦ ਲਦਾਖ, ਉਸ ਤੋਂ ਬਾਅਦ ਜਸਕਰ, ਉਸ ਤੋਂ ਬਾਅਦ ਇੱਕ ਕੈਲਾਸ਼ ਰੇਂਜ, ਕੈਲਾਸ਼ ਰੇਂਜ ਤੋਂ ਬਾਅਦ ਗ੍ਰੇਟ ਹਿਮਾਲਿਆਜ਼, ਉਸ ਤੋਂ ਬਾਅਦ ਆ ਗਏ ਸੀ ਮਿਡਲ ਹਿਮਾਲਿਆਜ਼ ਜਾਂ ਲੈਸਰ ਹਿਮਾਲਿਆਜ਼। ਉਹਦੇ ਚ ਮੈਂ ਦੱਸੇ ਸੀ ਪੀਰ ਪੰਜਾਲ ਦੀਆਂ ਪਹਾੜੀਆਂ, ਧੌਲਾਧਾਰ ਦੀਆਂ ਪਹਾੜੀਆਂ, ਸ਼ਿਵਾਲਿਕ ਦੀਆਂ ਪਹਾੜੀਆਂ। ਇਹ ਤਾਂ ਸੀ ਉੱਤਰ ਤੋਂ ਲੈ ਕੇ ਦੱਖਣ ਤੱਕ, ਤੇ ਮੈਂ ਤੁਹਾਨੂੰ ਦੱਸਿਆ ਸੀ ਕਿ ਇਹ ਪਹਾੜ ਐਵੇਂ ਜਾਂਦੇ ਆ, ਅੱਗੇ ਨੂੰ ਜਾਂਦੇ ਜਾਂਦੇ ਈਸਟ ਵੱਲ ਜਾਂਦੇ ਜਾਂਦੇ ਪਹਾੜ ਨਾ ਤਾਂ ਉੱਪਰਲੇ ਰਹਿੰਦੇ ਆ ਨਾ ਥੱਲੜੇ ਰਹਿੰਦੇ ਆ, ਬਸ ਗ੍ਰੇਟ ਹਿਮਾਲਿਆ ਐਂਡ ਤੱਕ ਜਾਂਦਾ ਹੈ। ਇਸੇ ਕਰਕੇ ਪੱਛਮ ਵੱਲ ਪਹਾੜ ਬਹੁਤ ਚੌੜੇ ਆ ਤੇ ਪੂਰਬ ਵੱਲ ਪਹਾੜਾਂ ਦੀ ਚੜਾਈ ਕੀ ਆ, ਘੱਟ ਆ। ਠੀਕ ਆ, ਇਹ ਘੱਟ ਕਿਉਂ ਆ ਤੇ ਵੱਧ ਕਿਉਂ ਆ, ਇਹ ਯਾਦ ਕਰੋ। ਇੱਕ ਸਿੰਟੈਕਸ ਬੈਂਟ ਆਇਆ ਸੀਗਾ ਇੰਡੀਆ ਦੀ ਪਲੇਟ ਜਦੋਂ ਅਫਰੀਕਾ ਵੱਲੋਂ ਚੱਲ ਕੇ ਟਕਰਾਈ ਸੀ ਉੱਪਰਲੀ ਪਲੇਟ 'ਚ, ਇਹ ਸਾਰੀ ਪਲੇਟਾਂ ਦਾ ਰੌਲਾ ਹੈ। ਤੇ ਪਲੇਟਾਂ ਦਾ ਰੌਲਾ ਆਪਾਂ ਆਪਣੇ ਤੀਸਰੇ ਲੈਕਚਰ ਰੌਕ ਸਿਸਟਮ 'ਚ ਚੰਗੀ ਤਰ੍ਹਾਂ ਪੜ੍ਹ ਕੇ ਆਏ ਆ ਕਿ ਇੱਕ ਪਾਸੇ ਪਲੇਟ ਅਟਕ ਗਈ ਸੀ, ਉਹਦੇ ਕਰਕੇ ਥੋੜਾ ਜਿਹਾ ਇਹ ਰੌਲਾ ਵਧਿਆ ਹੈ। ਖੈਰ, ਹੁਣ ਆਪਾਂ ਸ਼ੁਰੂ ਕਰਦੇ ਹਾਂ ਵੈਸਟ ਤੋਂ ਈਸਟ। ਹੁਣ ਤੁਹਾਡੇ ਦਿਮਾਗ 'ਚ ਇੱਕ ਗੱਲ ਹੋਊਗੀ ਕਿ ਸਰ ਆਪਾਂ ਜਦੋਂ ਨਾਰਥ ਤੋਂ ਸਾਊਥ ਤੱਕ ਮਾਊਂਟੇਨਸ ਪੜ੍ਹ ਚੁੱਕੇ ਆ, ਫਿਰ ਵੈਸਟ ਤੋਂ ਈਸਟ ਪੜ੍ਹਦੇ ਹੋਏ ਕੀ ਐਕਸਟਰਾ ਹੈ? ਬਸ ਇੱਕੋ ਚੀਜ਼ ਆ, ਇਸ ਲੈਕਚਰ 'ਚ ਮੈਂ ਫੈਕਟਸ ਸਾਰੇ ਐਡ ਕਰਤੇ ਆ। ਜਿਹੜੀਆਂ ਚੀਜ਼ਾਂ ਮੈਂ ਨਾਰਥ ਤੋਂ ਸਾਊਥ ਤੱਕ ਉੱਪਰੋਂ ਪੜ੍ਹਾਈਆਂ ਸੀ, ਉਹ ਸਾਰੇ ਫੈਕਟ ਤੁਹਾਨੂੰ ਵੈਸਟ ਤੋਂ ਈਸਟ ਵਾਲੇ ਪਹਾੜਾਂ 'ਚ ਮਿਲਣਗੇ। ਸਭ ਤੋਂ ਪਹਿਲਾਂ ਆਪਾਂ ਕਸ਼ਮੀਰ ਹਿਮਾਲਿਆਜ਼ ਦੀ ਗੱਲ ਕਰਦੇ ਹਾਂ। ਤਾਂ ਕਸ਼ਮੀਰ ਹਿਮਾਲਿਆਜ਼ ਕੀ ਨੇ ਜਾਂ ਪੰਜਾਬ ਹਿਮਾਲਿਆਜ਼ ਕੀ ਨੇ, ਜਿਹੜੇ ਸਭ ਤੋਂ ਪੱਛਮ 'ਚ। ਤੇ ਮੈਂ ਤੁਹਾਨੂੰ ਦੱਸਿਆ ਹੈ ਕਿ ਜਿਵੇਂ ਜਿਵੇਂ ਆਪਾਂ ਪੂਰਬ ਵੱਲ ਜਾਵਾਂਗੇ, ਈਸਟ ਵੱਲ ਜਾਵਾਂਗੇ, ਤਾਂ ਤੁਸੀਂ ਗੌਰ ਕਰਿਓ, ਨਾ ਤਾਂ ਹਿਮਾਲਿਆਜ਼ ਤੋਂ ਪਾਰ ਦੇ ਹਿਮਾਲਿਆਜ਼ ਰਹਿਣੇ ਆ, ਟਰਾਂਸ ਹਿਮਾਲਿਆਜ਼, ਉਹਨਾਂ ਦੀ ਵੀ ਉਮਰ ਸਿਰਫ ਇੱਥੋਂ ਤੱਕ ਹੀ ਆ। ਮਤਲਬ ਆ ਪੰਜਾਬ ਹਿਮਾਲਿਆਜ਼ ਆ ਕਸ਼ਮੀਰ ਕਮਾਓ ਹਿਲਸ ਨੇ, ਆ ਨੇਪਾਲ ਹਿਲਸ ਨੇ, ਆ ਅਸਾਮ ਨੇ। ਤਾਂ ਜਿਹੜੇ ਮੇਨ ਪਹਾੜ ਨੇ ਉਹ ਸਾਰੇ ਜਿਹੜੇ ਉੱਪਰਲੇ ਥੱਲੜੇ ਸਾਰੇ, ਜੇ ਤੁਹਾਨੂੰ ਕਿਸੇ ਇਲਾਕੇ 'ਚ ਮਿਲਣਗੇ ਤਾਂ ਸਿਰਫ ਵੈਸਟ ਵਾਲੇ ਪਾਸੇ। ਪੂਰਬ ਵੱਲ ਜਾਂਦੇ ਜਾਂਦੇ ਇੱਕੋ ਹੀ ਪੱਟੀ ਰਹਿ ਜਾਂਦੀ ਆ ਸੈਂਟਰ ਜਿਹੀ ਵਾਲੀ, ਕਿਹੜੀ ਭਲਾ, ਗ੍ਰੇਟ ਹਿਮਾਲਿਆਜ਼ ਵਾਲੀ। ਬਾਕੀ ਪੱਟੀਆਂ ਉੱਪਰਲੀ ਤੇ ਥੱਲੜੀ ਪੱਟੀ ਖਤਮ ਹੋ ਜਾਂਦੀ ਆ। ਸੋ ਤੁਹਾਨੂੰ ਜੇ ਤੁਸੀਂ ਗੱਲ ਕਰੋਗੇ ਇਹਨਾਂ ਹਿਲਸ ਦੀ, ਤਾਂ ਇੱਥੇ ਤੁਹਾਨੂੰ ਬਹੁਤ ਉੱਚੇ ਉੱਚੇ ਪਹਾੜ ਮਿਲਣਗੇ। ਜਿੰਨੀਆਂ ਵੀ ਟਰਾਂਸ ਹਿਮਾਲਿਆਜ਼ ਦੀਆਂ ਸ਼ੰਖਲਾਵਾਂ ਨੇ ਜਾਂ ਸ਼ਿਵਾਲਿਕ ਦੇ ਪਹਾੜ ਨੇ, ਸਭ ਤੋਂ ਥੱਲੜੇ ਮਿੱਟੀ ਦੇ ਪਹਾੜ, ਉਹ ਤੁਹਾਨੂੰ ਪੰਜਾਬ ਹਿਮਾਲਿਆਜ਼ ਜਾਂ ਕਸ਼ਮੀਰ ਹਿਮਾਲਿਆਜ਼ 'ਚ ਮਿਲਣਗੇ। ਇੱਥੇ ਬਹੁਤ ਜ਼ਿਆਦਾ ਉੱਚੇ ਪਹਾੜ ਹੋਣ ਕਰਕੇ ਇੱਥੇ ਬਹੁਤ ਵੱਡੇ ਵੱਡੇ ਗਲੇਸ਼ੀਅਰਸ ਨੇ। ਸੋ ਇਹਦੇ 'ਚ ਤੁਹਾਨੂੰ ਬਹੁਤ ਸਾਰੇ ਗਲੇਸ਼ੀਅਰਸ ਤੇ ਕੁਝ ਲੇਕਸ ਇਸ ਇਲਾਕੇ 'ਚ, ਵੁਲਾਰ ਲੇਕ, ਡਲ ਲੇਕ, ਇਹ ਸਾਰੀਆਂ ਲੇਕਸ ਤੁਹਾਨੂੰ ਕਸ਼ਮੀਰ ਦੇ ਹਿਮਾਲਿਆਜ਼ ਮਿਲਣਗੀਆਂ। ਤੇ ਇਹ ਹਿਮਾਲਿਆਜ਼ ਜੇ ਇੰਡੀਆ 'ਚ ਦੇਖਿਆ ਜਾਵੇ, ਜੇ ਅਸੀਂ ਇੰਡੀਆ ਦੀ ਕੈਟੇਗਰੀ ਦੀ ਗੱਲ ਕਰੀਏ, ਤਾਂ ਇੰਡੀਆ ਦੇ ਵਿੱਚ ਇਹ ਹਿਮਾਲਿਆਜ਼ ਤੁਹਾਨੂੰ ਇਸ ਇਲਾਕੇ 'ਚ ਮਿਲਣਗੇ। ਆਹ ਵਾਲੇ, ਆ ਪੂਰੀ ਦੀ ਪੂਰੀ ਪੱਟੀ ਕਸ਼ਮੀਰ ਹਿਮਾਲਿਆਜ਼ ਦੀ ਆ। ਤੇ ਇੱਥੇ ਤੁਹਾਨੂੰ ਬਹੁਤ ਸਾਰੇ ਸ਼ੀਆਚਿਨ ਗਲੇਸ਼ੀਅਰ ਵਗੈਰਾ ਮਿਲਣਗੇ। ਇਸ ਤੋਂ ਵੀ ਬਾਅਦ ਇਸ ਇਲਾਕੇ ਦੇ ਵਿੱਚ ਤੁਹਾਨੂੰ ਬਹੁਤ ਸਾਰੇ ਦਰੇ ਮਿਲਣਗੇ। ਦਰੇ ਮਤਲਬ ਪਾਸਿਸ, ਜਿੱਥੇ ਦੋ ਪਹਾੜਾਂ ਦੇ ਵਿੱਚੋਂ ਕੋਈ ਨਦੀ ਰਾਹ ਕੱਟ ਜਾਂਦੀ ਆ ਤੇ ਆਪਣਾ ਰਾਹ ਬਣਾ ਕੇ ਨਾ ਦਰਾ ਬਣਾ ਜਾਂਦੀ ਆ, ਰਾਹ ਬਣਾ ਲੈਂਦੀ ਆ, ਉਹਨੂੰ ਦਰਾ ਕਹਿ ਦਿੰਦੇ ਆ। ਇਹੋ ਜਿਹੇ ਬਹੁਤ ਸਾਰੇ ਪਾਸਿਸ, ਚਾਹੇ ਤੁਸੀਂ ਉਹਨੂੰ ਕਹਿ ਲਓ 12 ਲੱਛਾ ਪਾਸ ਕਹਿ ਲਓ, ਚਾਹੇ ਕੋਈ ਹੋਰ ਪਾਸਿਸ, ਬਹੁਤ ਤਗੜੇ ਪਾਸਿਸ, ਅਗਿਲ ਪਾਸ। ਤੇ ਤੁਸੀਂ ਦੇਖਿਓ, ਮੈਂ ਅੱਗੇ ਜਾ ਕੇ ਸਪੈਸ਼ਲ ਪਾਸਿਸ ਪੜਾਉਂਗਾ, ਦਰੇ ਪੜਾਉਂਗਾ ਕਿ ਭਾਰਤ ਦੇ ਵਿੱਚ ਕਿਹੜੇ ਕਿਹੜੇ ਦਰੇ ਵਾਲੇ ਮਸ਼ਹੂਰ ਨੇ, ਤੇ ਜਿਹੜਾ ਉਹ ਦਰਾ ਮਸ਼ਹੂਰ ਆ, ਜਿਹੜੇ ਉਹ ਪਾਸਿਸ ਜਾਂ ਲਾ ਮਸ਼ਹੂਰ ਨੇ, ਉਹ ਕਿਹੜੇ ਪਹਾੜ ਨੂੰ ਕੱਟ ਕੇ ਬਣੇ ਆ। 90% ਇਹ ਦਰੇ ਇਨਸਾਨਾਂ ਦੁਆਰਾ ਬਣਾਏ ਗਏ ਨਹੀਂ ਗੇ। ਸਾਨੂੰ ਤਾਂ ਇੱਕ ਟਨਲ ਬਣਾਉਣ 'ਚ ਮਤਲਬ ਕਿ ਸਰਕਾਰਾਂ ਦਾ ਜਲੂਸ ਨਿਕਲ ਜਾਂਦਾ ਹੈ। ਤਾਂ ਇਹ ਦਰੇ ਨਦੀਆਂ ਨੇ ਬਣਾਏ ਹੋਏ ਆ, ਪਹਾੜਾਂ ਨੂੰ ਕੱਟ ਕੇ, ਫਿਰ ਉੱਥੋਂ ਲੋਕਾਂ ਨੇ ਸੜਕਾਂ ਕੱਢ ਲਈਆਂ। ਸੋ ਇਹ ਚੀਜ਼ਾਂ ਸਾਡੇ ਲਈ ਬੇਹੱਦ ਇੰਪੋਰਟੈਂਟ ਆ ਕਿ ਜਿਹੜੇ ਕਸ਼ਮੀਰ ਹਿਲਸ ਨੇ ਉਹਦੇ 'ਚ ਬਹੁਤ ਸਾਰਾ ਕੁਛ, ਵੋਲਟਾਰੋ ਤੇ ਸ਼ਿਆਚੀਨ ਇਹ ਦੋ ਤਗੜੇ ਗਲੇਸ਼ੀਅਰ ਨੇ ਜਿਹੜੇ ਕਸ਼ਮੀਰ ਹਿਮਾਲਿਆਜ਼ 'ਚ ਆ। ਸ਼ਿਆਚਿਨ ਗਲੇਸ਼ੀਅਰ ਵੀ ਇੱਥੇ ਕਾ, ਵੋਲਟਾਰੋ ਗਲੇਸ਼ੀਅਰ ਇਸ ਜਗ੍ਹਾ ਤੇ ਆ ਜਾ ਕੇ ਪਾਕਿਸਤਾਨ ਓਕੂਪਾਈਡ ਕਸ਼ਮੀਰ 'ਚ। ਹੁਣ ਤੁਹਾਨੂੰ ਨਾ ਇੱਕ ਗੱਲ ਤੁਹਾਡੇ ਦਿਮਾਗ 'ਚ ਹੋਰ ਛਪ ਜਾਣੀ ਚਾਹੀਦੀ ਹੈ। ਤੁਹਾਨੂੰ ਪੇਪਰਾਂ 'ਚ ਇਹ ਸਵਾਲ ਫੈਕਟ ਬੇਸਡ ਆਉਣਗੇ ਕਿ ਫਲਾਣਾ ਗਲੇਸ਼ੀਅਰ ਕਿੱਥੇ ਆ। ਤਾਂ ਜੇ ਤੁਸੀਂ ਲੈਕਚਰਾਂ 'ਚ ਕਿਤੇ 19-21 ਕਰਕੇ ਉੱਪਰ ਥੱਲੇ ਕਰਕੇ ਸੁਣਿਆ ਹੋਊਗਾ, ਮੇਰੇ ਹਿਸਾਬ ਨਾਲ ਤੁਸੀਂ ਤਾਂ ਹੀ ਜ਼ਿਆਦਾ ਵਧੀਆ ਦੱਸ ਸਕਦੇ ਹੋ ਕਿ ਆ ਗਲੇਸ਼ੀਅਰਸ ਕਿੱਥੇ ਨੇ। ਹੁਣ ਮੈਂ ਲੋਕੇਸ਼ਨਸ ਵੀ ਦਿਖਾਊਂਗਾ, ਉਹ ਬਾਕੀ ਸਾਰਾ ਕੁਝ ਉਸ ਤੋਂ ਬਾਅਦ ਕਵਰ ਕਰਾਂਗੇ, ਠੀਕ ਹੈ। ਕਸ਼ਮੀਰ ਦੇ ਹਿਮਾਲਿਆਜ਼ ਦੀ ਸਭ ਤੋਂ ਖਾਸ ਗੱਲ, ਉੱਤੋਂ ਜਿਹੜੇ ਗਲੇਸ਼ੀਅਰਸ ਪਿਘਲੇ ਆ ਨਾ, ਤੁਹਾਨੂੰ ਸਭ ਨੂੰ ਪਤਾ ਇਹ ਗੱਲ ਕਿ ਕਸ਼ਮੀਰ ਦੇ ਹਿਮਾਲਿਆਜ਼ ਬਣੇ ਕਿਵੇਂ ਆ। ਥੱਲੜੇ ਪਾਸੇ ਇੱਕ ਸਮੁੰਦਰ ਹੁੰਦਾ ਸੀ, ਤੈਥੀਸ ਸਮੁੰਦਰ। ਮੈਂ ਤੀਸਰੇ ਲੈਕਚਰ 'ਚ ਐਕਸਪਲੇਨ ਕੀਤਾ ਸੀਗਾ ਕਿ ਇੱਕ ਤੈਥੀਸ ਨਾਮ ਦਾ ਸਮੁੰਦਰ ਸੀ,
ਇੰਡੀਆ ਦੀ ਪਲੇਟ ਅਫਰੀਕਾ ਵੱਲੋਂ ਆਈ, ਉਹ ਜਾ ਕੇ ਟੱਕਰੀ ਤੇ ਦੋ ਪਲੇਟਾਂ ਦੀ ਟਕਰਾਹਟ ਕਰਕੇ ਇੱਕ ਫੋਲਡ ਹੋਇਆ ਮਾਊਂਟੇਨ ਉੱਪਰ ਨੂੰ, ਤੇ ਜਿਹੜਾ ਫੋਲਡ ਹੋਇਆ ਮਾਊਂਟੇਨ ਸੀ, ਪਰਬਤ ਸੀ, ਉਹੀ ਕੀ ਬਣਿਆ, ਹਿਮਾਲਿਆ। ਤੇ ਜਿਹੜਾ ਥੱਲੇ ਸਮੁੰਦਰ ਸੀਗਾ, ਤੈਥੀ ਸਮੁੰਦਰ, ਉਸ ਸਮੁੰਦਰ ਚੋਂ ਜੋ ਵੀ ਜੀਵ ਜੰਤੂ ਸੀਗੇ ਉਹ ਸਾਰੇ ਪਹਾੜ 'ਚ ਉੱਪਰ ਚਲੇ ਗਏ। ਤੇ ਉਹ ਉੱਪਰ ਜਾ ਕੇ, ਬਹੁਤ ਉੱਪਰ ਜਾ ਕੇ, ਜਿਵੇਂ ਜਿਵੇਂ ਆਪਾਂ ਧਰਤੀ ਦੀ ਸਤ੍ਹਾ ਤੋਂ ਉੱਪਰ ਨੂੰ ਜਾਈਏ ਠੰਡ ਵੱਧਦੀ ਹੈ, ਉੱਪਰ ਜਾ ਕੇ ਉਹ ਸਾਰੇ ਜੰਮ ਗਏ, ਪਾਣੀ ਦਾ ਪਾਣੀ ਜੰਮ ਗਿਆ, ਉਹ ਸਾਰੇ ਦੇ ਸਾਰੇ ਫੋਸਿਲਸ, ਉਹ ਸਾਰੇ ਦੇ ਸਾਰੇ ਅਵਸ਼ੇਸ਼ ਜੰਮ ਗਏ ਤੇ ਬੜਾ ਲੰਮਾ ਸਮਾਂ ਉੱਥੇ ਜੰਮੇ ਪਏ ਰਹੇ। ਉਹਨਾਂ ਅਵਸ਼ੇਸ਼ਾਂ ਦੇ ਉਹ ਅਵਸ਼ੇਸ਼ ਜਿਹੜੇ ਆ ਉਹ ਗਲੇਸ਼ੀਅਰਸ 'ਚ ਜੰਮੇ ਹੋਏ ਸੀ। ਤੇ ਵਕਤ ਦੇ ਨਾਲ ਜਦੋਂ ਗਰਮੀ ਪੈਂਦੀ ਆ, ਜਾਂ ਜਦੋਂ ਮਾੜਾ ਮੋਟਾ ਕਲਾਈਮੇਟ ਚੇਂਜ ਹੋਇਆ, ਚਾਹੇ ਨਾ ਵੀ ਹੋਇਆ, ਕਦੇ ਵੀ ਗਰਮੀ ਵਾਲਾ ਮੌਸਮ ਆਉਂਦਾ ਤੇ ਥੋੜੇ ਬਹੁਤੇ ਉਹ ਗਲੇਸ਼ੀਅਰਸ ਪਿਘਲਦੇ ਆ। ਉਹਨਾਂ ਗਲੇਸ਼ੀਅਰਸ ਦੇ ਪਿਘਲਣ ਦੇ ਨਾਲ ਉਹ ਪਾਣੀ ਤੇ ਉੱਪਰਲੀ ਉਹ ਗਲੇਸ਼ੀਅਰਸ ਦੀ ਮਿੱਟੀ ਜਿਹੜੀ ਆ ਉਹ ਵਹਿ ਵਹਿ ਕੇ ਥੱਲੇ ਆ ਗਈ। ਤੇ ਯਾਦ ਰੱਖਿਓ, ਜਦੋਂ ਗਲੇਸ਼ੀਅਰਸ ਦੀ ਮਿੱਟੀ ਥੋੜੀ ਥੋੜੀ ਥੱਲੇ ਆਈ ਤੇ ਉੱਪਰਲੇ ਪਹਾੜਾਂ ਦੇ ਵਿੱਚ, ਜਿੱਥੇ ਤੁਹਾਨੂੰ ਲੱਗਦਾ ਸੀ ਕਿ ਦੋ ਪਹਾੜਾਂ ਦੇ ਵਿੱਚ ਇੱਕ ਖਾਈ ਹੋ ਸਕਦੀ ਆ, ਉਸ ਖਾਈ 'ਚ ਜਾ ਕੇ ਉਹ ਮਿੱਟੀ ਡਿਪੋਜ਼ਿਟ ਹੋ ਗਈ ਤੇ ਉੱਥੇ ਬਣ ਗਏ ਮੈਦਾਨ। ਕਸ਼ਮੀਰ 'ਚ ਉੱਪਰ ਜਾਓਗੇ ਤੇ ਤੁਹਾਨੂੰ ਪਹਾੜਾਂ ਦੇ ਵਿੱਚ ਜਿਹੜੀ ਮਿੱਟੀ ਮਿਲੂਗੀ ਨਾ, ਪਹਾੜਾਂ ਦੇ ਵਿੱਚ ਜਿਹੜੀ ਜਗ੍ਹਾ ਮਿਲੂਗੀ, ਉਹਨੂੰ ਵੈਲੀ ਕਿਹਾ ਜਾਂਦਾ ਹੈ, ਖਾਈ ਕਿਹਾ ਜਾਂਦਾ ਹੈ। ਬਸ ਜੇ ਉੱਥੇ ਲੋਕਾਂ ਦੀ ਵਸੋਂ ਆ ਤੇ ਉਹਨੂੰ ਖਾਈ ਕਿਹਾ ਜਾਂਦਾ ਹੈ, ਤੇ ਜੇ ਦੋ ਪਹਾੜਾਂ ਦੇ ਵਿੱਚ ਜਿਹੜੀ ਖੱਡ ਆ, ਜੇ ਉਹਦੇ 'ਚੋਂ ਪਾਣੀ ਵਹਿਣ ਲੱਗ ਪਏ, ਉਹਨੂੰ ਲੋਕ ਗੌਰਜ ਕਹਿ ਦਿੰਦੇ ਆ, GORGE। ਬਸ ਆਹ ਫਰਕ ਪੈਂਦਾ ਹੈ ਕਿ ਜੇ ਉਹ ਲੋਕਾਂ ਦੇ ਵਸੋਂ ਵਾਸਤੇ ਆ ਤੇ ਉਹ ਵੈਲੀ ਆ, ਉਹ ਘਾਟੀ ਆ। ਸੋ ਇਹ ਕਸ਼ਮੀਰ ਦੀ ਘਾਟੀ 'ਚ ਜਿਹੜੀ ਉਹ ਮਿੱਟੀ ਡਿਪੋਜ਼ਿਟ ਹੋਈ ਹੈ ਨਾ ਗਲੇਸ਼ੀਅਰਸ ਤੋਂ ਆ ਕੇ, ਉਸ ਮਿੱਟੀ ਨੇ ਜਿਹੜੇ ਉੱਥੇ ਮੈਦਾਨ ਬਣਾਏ ਆ, ਉਹਨੂੰ ਉੱਥੋਂ ਦੀ ਲੋਕਲ ਭਾਸ਼ਾ 'ਚ ਕਰੇਵਾਜ਼ ਕਿਹਾ ਗਿਆ। ਕੀ ਕਿਹਾ ਗਿਆ? ਕਰੇਵਾਜ਼। ਤੇ ਉੱਥੇ ਹੁੰਦੀ ਆ ਕਿਹੜੀ ਖੇਤੀ? ਸੈਫਰਨ ਨੂੰ ਕੀ ਕਹਿੰਦੇ ਆ? ਕੇਸਰ। ਕੇਸਰ ਦੀ ਖੇਤੀ ਵਾਸਤੇ ਉਹ ਬੜੇ ਮਸ਼ਹੂਰ ਮੈਦਾਨ ਨੇ। ਸੋ ਕਸ਼ਮੀਰ ਦੇ ਵਿੱਚ ਕਰੇਵਾਜ਼ ਦਾ ਕੀ ਮਤਲਬ ਆ? ਉੱਠੇ ਹੋਏ ਟਿੱਬੇ। ਕਸ਼ਮੀਰ ਦੇ ਵਿੱਚ ਕਰੇਵਾਜ਼ ਦਾ ਮਤਲਬ ਆ ਉੱਠੇ ਹੋਏ ਟਿੱਬੇ। ਇਹ ਟਿੱਬੇ ਜੇ ਉੱਠ ਕਿਵੇਂ ਗਏ? ਇਹ ਬੇਸਿਕਲੀ ਉੱਠੇ ਆ ਉੱਪਰੋਂ ਗਲੇਸ਼ੀਅਰਸ ਦੀ ਮਿੱਟੀ ਪੈ ਪੈ ਕੇ। ਵੈਸੇ ਤਾਂ ਉਹ ਖੱਡ ਸੀਗੇ, ਉਹ ਦੋਵੇਂ ਪਾਸੇ ਪਹਾੜ ਤੇ ਵਿੱਚ ਖੱਡ, ਪਰ ਉਹਨਾਂ ਖੱਡਾਂ 'ਚ ਵਕਤ ਦੇ ਨਾਲ ਨਾਲ ਮਿੱਟੀ ਪੈਂਦੀ ਗਈ ਤੇ ਉਹ ਮਿੱਟੀ ਇੰਨੀ ਕੁ ਜ਼ਿਆਦੀ ਸੈਫਰਨ ਜਾਂ ਕੇਸਰ ਵਾਸਤੇ ਵਧੀਆ ਸੀ, ਕਿਉਂਕਿ ਉਹਦੇ 'ਚ ਨਾ ਪੁਰਾਣੇ ਮਰੇ ਹੋਏ ਜੀਵ ਜੰਤੂਆਂ ਦੇ, ਤੈਥੀਸ ਸਮੁੰਦਰ ਦੇ ਮਰੇ ਹੋਏ ਜੀਵ ਜੰਤੂਆਂ ਦੇ ਅਵਸ਼ੇਸ਼ ਸੀਗੇ। ਇਸੇ ਕਰਕੇ ਉਹ ਮਿੱਟੀ ਜਿਹੜੀ ਆ ਬੇਹੱਦ ਉਪਜਾਊ ਸੀਗੀ। ਠੀਕ ਆ। ਸੋ ਕਰੇਵਾਜ਼ ਜਿਹੜਾ ਟਰਮ ਸੀ, ਉਹਨੂੰ ਸਭ ਤੋਂ ਪਹਿਲਾਂ ਉਧਰਲੇ ਪਾਸੇ ਇੱਕ ਬੰਦਾ ਪਹਾੜਾਂ ਦੀ ਚੋਟੀ ਲੱਭਦਾ ਗਿਆ ਸੀ, ਗੋਡਵਿਨ ਅਸਟਿਨ। ਉਹਨੇ ਉਧਰਲੇ ਪਾਸੇ ਇੱਕ ਚੋਟੀ ਵੀ ਲੱਭੀ ਸੀ, K2। ਸੋ K2 ਦਾ ਨਾਮ ਵੀ ਤਾਂ ਗੋਡਵਿਨ ਅਸਟਿਨ ਇਸੇ ਕਰਕੇ ਆ। ਉਹਨੇ ਇਹ ਸ਼ਬਦ ਜਿਹੜਾ ਸੀਗਾ, ਉਹਨੇ ਮਤਲਬ ਕਿ ਇਹ ਨਾਮ ਜਿਹੜਾ ਸੀਗਾ ਦਿੱਤਾ ਵੁਧਰ। ਇਹ ਕਰੇਵਾਜ਼ ਨੂੰ ਕਸ਼ਮੀਰੀ ਭਾਸ਼ਾ 'ਚ ਲੋਕਲ ਇੱਕ ਨਾਮ ਆ, ਉੱਥੋਂ ਦੇ ਲੋਕਲ ਇਹਨੂੰ ਵੁਧਰ ਦੀ ਜ਼ਮੀਨ ਕਹਿ ਕੇ ਜਾਣਦੇ ਆ। ਜਿਵੇਂ ਆਪਾਂ ਆਪਣੇ ਵੱਲ ਦੇਖੋ ਜ਼ਮੀਨਾਂ ਬੰਜਰ ਹੋਣ ਜਾਂ ਮਤਲਬ ਕੀ ਕਹਿ ਲਓ ਕਿ ਐਲੂਵੀਅਲ ਹੋਣ, ਨਿਊ ਅਲੀਵੀਅਲ, ਓਲਡ ਅਲੀਵੀਅਲ, ਸਾਡੇ ਇੱਥੇ ਲੋਕ ਆਪਣੀ ਭਾਸ਼ਾ ਬੋਲਦੇ ਆ। ਜਿਵੇਂ ਕਿਸੇ ਪਾਸੇ ਲੋਕ ਕਹਿ ਦਿੰਦੇ ਆ ਕਿ ਆਹ ਜ਼ਮੀਨ ਕਲਰ ਆ। ਕੋਈ ਲੋਕਲ ਭਾਸ਼ਾ 'ਚ 50 ਸ਼ਬਦ ਹੁੰਦੇ ਆ ਕਿਸੇ ਵੀ ਚੀਜ਼ ਨੂੰ ਵਰਤਣ ਵਾਸਤੇ। ਸੋ ਸਭ ਤੋਂ ਪਹਿਲੀ ਗੱਲ, ਜੇ ਤੁਹਾਨੂੰ ਕੋਈ ਕਵੇ ਕਿ ਸਰ ਸਾਨੂੰ ਕਰੇਵਾਜ਼ ਦੇ ਬਾਰੇ ਪਤਾ ਨਹੀਂ ਲੱਗਿਆ ਕਿ ਕਰੇਵਾਜ਼ ਦੇ ਵਿੱਚੋਂ ਕਿਹੜੇ ਡਿਪੋਜ਼ਿਟਸ ਨੇ, ਕੀ ਆ ਕੇ ਉੱਥੇ ਜਮ੍ਹਾਂ ਹੋਇਆ ਹੈ, ਤਾਂ ਕਰੇਵਾਜ਼ 'ਚ ਆ ਕੇ ਜਿਹੜੀਆਂ ਉੱਪਰਲੀਆਂ ਝੀਲਾਂ ਨੇ, ਗਲੇਸ਼ੀਅਰ ਝੀਲਾਂ ਨੇ, ਉਹਨਾਂ ਦਾ ਵੇਸਟ ਜਾਂ ਉਹਨਾਂ ਦੀ ਮਿੱਟੀ ਡਿਪੋਜ਼ਿਟ ਹੋਈ ਆ ਕਿ ਉਸ ਫਰਟਾਈਲ, ਉਸ ਉਪਜਾਊ ਸੋਇਲ ਦੇ ਵਿੱਚ ਉੱਥੇ ਸੈਫਰਨ ਦੀ ਖੇਤੀ ਜਾਂ ਇਹ ਕਹਿ ਲਓ ਕਿ ਕੇਸਰ ਦੀ ਖੇਤੀ ਬਹੁਤ ਵੱਡੇ ਪੱਧਰ ਤੇ ਕੀਤੀ ਜਾਂਦੀ ਹੈ। ਸੋ ਆ ਉਮੀਦ ਕਰਦਾ ਕਿ ਇਹ ਕਹਾਣੀ ਸਾਰੀ ਚੰਗੀ ਤਰ੍ਹਾਂ ਸਮਝ ਆ ਗਈ ਹੋਊਗੀ ਕਰੇਵਾਜ਼ ਦੀ। ਠੀਕ ਆ। ਇਸ ਤੋਂ ਬਾਅਦ ਹੁਣ ਮੈਂ ਤੁਹਾਨੂੰ ਇੱਕ ਗੱਲ ਨੋਟਿਸ ਕਰੋ, ਮੈਂ ਤੁਹਾਨੂੰ ਪੜ੍ਹਾ ਰਿਹਾ ਪੰਜਾਬ ਹਿਮਾਲਿਆਜ਼। ਤੇ ਪੰਜਾਬ ਹਿਮਾਲਿਆਜ਼ ਉੱਪਰ ਤੋਂ ਲੈ ਕੇ ਥੱਲੇ ਤੱਕ ਪੂਰੀ ਦੀ ਪੂਰੀ ਬੈਲਟ ਆ, ਸਮਝਦੇ ਹੋ ਨਾ। ਸਭ ਤੋਂ ਉੱਪਰ ਪੰਜਾਬ ਹਿਮਾਲਿਆਜ਼ 'ਚ ਕੀ ਦੇਖਣ ਨੂੰ ਮਿਲਦਾ ਹੈ? ਟਰਾਂਸ ਹਿਮਾਲਿਆਜ਼। ਉਸ ਤੋਂ ਬਾਅਦ ਗ੍ਰੇਟ ਹਿਮਾਲਿਆਜ਼, ਫਿਰ ਮਿਡਲ ਔਰ ਲੈਸਰ। ਕਈ ਲੋਕ ਮਿਡਲ ਕਹਿੰਦੇ ਆ, ਕੋਈ ਲੈਸਰ ਕਹਿੰਦਾ ਹੈ। ਉਸ ਤੋਂ ਬਾਅਦ ਸ਼ਿਵਾਲਿਕ। ਜਦੋਂ ਮੈਂ ਪੰਜਾਬ ਹਿਮਾਲਿਆਜ਼ ਪੜ੍ਹਾ ਰਿਹਾ ਤਾਂ ਮੇਰੀ ਇੱਕ ਜ਼ਿੰਮੇਵਾਰੀ ਬਣਦੀ ਹੈ ਕਿ ਮੈਨੂੰ ਸਾਰਾ ਪਤਾ ਹੋਵੇ ਕਿ ਉੱਪਰਲੇ ਪਾਸੇ ਕਾਰਾਕੋਰਮ ਰੇਂਜ ਵੀ ਹੈਗੀ ਆ, ਉਸ ਤੋਂ ਬਾਅਦ ਲਦਾਖ ਰੇਂਜ ਆ, ਉਸ ਤੋਂ ਬਾਅਦ ਕਿਹੜੀ ਆ? ਜਸਕਰ ਰੇਂਜ ਆ, ਉਸ ਤੋਂ ਬਾਅਦ ਚਲੋ ਜਿਹੜੀ ਉਹ ਆ ਕੈਲਾਸ਼ ਮਾਨਸਰੋਵਰ ਤਾਂ ਪਰਾਂ ਨੂੰ ਚਲ ਜਾਂਦੀ ਹੈ। ਉਹ ਪੰਜਾਬ ਹਿਮਾਲਿਆਜ਼ ਦੀ ਕੈਟੇਗਰੀ 'ਚ ਆਉਂਦੀ ਨਹੀਂ, ਕਿਉਂਕਿ ਉਹ ਥੋੜੀ ਜਿਹੀ ਪਰਾਂ ਖਿਸਕ ਜਾਂਦੀ ਹੈ। ਉਸ ਤੋਂ ਬਾਅਦ ਆ ਗਈ ਗ੍ਰੇਟ ਹਿਮਾਲਿਆਜ਼, ਫਿਰ ਉਸ ਤੋਂ ਬਾਅਦ ਪੀਰ ਪੰਜਾਲ, ਫਿਰ ਉਸ ਤੋਂ ਬਾਅਦ ਧੌਲਾਧਰ। ਇਹ ਬਿਲਕੁਲ ਜਦੋਂ ਆਪਾਂ ਪੰਜਾਬ ਹਿਮਾਲਿਆਜ਼ ਨੂੰ ਵੰਡਦੇ ਆ ਨਾ, ਤਾਂ ਆਹ ਸਾਰੀਆਂ, ਕੈਲਾਸ਼ ਥੋੜੀ ਜਿਹੀ ਪਰਾਂ ਖਿਸਕ ਜਾਂਦੀ ਹੈ, ਬਾਕੀ ਸਾਰੀਆਂ ਪਹਾੜੀਆਂ ਪੰਜਾਬ ਹਿਮਾਲਿਆਜ਼ ਦੀ। ਇਸ ਤੋਂ ਥੱਲੇ ਆ ਜਾਂਦੀ ਹੈ ਸ਼ਿਵਾਲਿਕ। ਸ਼ਿਵਾਲਿਕ ਦੀ ਤਾਂ ਉਮਰ ਹੀ ਇੰਨੀ ਕਾ ਕਿ ਪੰਜਾਬ ਨਿਕਲ ਕੇ ਬਸ ਅੱਗੇ ਹਿਮਾਚਲ ਤੱਕ ਜਾਂਦੇ ਜਾਂਦੇ ਖਤਮ।
ਇਹ ਉੱਥੋਂ ਤੱਕ ਵੀ ਨਹੀਂ ਪਹੁੰਚ ਪਾਉਂਦੇ ਪਹਾੜ, ਆ ਜਿਹੜੇ ਸ਼ਿਵਾਲਿਕ ਦੇ ਪਹਾੜ ਆ ਉੱਤਰਾਖੰਡ ਤੱਕ, ਬਸ ਉੱਥੋਂ ਤੱਕ ਜਾਂਦੇ ਜਾਂਦੇ ਇਹਨਾਂ ਦਾ ਅਸਤਿਤਵ ਖਤਮ ਹੋ ਜਾਂਦਾ ਹੈ ਮਿੱਟੀ ਦੇ ਪਹਾੜਾਂ ਦਾ। ਤਾਂ ਇਹ ਤਾਂ ਤੁਹਾਨੂੰ ਸਿਰਫ ਪੰਜਾਬ 'ਚ ਮਿਲਣਗੇ। ਪਾਕਿਸਤਾਨ ਦਾ ਮੋਰੀ ਦਾ ਇਲਾਕਾ, ਪੰਜਾਬ ਦਾ ਇਲਾਕਾ, ਹਿਮਾਚਲ ਦਾ ਇਲਾਕਾ, ਬਸ ਹਿਮਾਚਲ ਤੋਂ ਅੱਗੇ ਜਾ ਕੇ ਇਹਨਾਂ ਦੀ ਉਮਰ ਖਤਮ ਆ। ਫਿਰ ਉੱਪਰ ਪੱਟੀ ਆਹੀ ਚੱਲਦੀ ਹੈ ਬਸ ਗ੍ਰੇਟ ਹਿਮਾਲਿਆਸ ਵਾਲੀ। ਖੈਰ ਹੁਣ ਦੇਖੋ ਦੋ ਰੇਂਜਿਸ, ਪੀਰ ਪੰਜਾਲ ਦੀ ਰੇਂਜ ਤੇ ਇੱਕ ਕਿਹੜੀ ਆ ਧੌਲਾਧਾਰ। ਇਹ ਦੋਵੇਂ ਰੇਂਜਾਂ ਪੰਜਾਬ 'ਚ ਹੈਗੀਆਂ ਨਾ। ਜੇ ਮੈਂ ਪੱਛਮ ਤੋਂ ਪੂਰਬ ਵੱਲ ਲਾਵਾਂ ਤਾਂ ਇਹ ਦੋਵੇਂ ਰੇਂਜਿਸ ਕੀ ਪੰਜਾਬ 'ਚ ਨਹੀਂ ਆਉਂਦੀਆਂ ਤਾਂ ਕਿਉਂ ਨਾ ਮੈਂ ਇਹਨਾਂ ਦੋਵਾਂ ਰੇਂਜਿਸ ਬਾਰੇ ਪੜਾਵਾਂ। ਧੌਲਾਧਾਰ ਲੈਸਰ ਹਿਮਾਲਿਆਸ ਦਾ ਪਾਰਟ ਆ। ਹੁਣ ਦੇਖੋ ਟੈਕਨੀਕਲੀ ਜਿੱਥੇ ਮਿਡਲ ਸ਼ਬਦ ਵੀ ਲਿਖਿਆ ਉੱਥੇ ਵੀ ਮੈਂ ਉਹਨੂੰ ਲੈਸਰ ਕਹਿ ਰਿਹਾ, ਤਾਂ ਕਿ ਤੁਹਾਡੇ ਜੋ ਕੋਈ ਕੱਲ ਨੂੰ ਇਹ ਨਾ ਕਹਦੇ ਸਰ ਮੈਨੂੰ ਕਿਸੇ ਕਿਤਾਬ 'ਚ ਮਿਡਲ ਹਿਮਾਲਿਆਸ ਨੂੰ ਲੈਸਰ ਹਿਮਾਲਿਆਸ ਲਿਖਿਆ ਮਿਲਿਆ, ਉਹ ਗਲਤ ਆ ਕਿ ਆਪਣੇ ਵਾਲਾ ਗਲਤ ਆ। ਸੋ ਇਹ ਹਿਮਾਚਲ ਦੇ ਵਿੱਚ ਆ ਜ਼ਿਆਦਾਤਰ ਇੱਥੇ ਹਨੂਮਾਨ ਟਿੱਬਾ। ਪੇਪਰ 'ਚ ਇਹੋ ਜਿਹੇ ਸਵਾਲ ਬਹੁਤ ਆਉਣਗੇ ਕਿ ਬਈ ਧੌਲਾਧਾਰ ਰੇਂਜ ਜਿਹੜੀ ਆ, ਧੌਲਾਧਾਰ ਸ਼ੰਖਲਾ ਜਿਹੜੀ ਕਿ ਗ੍ਰੇਟ ਹਿਮਾਲਿਆਸ ਤੋਂ ਥੱਲੇ ਆ, ਉੱਥੋਂ ਦੀ ਸਭ ਤੋਂ ਉੱਚੀ ਚੋਟੀ ਕਿਹੜੀ ਆ। ਕਿਉਂਕਿ ਮੈਂ ਅਕਸਰ ਕਹਿੰਦਾ ਹੁੰਦਾ ਕਿ ਇਹ ਪੂਰੀ ਦੀ ਪੂਰੀ ਆ ਹਿਮਾਲਿਆ, ਇਹ ਇੱਕ ਰੇਂਜ ਹੁੰਦੀ ਆ, ਇਸ ਰੇਂਜ 'ਚ ਆਹ ਵਾਲੀ ਚੋਟੀ ਸਭ ਤੋਂ ਉੱਚੀ ਚੋਟੀ ਆ। ਪੇਪਰ 'ਚ ਪੁੱਛਣ ਵਾਲਾ ਸਵਾਲ ਐਵੇਂ ਪੁੱਛਦਾ ਹੈ ਕਿ ਫਲਾਣੀ ਸ਼ੰਖਲਾ ਦੀ ਸਭ ਤੋਂ ਉੱਚੀ ਚੋਟੀ ਕਿਹੜੀ ਆ, which is highest peak of that particular mountain range, ਕਿ ਉਸ ਵਿਸ਼ੇਸ਼ ਪਰਬਤੀ ਸ਼ੰਖਲਾ ਦੀ ਸਭ ਤੋਂ ਉੱਚੀ ਚੋਟੀ ਦੱਸੋ ਕਿਹੜੀ ਆ। ਸੋ ਇਹਨਾਂ ਸਵਾਲਾਂ ਦੇ ਟ੍ਰੈਪ 'ਚ ਨਾ ਪੈ ਜਿਓ। ਤਾਂ ਸਭ ਤੋਂ ਪਹਿਲਾਂ ਮੈਂ ਧੌਲਾਧਾਰ, ਤੇ ਇੱਕ ਗੱਲ ਹੋਰ, ਜਦੋਂ ਵੀ ਤੁਹਾਨੂੰ ਇਹ PDF ਜਿਹੜੀ ਆ ਇਹ ਤੁਹਾਡੇ ਕੋਰਸ ਦੀ ਜਿਹੜੀ ਲੈਕਚਰ ਆ ਉਹਦੇ 'ਚ ਅਪਲੋਡ ਹੋ ਚੁੱਕੀ ਹੈ, ਕੱਲ ਰਾਤੀ ਹੀ ਅਪਲੋਡ ਹੋ ਗਈ ਆ, ਠੀਕ ਆ। ਜੇ ਕਿਸੇ ਨੂੰ ਲੱਗਦਾ ਹੈ ਕਿ ਉਹ ਆਪਣੇ ਫੈਕਟਸ ਨੂੰ ਹੋਰ ਦਰੁਸਤ ਕਰਨਾ ਚਾਹੁੰਦਾ ਹੈ, ਆਪਣੀ ਕਿਤਾਬ ਦੇ ਨੋਟਸ ਅਪਗ੍ਰੇਡ ਕਰਨਾ ਚਾਹੁੰਦਾ ਹੈ, ਤਾਂ ਕਾਈਂਡਲੀ ਇਹ PDF ਨੂੰ ਆਰਾਮ ਨਾਲ ਪੜ੍ਹ ਕੇ ਉੱਥੋਂ ਅਪਗ੍ਰੇਡ ਕਰ ਸਕਦਾ ਹੈ। ਨੈਕਸਟ ਉਸ ਤੋਂ ਬਾਅਦ ਆ ਗਈ ਆਪਣੇ ਕੋਲ ਪੀਰ ਪੰਜਾਲ। ਪੀਰ ਪੰਜਾਲ ਜਿਹੜੀ ਆ ਉਹਦੀ ਇੰਦਰਾ ਸੇਨ ਹਿਮਾਚਲ ਦੇ ਵਿੱਚ ਇਹ ਹਾਈਐਸਟ ਪੀਕ ਆ, ਮੋਸਟ ਇੰਪੋਰਟੈਂਟ, ਤੇ ਇਹਦੀ ਹਾਈਟ ਹੈਗੀ ਆ 6221 ਮੀਟਰ। ਪੇਪਰ 'ਚ ਇਹੀ ਆਊਗਾ ਕਿ ਪੀਰ ਪੰਜਾਲ ਦੀਆਂ ਪਹਾੜੀਆਂ ਦੀ ਸਭ ਤੋਂ ਉੱਚੀ ਚੋਟੀ ਕਿਹੜੀ ਹੈ। ਹੁਣ ਤੁਹਾਨੂੰ ਮੈਂ ਕਨਸੈਪਟ ਤਾਂ ਦੱਸਦੇ ਸੀ, ਅੱਜ ਤਾਂ ਮੈਂ ਤੁਹਾਨੂੰ ਬਸ ਇੱਕੋ ਗੱਲ ਕਹਿ ਰਿਹਾ ਕਿ ਅੱਜ ਵਾਲੇ ਚੈਪਟਰਾਂ 'ਚ ਬਹੁਤ ਸਾਰਾ ਰੱਟਾ ਹੋਊਗਾ ਕਿ ਬਈ ਪੀਰ ਪੰਜਾਲ ਦੀ ਹਾਈਐਸਟ ਪੀਕ ਕਿਹੜੀ ਆ, ਧੌਲਾਧਾਰ ਜਿਹੜੀ ਆ ਉਹਦੀ ਹਾਈਐਸਟ ਪੀਕ ਕਿਹੜੀ ਆ। ਤਾਂ ਦੇਖੋ ਆ ਕੁਛ ਸਾਨੂੰ ਨਾ ਇੱਕ ਮੈਪ ਮੈਂ ਥੱਲੇ ਲਾਤਾ ਕਿ ਜਦੋਂ ਆਪਾਂ ਓਵਰਆਲ ਗੱਲ ਕਰਦੇ ਆ ਤਾਂ ਓਵਰਆਲ ਤੁਸੀਂ ਦੇਖੋ ਜਿਹੜੇ ਟਰਾਂਸ ਹਿਮਾਲਿਆਸ ਆ ਉਹਨਾਂ ਦਾ ਮੈਂ ਜ਼ਿਕਰ ਹੀ ਨਹੀਂ ਕੀਤਾ। ਜੇ ਕੋਈ ਮੈਨੂੰ ਕਹੇ ਕਿ ਸਰ ਤੁਸੀਂ ਜਸਕਰ ਦੀ ਹਾਈਐਸਟ ਪੀਕ ਨਹੀਂ ਦੱਸੀ, ਤੁਸੀਂ ਲਦਾਖ ਦੀ ਹਾਈਐਸਟ ਪੀਕ ਨਹੀਂ ਦੱਸੀ, ਜਾਂ ਤੁਸੀਂ ਕਾਰਾਕੋਰਮ ਰੇਂਜ ਦੀ ਹਾਈਐਸਟ ਪੀਕ ਨਹੀਂ ਦੱਸੀ, ਤਾਂ ਤੁਸੀਂ ਯਾਦ ਕਰੋ ਇਹਨਾਂ ਦੀ ਹਾਈਐਸਟ ਪੀਕ ਮੈਂ ਪਿਛਲੇ ਲੈਕਚਰ 'ਚ ਦੱਸ ਚੁੱਕਿਆ ਕਿ ਜਸਕਰ ਦੀ ਹਾਈਐਸਟ ਪੀਕ ਕਿਹੜੀ ਆ, ਕੈਲਾਸ਼ ਮਾਊਂਟੇਨਸ ਦੀ ਹਾਈਐਸਟ ਪੀਕ ਆ ਮਾਊਂਟ ਕੈਲਾਸ਼। ਤਾਂ ਹਰ ਇੱਕ ਆਪਾਂ ਫੈਕਟ ਜਿਹੜਾ ਹੈ ਆਲਰੇਡੀ ਪਿੱਛੇ ਕਵਰ ਕਰ ਚੁੱਕੇ ਆ। ਸੋ ਜੇ ਮੈਂ ਸਾਰੀਆਂ ਪੀਕਸ ਨੂੰ ਇੱਕ ਲਾਈਨ 'ਚ ਲਾਵਾਂ ਤਾਂ ਤੁਸੀਂ ਆਪ ਦੇਖੋ ਕਿ ਕਿਹੜੀ ਕਿਹੜੀ ਪੀਕ ਜਿਹੜੀ ਆ ਸਭ ਤੋਂ ਹਾਈਐਸਟ ਪੀਕ ਬਣਦੀ ਆ, ਉਹ ਮੈਂ ਇੱਥੇ ਫੈਕਟ ਜਿਹੜਾ ਹੈ ਉਹ ਦੱਸਦਾ, ਠੀਕ ਆ। ਹੁਣ ਸਭ ਤੋਂ ਇੰਪੋਰਟੈਂਟ ਗੱਲ ਇੱਥੇ ਇੱਕ ਹੋਰ ਆ, ਇਸੇ ਪੰਜਾਬ ਹਿਮਾਲਿਆਸ ਦੇ ਵਿੱਚ ਸਲਤੋਰਾ ਕਾਂਗੜੀ, ਇਹ ਵੀ ਲਾਈਨ ਆਫ ਕੰਟਰੋਲ ਦੇ ਨੇੜੇ ਇੱਕ ਛੋਟੀ ਜੀ ਮਾਊਂਟੇਨ ਰੇਂਜ ਆ ਜਿੱਥੇ ਕਿ ਇੰਡੀਆ ਦਾ ਸਭ ਤੋਂ ਉੱਚਾ ਕੰਟਰੋਲ ਆ, ਠੀਕ ਆ। ਤੇ ਇਹ ਲਾਈਨ ਆਫ ਕੰਟਰੋਲ ਮਤਲਬ ਕਿ ਜਿੱਥੇ ਭਾਰਤ ਤੇ ਪਾਕਿਸਤਾਨ ਦੇ ਵਿੱਚ ਜਿਹੜੀ ਉਹ ਲਾਈਨ ਆਫ ਕੰਟਰੋਲ ਬਣੀ ਹੋਈ ਆ, ਉੱਥੋਂ ਦੀ ਇੱਕ ਮਾਊਂਟੇਨ ਰੇਂਜ ਆ ਸਲਤੋਰਾ ਕਾਂਗੜੀ। ਇਸ ਤੋਂ ਬਿਨਾ ਇੱਕ ਗੱਲ ਹੋਰ ਆ ਨੰਗਾ ਪਰਬਤ, ਇਹ ਬੇਸਿਕਲੀ ਇਹ ਵੀ ਆਪਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਕਾਰਾਕੋਰਮ ਰੇਂਜ ਦੇ ਵਿੱਚ ਇਹ ਹਾਈਐਸਟ ਪੀਕ ਦੀ ਕੈਟੇਗਰੀ ਦੇ ਵਿੱਚ ਆਉਂਦੀ ਹੈ ਵੀ, ਠੀਕ ਆ। K2 ਗੋਡਵਿਨ ਅਸਟਿਨ ਜਿਹਨੂੰ ਆਪਾਂ ਕਹਿੰਦੇ ਆ, ਠੀਕ ਆ। ਇਸ ਪੀਕ ਦੀ ਇਹ ਵੀ ਉਹਦੇ 'ਚ ਹੀ ਆ, ਆਪਣੀ ਪੰਜਾਬ ਹਿਮਾਲਿਆਸ 'ਚ ਹੀ ਆ, ਵੀ ਟਰਾਂਸ ਹਿਮਾਲਿਆਸ 'ਚ ਆਉਂਦੀ ਆ। ਤੇ ਗੋਡਵਿਨ ਅਸਟਿਨ ਦਾ ਅਸਲੀ ਨਾਮ ਜਦੋਂ ਇਹ ਲੱਭੀ ਸੀ ਉਦੋਂ ਨਾਮ ਇਹਦਾ ਕੀ ਸੀਗਾ, K2। ਤੇ ਇਹ ਵੀ ਕਾਰਾਕੋਰਮ ਰੇਂਜ 'ਚ ਆ ਤੇ ਇਹ ਦੁਨੀਆ ਦੀ ਸੈਕਿੰਡ ਹਾਈਐਸਟ ਪੀਕ ਆ। ਸਭ ਨੂੰ ਪਤਾ ਇਹ ਗੱਲ ਕਿ ਦੁਨੀਆ ਦੀ ਸੈਕਿੰਡ ਹਾਈਐਸਟ ਪੀਕ ਇਸ ਕਰਕੇ ਆ ਕਿਉਂਕਿ ਇਹ ਜਿਹੜੀ ਦੁਨੀਆ ਦੀ ਫਸਟ ਹਾਈਐਸਟ ਪੀਕ ਆ ਉਹ ਮਾਊਂਟ ਐਵਰੈਸਟ ਆ, ਤੇ ਉਹ ਆਪਣੇ ਪੰਜਾਬ ਦੇ ਹਿਮਾਲਿਆਸ 'ਚ ਨਹੀਂ ਆਉਂਦੀ। ਉਹਨੂੰ ਮੈਂ ਪਤਾ ਕਿੱਥੇ ਪੜਾਉਂਗਾ, ਨੇਪਾਲ ਦੇ ਹਿਮਾਲਿਆਸ 'ਚ ਜਾ ਕੇ, ਕਿਉਂਕਿ ਉਹ ਨੇਪਾਲ ਦੇ ਹਿਮਾਲਿਆਸ ਦੀ ਕੈਟੇਗਰੀ 'ਚ ਆਉਂਦੀ ਹੈ। ਤੇ ਆਪਾਂ ਤੇ ਉਹਦੀ ਹਾਈਟ ਵੀ ਦੱਸ ਚੁੱਕੇ ਹਾਂ ਕਿ ਉਹਦੀ ਹਾਈਟ ਕਿੰਨੀ ਆ। ਸੋ K2 ਜਿਹਨੂੰ ਕਿ ਆਪਾਂ ਗੋਡਵਿਨ ਅਸਟਿਨ ਕਹਿੰਦੇ ਆ, ਇਹ ਵੀ ਸਭ ਤੋਂ ਹਾਈਐਸਟ ਪੀਕ ਆ। ਸੋ ਇਹ ਵੀ ਆਪਾਂ ਨੂੰ ਪੇਪਰ 'ਚ ਆ ਸਕਦੀ ਹੈ, ਠੀਕ ਆ। ਉਸ ਤੋਂ ਬਾਅਦ ਨੈਕਸਟ ਪੰਜਾਬ ਹਿਮਾਲਿਆਸ 'ਚ ਇੱਕ ਇਹੋ ਜੀ ਗੱਲ ਜੋ ਪੰਜਾਬ ਦੇ ਪੇਪਰ ਆਫ ਪੁਆਇੰਟ ਆਫ ਵਿਊ ਨਾਲ ਬਹੁਤ ਇੰਪੋਰਟੈਂਟ ਹੈ। ਇਹ ਕੋਈ ਹਾਈਐਸਟ ਪੀਕ ਨਹੀਂ ਗੀ, ਇਹ ਆ ਨੈਣਾ ਦੇਵੀ ਦੀ ਉਚਾਈ। ਨੈਣਾ ਦੇਵੀ ਪੰਜਾਬ ਦੇ ਵਿੱਚ ਇੱਕ ਮਾਊਂਟੇਨ ਰੇਂਜ ਆ, ਠੀਕ ਆ, ਜਿੱਥੇ ਕਿ ਇੱਕ ਮੰਦਿਰ ਜਿਹੜਾ ਇਹ 8ਵੀਂ ਸੈਂਚਰੀ 'ਚ ਬਣਾਇਆ ਸੀ ਉਸ ਵੇਲੇ ਦੇ ਰਾਜੇ ਨੇ, ਮੈਨੂੰ ਉਸ ਰਾਜੇ ਦਾ ਰਾਜਾ ਵੀਰ ਚੰਦ।
ਰਾਜਾ ਭੀਰ ਚੰਦ ਜੀ ਦੁਆਰਾ 8th ਸੈਂਚਰੀ ਦੇ ਵਿੱਚ ਇੱਕ ਮੰਦਿਰ ਬਣਵਾਇਆ ਗਿਆ ਸੀਗਾ ਤੇ ਇਹ ਸ਼ਿਵਾਲਿਕ ਰੇਂਜ ਦੇ ਵਿੱਚ ਆ, ਠੀਕ ਆ। ਤੇ ਇੱਥੋਂ ਦੀ ਜਿਹੜੀ ਚੋਟੀ ਨੈਣਾ ਦੇਵੀ ਆ, ਜਿਹੜੀ ਕਿ ਪੰਜਾਬ ਦੇ ਵਿੱਚ ਇੱਕ ਇਤਿਹਾਸਿਕ ਕਹਾਣੀ ਦੇ ਨਾਲ ਵੀ ਜੁੜੀ ਹੋਈ ਆ, ਬਟ ਇਹ ਜਿਹੜਾ ਮੰਦਿਰ ਆ ਇਹ ਤਾਂ ਇੱਕ ਸਪਿਰਿਚੁਅਲ ਤੇ ਇੱਕ ਇਤਿਹਾਸਿਕ ਮੰਦਿਰ ਆ, ਠੀਕ ਆ, ਨੈਣਾ ਦੇਵੀ ਦਾ। ਤੇ ਇਹਦੀ ਹਾਈਟ ਜਿਹੜੀ ਆ ਉਹ 1100 ਲਿਖੀ ਹੋਈ ਇੱਥੇ, ਹਾਂ 1100 ਮੀਟਰ ਆ ਸੀ ਲੈਵਲ ਤੋਂ। ਸੋ ਪੰਜਾਬ ਹਿਲਸ ਨਾਲ ਰਿਲੇਟਡ ਜਿੰਨੇ ਵੀ ਫੈਕਟ ਨੇ, ਚਾਹੇ ਉਹ ਟਰਾਂਸ ਹਿਮਾਲਿਆਸ ਦੇ ਆ, ਚਾਹੇ ਉਹ ਹਿਮਾਲਿਆਸ ਦੇ ਆ, ਤੇ ਚਾਹੇ ਉਹ ਥੱਲੇ ਨੂੰ ਆ ਕੇ ਆ, ਮੈਂ ਇੱਕ ਕੋਸ਼ਿਸ਼ ਕੀਤੀ ਆ ਕਿ ਉਹ ਸਾਰਾ ਕੁਝ ਕਵਰ ਕਰਾਂ। ਇਸ ਤੋਂ ਬਾਅਦ ਆ ਗਏ ਅੱਗੇ ਆਪਣੇ ਕੋਲ ਦੂਸਰੀ ਕੈਟੇਗਰੀ ਦੇ ਹਿਮਾਲਿਆਸ। ਹੁਣ ਤੁਸੀਂ ਪੱਛਮ ਤੋਂ ਪੂਰਬ ਵੱਲ ਜਾਈ ਜਾਓ, ਤੁਹਾਨੂੰ ਸਭ ਤੋਂ ਪਹਿਲਾਂ ਹਿਮਾਲਿਆਸ ਮਿਲਨੇ ਸੀ ਕਿਹੜੇ? ਪੰਜਾਬ, ਕਵਰ ਕਰ ਲਏ। ਇਸ ਤੋਂ ਬਾਅਦ ਮਿਲਨੇ ਸੀ ਹਿਮਾਚਲ ਤੇ ਉੱਤਰਾਖੰਡ ਦੇ ਹਿਮਾਲਿਆਸ। ਹਿਮਾਚਲ ਐਂਡ ਉੱਤਰਾਖੰਡ ਵਾਸਤੇ ਜਿਹੜਾ ਨਾਮ ਇਹ ਵਰਤਦੇ ਆ ਉਹਨੂੰ ਕਹਿੰਦੇ ਕਮਾਓ ਹਿਲਸ। ਇਸ ਕਰਕੇ ਦੂਜੀ ਕੈਟੇਗਰੀ 'ਚ ਜਿਹੜੇ ਹਿਮਾਲਿਆਸ ਆਉਣਗੇ ਉਹ ਨੇ ਹਿਮਾਚਲ ਐਂਡ ਕਮਾਓ ਹਿਲਸ। ਤੀਸਰੀ ਕੈਟੇਗਰੀ 'ਚ ਮੈਂ ਹਿਮਾਲਿਆਸ ਪੜਾਉਂਗਾ ਉਹ ਨੇ ਨੇਪਾਲ ਹਿਮਾਲਿਆਸ। ਇਸ ਤੋਂ ਬਾਅਦ ਹਲਕਾ ਜਿਹਾ ਟੱਚ ਆਊਗਾ ਸਿੱਕਿਮ ਹਿਮਾਲਿਆਸ ਦਾ, ਤੇ ਉਸ ਤੋਂ ਬਾਅਦ ਡਿਟੇਲ 'ਚ ਆਉਣਗੇ ਪੂਰਵਾਂਚਲ ਦੇ, ਜਿਨ੍ਹਾਂ ਨੂੰ ਆਪਾਂ ਅਸਾਮ ਦੇ ਹਿਮਾਲਿਆਸ ਵੀ ਕਹਿ ਸਕਦੇ ਹਾਂ। ਆਈਦਰ ਆਪਾਂ ਉਹਨਾਂ ਨੂੰ ਅਰੁਣਾਚਲ ਜਾਂ ਪੂਰਵਾਂਚਲ ਦੇ ਹਿਮਾਲਿਆਸ ਕਹਿ ਸਕਦੇ ਹਾਂ। ਸੋ ਮੈਨੂੰ ਲੱਗਦਾ ਕਿ ਤੁਹਾਨੂੰ ਇਹ ਕੈਟੇਗਰਾਈਜੇਸ਼ਨ ਤਾਂ ਸਮਝ ਆ ਰਹੀ ਆ ਕਿ ਸਰ ਵੈਸਟ ਤੋਂ ਈਸਟ ਤੱਕ ਜਾਂਦੇ ਜਾਂਦੇ ਕਨਸੈਪਚੁਅਲ ਕਲੈਰਿਟੀ ਆ ਰਹੀ ਆ ਆਪਾਂ ਨੂੰ ਕਿ ਬਈ ਕਿਹੜੀ ਰੇਂਜ 'ਚ ਕਿਹੜੇ ਫੈਕਟ ਇੰਪੋਰਟੈਂਟ ਆ ਜੋ ਸਾਡੇ ਪੇਪਰਾਂ 'ਚ ਆ ਸਕਦੇ ਆ। ਆ ਜਾਓ ਜੀ, ਜੇ ਆਪਾਂ ਇਹਨਾਂ ਦੀ ਗੱਲ ਕਰੀਏ ਤਾਂ ਮੈਂ ਤੁਹਾਨੂੰ ਦੱਸਿਆ ਹੀ ਆ ਕਿ ਇਹ ਹਿਮਾਲਿਆਸ ਕਿੱਥੋਂ ਸ਼ੁਰੂ ਹੁੰਦੇ ਆ? ਸਤਲੁਜ ਤੋਂ ਲੈ ਕੇ ਉਹ ਇੱਕ ਨਦੀ ਆ ਨੇਪਾਲ ਦੇ ਵਿੱਚ ਸ਼ਾਰਦਾ, ਜਿਹਨੂੰ ਕਾਲੀ ਨਦੀ ਵੀ ਕਿਹਾ ਜਾਂਦਾ ਹੈ। ਇਹ ਨੇਪਾਲ ਦੇ ਬਾਰਡਰ ਤੱਕ ਵਿੱਚ ਜਿੰਨੇ ਵੀ ਆ ਇੰਡੀਆ ਦੀਆਂ 2 ਸਟੇਟਾਂ ਦੇ ਪਹਾੜ ਇਹਦੇ ਵਿੱਚ ਕਵਰ ਹੁੰਦੇ ਆ। ਇੰਡੀਆ ਤੋਂ ਉੱਪਰ ਤਿੱਬਤ ਵਾਲੇ ਪਾਸਿਓਂ ਜੇ ਦੇਖਿਆ ਜਾਵੇ ਤਾਂ ਕੈਲਾਸ਼ ਰੇਂਜ ਵੀ ਇਹਦੇ 'ਚ ਹੀ ਆਉਂਦੀ ਆ। ਇੰਡੀਆ ਦੇ ਸਾਰੇ ਹਿਮਾਚਲ ਦੇ ਪਹਾੜ ਤੇ ਇੰਡੀਆ 'ਚ ਸਾਰੇ ਉੱਤਰਾਖੰਡ ਦੇ ਪਹਾੜ ਉਹ ਸਾਰੇ ਇਸੇ ਰੇਂਜ 'ਚ ਕਵਰ ਹੁੰਦੇ ਆ, ਠੀਕ ਆ। ਤੇ ਇੱਕ ਗੱਲ ਹੋਰ, ਇਸ ਰੇਂਜ ਦੇ ਵਿੱਚ ਬਹੁਤ ਸਾਰੀਆਂ ਵੈਲੀਜ਼ ਬਣੀਆਂ ਹੋਈਆਂ ਨੇ, ਮਤਲਬ ਜਿਨ੍ਹਾਂ ਤੇ ਉੱਪਰੋਂ ਮਿੱਟੀ ਆਈ ਆ। ਗਲੇਸ਼ੀਅਰਸ ਦੀ ਮਿੱਟੀ ਨਹੀਂ ਆਈ, ਨੋਰਮਲ ਮਿੱਟੀ ਜਿਹੜੀ ਉੱਪਰੋਂ ਨਦੀਆਂ, ਜਦੋਂ ਨਦੀਆਂ ਜਿਹੜੀਆਂ ਨੇ ਉਹ ਮਿੱਟੀ ਨੂੰ ਉੱਪਰੋਂ ਖਿਸਕਾ ਕੇ ਥੱਲੇ ਲੈ ਕੇ ਆਈਆਂ, ਤੇ ਉਹਨਾਂ ਨਦੀਆਂ ਨੇ ਜਿਹੜੀ ਮਿੱਟੀ ਸੀਗੀ, ਹੁਣ ਦੇਖੋ ਹੋਇਆ ਕੀ, ਸਮਝਣ ਦੀ ਕੋਸ਼ਿਸ਼ ਕਰਿਓ। ਜਿਵੇਂ ਸਪੋਜ਼ ਕਰੋ ਕਿ ਇੱਕ ਜਗ੍ਹਾ ਤੇ ਇੱਕ ਨਦੀ ਵਗ ਰਹੀ ਸੀ, ਠੀਕ ਆ, ਉਸ ਨਦੀ ਦੇ ਅੱਗੇ ਪਹਾੜ ਆ ਗਿਆ, ਉਸ ਨਦੀ ਨੇ ਕੀ ਕੀਤਾ, ਆਪਣਾ ਵਹਿਣ ਐ ਮੋੜ ਲਿਆ, ਠੀਕ ਆ, ਮੇਰੀ ਗੱਲ ਸਮਝ ਗਏ? ਨਦੀ ਨੇ ਆਪਣਾ ਵਹਿਣ ਐਵੇਂ ਮੋੜ ਲਿਆ। ਸੋ ਇਹਦੇ ਕਰਕੇ ਕੀ ਹੋਇਆ ਕਿ ਅੱਗੇ ਜਿਹੜੀ ਨਦੀ ਸੀਗੀ ਉਹਨੇ ਜਦੋਂ ਨਦੀ ਇੱਕ ਵਾਰੀ ਆਪਣਾ ਵਹਿਣ ਮੋੜਦੀ ਆ ਤਾਂ ਉਹ ਇਸ ਜਗ੍ਹਾ ਤੇ ਬਹੁਤ ਸਾਰਾ ਡਿਪੋਜ਼ਿਟਸ ਇਕੱਠਾ ਕਰ ਦਿੰਦੀ ਹੈ। ਮਤਲਬ ਕਿ ਜਿੱਥੋਂ ਨਦੀ ਨੇ ਮੋੜ ਮੁੜਨਾ ਹੁੰਦਾ ਨਾ, ਤੇ ਪਿੱਛੋਂ ਨਦੀ ਜਦੋਂ ਆਪਣਾ ਮੋੜ ਮੁੜਦੀ ਹੈ ਤਾਂ ਨਦੀ ਕੋਲ ਇੰਨੀ એનર્ਜੀ ਨਹੀਂ ਹੁੰਦੀ, ਇਸ ਕਰਕੇ ਉਹ ਆਪਣੀ ਲਿਆਂਦੀ ਹੋਈ ਮਿੱਟੀ ਨੂੰ ਉੱਥੇ ਡਿਪੋਜ਼ਿਟ ਕਰ ਜਾਂਦੀ ਹੈ ਤੇ ਆਪ ਅੱਗੇ ਨੂੰ ਲੰਘ ਜਾਂਦੀ ਹੈ। ਉਹ ਨਦੀ ਜਿਹੜੀ ਆ ਆਪ ਅੱਗੇ ਲੰਘ ਜਾਂਦੀ ਹੈ। ਤਾਂ ਹੌਲੀ ਹੌਲੀ ਕੀ ਹੁੰਦਾ ਹੈ ਕਿ ਇਸ ਪਹਾੜ ਦੇ ਨੇੜੇ ਇੱਥੇ ਬਹੁਤ ਸਾਰੀ ਮਿੱਟੀ ਡਿਪੋਜ਼ਿਟ ਹੁੰਦੀ ਜਾਂਦੀ ਹੈ, ਤੇ ਨਦੀ ਦਾ ਆਪਣਾ ਰਾਹ ਜਿਹੜਾ ਹੈ ਉਹ ਆ ਹੋ ਜਾਂਦਾ ਹੈ। ਨਦੀ ਦਾ ਰਾਹ ਹੋ ਗਿਆ ਤੇ ਆਹ ਮਿੱਟੀ ਜਿਹੜੀ ਆ ਇਹ ਪਹਾੜਾਂ ਦੇ ਨੇੜੇ ਹੌਲੀ ਹੌਲੀ ਵੈਲੀ ਤਾਂ ਚੱਕੀ ਗਈ। ਇਸ ਤਰੀਕੇ ਦੀਆਂ ਬਹੁਤ ਸਾਰੀ ਜਗ੍ਹਾ ਤੇ ਜਿਹੜੀਆਂ ਵੈਲੀਜ਼ ਨੇ, ਖਾਈਆਂ ਨੇ, ਉਹ ਉੱਪਰ ਨੂੰ ਉੱਠੀਆਂ ਹੋਈਆਂ ਨੇ। ਇਹ ਕੋਈ 1 ਜਾਂ 2 ਜਾਂ 20 ਜਾਂ 1000 ਸਾਲਾਂ 'ਚ ਨਹੀਂ ਬਣੀਆਂ, ਇੱਕ ਲੰਮਾ ਪ੍ਰੋਸੈਸ ਆ। ਇਹ ਵੈਲੀਜ਼ ਤੁਹਾਨੂੰ ਪਤਾ ਕਿੱਥੇ ਮਿਲਣਗੀਆਂ? ਜਦੋਂ ਇਹ ਨਦੀਆਂ ਪਹਾੜਾਂ ਤੋਂ ਥੱਲੇ ਉਤਰ ਰਹੀਆਂ, ਤੇ ਜ਼ਿਆਦਾਤਰ ਸ਼ਿਵਾਲਿਕ ਦੇ ਗੇਟ 'ਚ। ਉੱਥੇ ਜਾ ਕੇ ਕਿਉਂ ਮਿਲਣਗੀਆਂ? ਕਿਉਂਕਿ ਜਦੋਂ ਤਾਂ ਨਦੀ ਉੱਪਰੋਂ ਥੱਲੇ ਆਉਂਦੀ ਆ ਉਦੋਂ ਤਾਂ ਹੁੰਦੀ ਆ ਬਹੁਤ ਤੇਜ਼, ਜਦੋਂ ਉੱਪਰਲੇ ਸਿੱਧੇ ਪਹਾੜਾਂ ਨੂੰ ਛੱਡ ਕੇ ਨਦੀ ਢਲਾਣ ਵਾਲੇ ਪਹਾੜਾਂ ਤੇ ਆ ਜਾਂਦੀ ਆ, ਉੱਥੇ ਨਦੀ ਦੀ ਸਪੀਡ ਵੀ ਇੰਨੀ ਨਹੀਂ ਰਹਿੰਦੀ। ਤੇ ਇੱਕ ਪ੍ਰੋਬਲਮ ਨਦੀ ਨੂੰ ਉੱਥੇ ਹੋਰ ਹੁੰਦੀ ਆ, ਜਦੋਂ ਤਾਂ ਨਦੀ ਉੱਪਰੋਂ ਥੱਲੇ ਨੂੰ ਆਉਂਦੀ ਆ ਉੱਥੇ ਤਾਂ ਨਦੀ ਕੋਲ એનર્ਜੀ ਬਹੁਤ ਹੁੰਦੀ ਹੈ, ਸਲੋਪ ਵੀ ਬਹੁਤ ਹੁੰਦੀ ਹੈ, ਤੇ ਜਦੋਂ ਨਦੀ ਥੱਲੇ ਆਈ ਜਾਂਦੀ ਹੈ, ਥੱਲੇ ਨੂੰ ਆਉਂਦੀ ਨਦੀ ਕੋਲ ਮਿੱਟੀ ਬਹੁਤ ਇਕੱਠੀ ਹੋ ਜਾਂਦੀ ਹੈ। ਇਸ ਕਰਕੇ ਬਹੁਤ ਵੱਧ ਸੰਭਾਵਨਾ ਹੁੰਦੀ ਹੈ ਕਿ ਨਦੀ ਆਪਣੀ ਸਾਰੀ ਮਿੱਟੀ ਜਿਹੜੀ ਆ ਉਹ ਥੱਲੇ ਸੈੱਟ ਕਰੂਗੀ ਆ ਕੇ, ਪਹਾੜਾਂ ਤੋਂ ਉਤਰ ਕੇ ਜਿੱਥੇ ਪਹਾੜ ਖਤਮ ਹੋਣ ਦੇ ਨੇੜੇ ਲੱਗਣਗੇ, ਖਤਮ ਨਹੀਂ ਹੋਏ ਹਜੇ, ਖਤਮ ਹੋਣ ਦੇ ਨੇੜੇ ਲੱਗਣਗੇ, ਉੱਥੇ ਜੇ ਨਦੀ ਨੂੰ ਇੱਕ ਬਹਾਨਾ ਵੀ ਮਿਲ ਜੇ ਨਾ ਮਿੱਟੀ ਉਤਾਰਨ ਦਾ, ਨਦੀ ਮਿੱਟੀ ਉਤਾਰ ਦਿੰਦੀ ਹੈ। ਤੇ ਇੱਥੇ ਇਸ ਤੋਂ ਵੱਡਾ ਬਹਾਨਾ ਕੀ ਹੋ ਸਕਦਾ ਕਿ ਨਦੀ ਦੇ ਅੱਗੇ ਪਹਾੜ ਆ ਗਿਆ ਤੇ ਨਦੀ ਨੂੰ ਮੁੜਨਾ ਪੈ ਗਿਆ। ਇਸ ਕਰਕੇ ਬਹੁਤ ਸਾਰੀ ਮਿੱਟੀ ਪਹਾੜਾਂ ਦੇ ਕੰਢਿਆਂ ਤੇ ਨਦੀ ਉਹਨਾਂ ਇਲਾਕਿਆਂ 'ਚ ਡਿਪੋਜ਼ਿਟ ਕਰ ਜਾਂਦੀ ਹੈ ਜਿਹੜੇ ਇਲਾਕੇ ਬਹੁਤ ਉੱਪਰ ਨਹੀਂ ਗਏ। ਤੁਸੀਂ ਕਹੋਗੇ ਸਰ ਉੱਪਰ ਇਹ ਪੋਸੀਬਿਲਿਟੀ ਕਿਉਂ ਨਹੀਂ? ਕਿਉਂਕਿ ਉੱਪਰਲੇ ਪਹਾੜ ਬਿਲਕੁਲ ਸਿੱਧੇ ਆ, ਤੇ ਸਿੱਧੇ ਪਹਾੜਾਂ ਤੋਂ ਨਦੀ ਦੀ ਸਪੀਡ ਹੀ ਇੰਨੀ ਹੁੰਦੀ ਆ ਕਿ ਜੇ ਨਦੀ ਨੂੰ ਮੋੜ ਵੀ ਮੁੜਨਾ ਪੈ ਜੇ, ਨਦੀ ਆਪਣੀ ਮਿੱਟੀ ਨੂੰ ਨਾਲ ਛੱਡਦੀ ਨਹੀਂ।
ਉਹਦੀ ਵਜ੍ਹਾ ਇਹ ਆ ਕਿ ਇੱਕ ਤਾਂ ਉੱਪਰੋਂ ਮਿੱਟੀ ਬਹੁਤ ਘੱਟ ਇਕੱਠੀ ਹੋਈ ਹੁੰਦੀ ਹੈ ਤੇ ਇੱਕ ਨਦੀ ਦੀ ਸਪੀਡ ਬਹੁਤ ਤੇਜ਼ ਹੁੰਦੀ ਹੈ। ਥੱਲੇ ਆਉਂਦੇ ਆਉਂਦੇ ਨਦੀ ਦੀ ਸਪੀਡ ਵੀ ਘਟ ਜਾਂਦੀ ਹੈ ਤੇ ਮਿੱਟੀ ਵੀ ਜ਼ਿਆਦਾ ਇਕੱਠੀ ਹੁੰਦੀ ਹੈ। ਇਹਨਾਂ ਪਹਾੜੀ ਇਹ ਵੈਲੀਜ਼, ਇਹ ਉਹ ਖਾਈਆਂ ਜਿਹੜੀਆਂ ਪਹਾੜਾਂ ਦੇ ਕੰਢੇ ਤੇ ਆ, ਇਹਨਾਂ ਦੇ ਮਿੱਟੀ ਜੰਮਦੀ 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 ਇਹ ਬਹੁਤ ਉੱਚੇ ਟਿੱਬੇ ਬਣ ਗਏ ਤੇ ਇਹ ਸਾਨੂੰ ਪੂਰੇ ਦੇ ਪੂਰੇ ਹਿਮਾਲਿਆਸ ਦੇ ਵਿੱਚ ਮਿਲਦੇ ਆ। ਜਿੱਥੇ ਹਿਮਾਲਿਆਸ ਬਿਲਕੁਲ ਉੱਪਰ ਨਹੀਂ ਗਏ, ਕਾਫੀ ਥੱਲੇ ਆ ਜੋ ਆਪਾਂ ਹਿਮਾਲਿਆਸ ਦੇ, ਤੇ ਇਹਨਾਂ ਨੂੰ ਕਿਹਾ ਜਾਂਦਾ ਦੂਨਸ। ਕੀ ਕਿਹਾ ਜਾਂਦਾ ਹੈ? ਦੂਨਸ। ਇਸ ਤਰੀਕੇ ਦੇ ਦੂਨਾਂ ਤੇ ਅੰਗਰੇਜ਼ਾਂ ਨੇ ਬਹੁਤ ਸ਼ਹਿਰ ਵਸਾਏ। ਵੈਸੇ ਤਾਂ ਬਹੁਤ ਸ਼ਹਿਰ ਵਸਾਏ ਆ, ਕੋਟਲੀ ਹੋ ਗਿਆ, ਦੇਹਰਾ ਹੋ ਗਿਆ, ਪਰ ਤੁਸੀਂ ਸਭ ਤੋਂ ਵੱਧ ਮਸ਼ਹੂਰ ਦੇਹਰਾ ਨੂੰ ਜਾਣਦੇ ਹੋ, ਦੇਹਰਾਦੂਨ। ਇਹ ਜਿੰਨੇ ਵੀ ਦੂਨਸ ਨੇ ਇਹ ਵੀ ਲੌਂਗੀਟਿਊਡਨਲ ਦੇਸ਼ਾਂਤਰੀ ਖਾਈਆਂ ਨੇ, ਇਹ ਵੀ ਲੌਂਗੀਟਿਊਡਨਲ ਵੈਲੀਜ਼ ਨੇ ਜਿੱਥੇ ਨਦੀਆਂ ਦੀ ਲਿਆ ਕੇ ਮਿੱਟੀ ਡਿਪੋਜ਼ਿਟ ਹੋਈ ਆ। ਹੁਣ ਜੋ ਮੈਂ ਤੁਹਾਨੂੰ ਹੁਣ ਬੋਲ ਕੇ ਦੱਸਿਆ ਸਾਰਾ ਕੁਝ ਕਈ ਵਾਰੀ ਨੋਟਸ 'ਚ ਲਿਖਿਆ ਵੀ ਨਹੀਂ ਜਾਂਦਾ ਕਿ ਬਈ ਕਿਹੜੇ ਕਿਹੜੇ ਦੂਨ ਨੇ। ਤਾਂ ਦੇਹਰਾਦੂਨ ਸਭ ਤੋਂ ਤਗੜਾ ਦੂਨ ਆ ਤੇ ਇਹ ਨਦੀ ਜਿਹੜੀ ਆ 25 ਕਿਲੋਮੀਟਰ 20-25 ਕਿਲੋਮੀਟਰ ਦੀ ਚੜਾਈ ਦੇ ਵਿੱਚ ਅਪਰੋਕਸੀਮੇਟਲੀ, ਮਤਲਬ ਕਿ ਤੁਸੀਂ ਮੰਨ ਲਓ 30x30 ਦੇ ਸਕੁਅਰ ਦੇ ਵਿੱਚ ਨਦੀ ਨੇ ਆਪਣੀ ਮਿੱਟੀ ਖੰਡਾਈ ਹੁੰਦੀ ਆ। ਵੱਡੇ ਤੋਂ ਵੱਡਾ ਦੂਨ ਜੇ ਆਪਾਂ ਦੇਖੀਏ ਤਾਂ ਤੁਸੀਂ ਹਿਸਾਬ ਲਾ ਕੇ ਦੇਖੋ ਕਿ 30 ਕਿਲੋਮੀਟਰ ਇੱਧਰ ਨੂੰ ਤੇ 30 ਕਿਲੋਮੀਟਰ ਇੱਧਰ ਨੂੰ ਨਦੀ ਦੀ ਮਿੱਟੀ ਵਿਛ ਗਈ ਤੇ ਨਦੀ ਨੇ ਉਹਦੇ ਨਾਲੋਂ ਹੀ ਆਪਣਾ ਵਹਾਣ ਬਦਲ ਲਿਆ। ਠੀਕ ਆ, ਕਿਉਂਕਿ ਨਦੀ ਦੇ ਅੱਗੇ ਆਪਣੀ ਹੀ ਲਿਆਂਦੀ ਹੋਈ ਮਿੱਟੀ ਇਕੱਠੀ ਹੋ ਗਈ। ਤਾਂ ਨਦੀ ਥੱਲੇ ਆਉਂਦੀ ਆਉਂਦੀ ਇੰਨੀ ਸਪੀਡ 'ਚ ਵੀ ਹੈ ਨਹੀਂ ਕਿ ਨਦੀ ਜਿਹੜੀ ਆ ਉਸ ਦੂਣ ਨੂੰ ਕੱਟਦੇ ਹੋਣ, ਕਿਉਂਕਿ ਉਹ ਮਿੱਟੀ ਇੰਨੀ ਮਜ਼ਬੂਤ ਆ ਉਹਦੇ ਅੱਗੇ ਕਿ ਨਦੀ ਨੂੰ ਆਪਣਾ ਰਾਹ ਮੁੜਨਾ ਪੈ ਗਿਆ। ਜਿਹੜੀ ਉਹ ਮਿੱਟੀ ਉਹਦੇ ਅੱਗੇ ਇਕੱਠੀ ਹੋਈ ਆ ਉਹ ਵੀ ਨਦੀ ਨੇ ਆਪ ਹੀ ਇਕੱਠੀ ਕੀਤੀ ਹੈ। ਸੋ ਇਸ ਤਰੀਕੇ ਦੇ ਜਿੰਨੇ ਵੀ ਦੂਨਸ ਨੇ, ਠੀਕ ਆ, ਉਹ ਸਾਰੇ ਬਣੇ ਹੋਏ ਆ। ਕਈ ਜਗ੍ਹਾ ਤੇ ਕੀ ਹੁੰਦਾ ਹੈ, ਨਦੀ ਦਾ ਜ਼ੋਰ ਚੱਲ ਜਾਂਦਾ ਹੈ। ਨਦੀ ਨੇ ਦੂਣ ਤਾਂ ਬਣਾਉਣਾ ਹੁੰਦਾ ਹੈ, ਪਰ ਦੂਣ ਬਣਾਉਂਦੇ ਬਣਾਉਂਦੇ ਨਦੀ ਦਾ ਇੰਨਾ ਜ਼ੋਰ ਲੱਗ ਜਾਂਦਾ ਹੈ ਕਿ ਜਿਹੜੇ ਪਹਾੜ ਕਰਕੇ ਨਦੀ ਨੇ ਰਾਹ ਮੋੜਿਆ ਹੁੰਦਾ ਹੈ, ਨਦੀ ਇੰਨੀ ਤੇਜ਼ੀ ਨਾਲ ਉੱਥੋਂ ਲੰਘਦੀ ਆ ਕਿ ਨਦੀ ਉਸ ਪਹਾੜ ਨੂੰ ਹੀ ਕੱਟ ਜਾਂਦੀ ਹੈ। ਦੇਖੋ, ਜੇ ਤਾਂ ਨਦੀ ਪਹਾੜ ਦਾ ਜ਼ੋਰ ਚੱਲ ਗਿਆ ਤਾਂ ਨਦੀ ਨੂੰ ਪਹਾੜ ਨੇ ਮੋੜਤਾ ਤੇ ਨਦੀ ਨੂੰ ਉੱਥੇ ਮਿੱਟੀ ਡਿਪੋਜ਼ਿਟ ਕਰਨੀ ਪੈ ਗਈ। ਤੇ ਜੇ ਨਦੀ ਦਾ ਜ਼ੋਰ ਚੱਲ ਗਿਆ ਫਿਰ ਨਦੀ ਨੇ ਪਹਾੜ ਕੱਟ ਦੇਣਾ। ਤੇ ਜੇ ਸਪੋਜ਼ ਕਰੋ ਆਹ ਪਹਾੜ ਨਦੀ ਨੇ ਕੱਟਤਾ ਇੱਥੋਂ ਕਿ ਮੈਂ ਤੈਨੂੰ ਕ੍ਰਾਸ ਕਰਕੇ ਸਿੱਧਾ ਹੀ ਅੱਗੇ ਲੰਘਣਾ ਹੈ, ਤਾਂ ਜਿੱਥੋਂ ਇਹ ਪਹਾੜ ਕੱਟਿਆ ਗਿਆ ਉੱਥੇ ਬਣ ਜਾਂਦਾ ਹੈ ਦਰਾ, ਜਿਹਨੂੰ ਇੰਗਲਿਸ਼ 'ਚ ਕੀ ਕਹਿੰਦੇ ਆ, ਲਾ ਜਾਂ ਪਾਸ। ਚਾਈਨੀਜ਼ ਭਾਸ਼ਾ 'ਚ ਲਾ ਸ਼ਬਦ ਵਰਤਿਆ ਜਾਂਦਾ ਹੈ, ਪਰ ਇੰਗਲਿਸ਼ 'ਚ ਟਿਪੀਕਲੀ ਪਾਸ ਵਰਤਿਆ ਜਾਂਦਾ ਹੈ। ਸੋ ਜਿਵੇਂ ਆਪਣਾ ਰੋਹਤਾਂਗ ਪਾਸ ਹੋ ਗਿਆ, ਠੀਕ ਆ, ਲੀਪੂ ਲੇਖ ਪਾਸ ਹੋ ਗਿਆ, ਦੀਪੂ ਲਾ ਹੋ ਗਿਆ, ਬੋਮੀੜਾ ਲਾ ਹੋ ਗਿਆ, ਬਾਰਾ ਲੱਛਾ ਹੋ ਗਿਆ। ਇਹ ਜਿੰਨੇ ਵੀ ਦਰੇ ਨੇ, ਜਿੰਨੇ ਵੀ ਪਾਸਿਸ ਨੇ, ਇਹ ਬਣੇ ਕਿਵੇਂ ਆ? ਜਦੋਂ ਨਦੀਆਂ ਨੂੰ ਦੇ ਅੱਗੇ ਪਹਾੜ ਆ ਗਏ ਤੇ ਪਹਾੜਾਂ ਨੂੰ ਕੱਟਦੇ ਕੱਟਦੇ ਨਦੀਆਂ ਦਾ ਜ਼ੋਰ ਚੱਲ ਗਿਆ। ਤੇ ਜੇ ਨਦੀਆਂ ਦਾ ਜ਼ੋਰ ਨਾ ਚੱਲਦਾ ਤਾਂ ਨਦੀਆਂ ਉੱਥੇ ਮਿੱਟੀ ਜਮ੍ਹਾਂ ਕਰਕੇ ਆਪ ਆਪਣਾ ਰਾਹ ਬਦਲ ਰਹਿੰਦੀਆਂ, ਫਿਰ ਉੱਥੇ ਦੂਨਸ ਬਣ ਜਾਂਦੇ। ਬਸ ਆਹ ਕਹਾਣੀ ਆ ਕਿ ਸਾਨੂੰ ਇਹਨਾਂ ਇਲਾਕਿਆਂ ਦੇ ਵਿੱਚ ਬਹੁਤ ਸਾਰੇ ਦੂਨਸ ਵੀ ਮਿਲਣਗੇ ਜਿੱਥੇ ਪਹਾੜਾਂ ਦਾ ਜ਼ੋਰ ਚੱਲਿਆ, ਤੇ ਬਹੁਤ ਜ਼ਿਆਦਾ ਸਾਨੂੰ ਇੱਥੇ ਦਰੇ ਮਿਲਣਗੇ ਜਿੱਥੇ ਨਦੀਆਂ ਦਾ ਜ਼ੋਰ ਚੱਲ ਗਿਆ। ਆਹ ਦੇਖੋ, ਬਾਰਾ ਲੱਛਾ, ਸ਼ਿਪਿਕਾ ਉਹ ਦਰਾ ਏ ਜਿੱਥੇ ਸਤਲੁਜ ਤਿੱਬਤ ਚੋਂ ਇੰਡੀਆ 'ਚ ਐਂਟਰ ਹੁੰਦੀ ਆ ਪਹਾੜਾਂ ਨੂੰ ਕੱਟ ਕੇ। ਠੀਕ ਆ, ਕੈਲਾਸ਼ ਦੀਆਂ ਪਹਾੜਾਂ ਨੂੰ ਕੱਟ ਕੇ ਇੱਥੇ ਦਰੇ ਚੋਂ। ਇਸ ਤੋਂ ਬਾਅਦ ਮੂੰਗੀਲਾ, ਮੰਨਾਲਾ, ਇਹ ਬੜੇ ਦਰੇ ਮਸ਼ਹੂਰ ਨੇ। ਇਹਨਾਂ ਦਰਿਆਂ ਚੋਂ ਲੰਘ ਕੇ ਲੋਕ ਜਿਹੜੇ ਆ ਉਹ ਕੈਲਾਸ਼ ਮਾਨਸਰੋਵਰ ਦੀ ਯਾਤਰਾ ਕਰਨ ਜਾਂਦੇ ਆ। ਸੋ ਜੇ ਦਰੇ ਨਾ ਹੋਣ ਤਾਂ ਲੋਕਾਂ ਨੂੰ ਪੂਰਾ ਪਹਾੜ ਵੱਲ ਕੇ ਆਉਣਾ ਪਵੇ। ਇਹ ਦਰੇ ਨੇ, ਇਹਨਾਂ ਦਰਿਆਂ ਚੋਂ ਕਿਸੇ ਟਾਈਮ ਨਦੀਆਂ ਲੰਘਦੀਆਂ ਸੀ। ਬਾਅਦ 'ਚ ਜਦੋਂ ਸਰਕਾਰਾਂ ਨੇ ਲੋਕਾਂ ਦੀ ਆਸਥਾ ਦੇਖੀ ਤਾਂ ਸਰਕਾਰਾਂ ਨੇ ਉਹਨਾਂ ਨਦੀਆਂ ਨੂੰ ਟੈਕਨੀਕਲੀ ਬੰਨ੍ਹ ਲਾ ਕੇ ਉਹ ਦਰੇ ਸੜਕਾਂ ਬਣਾਉਣ ਵਾਸਤੇ ਵਰਤੋਂ 'ਚ ਲੈ ਲਏ। ਅਦਰਵਾਈਜ਼ ਇਹ ਪਾਸਿਸ ਜਿਹੜੇ ਸੀਗੇ ਇਹ ਪਹਿਲਾਂ ਨਦੀਆਂ ਦੁਆਰਾ ਤਿਆਰ ਕੀਤੇ ਗਏ ਸੀ। ਉਮੀਦ ਕਰਦਾ ਕਿ ਇਹ ਕਹਾਣੀ ਚੰਗੀ ਤਰ੍ਹਾਂ ਸਮਝ ਆ ਗਈ ਹੋਊਗੀ। ਠੀਕ ਆ, ਸੋ ਆਹ ਦੂਨਸ ਜਿਹੜੇ ਆ ਬਣਦੇ ਕਿਵੇਂ ਆ, ਕਿਵੇਂ ਮਿੱਟੀ ਇਕੱਠੀ ਹੁੰਦੀ ਆ, ਸੈਟਲ ਹੁੰਦੀ ਆ, ਇਹ ਸਾਰੀ ਕਹਾਣੀ ਇਹਦੇ 'ਚ ਆ। ਠੀਕ ਆ, ਦੂਨ ਫਾਰਮੇਸ਼ਨ 'ਚ। ਖੈਰ, ਇੱਕ ਗੱਲ ਤਾਂ ਆਪਾਂ ਨੂੰ ਚੰਗੀ ਤਰ੍ਹਾਂ ਸਮਝ ਆ ਗਈ। ਹਾਂ, ਆਹ ਇੱਕ ਫੋਟੋ ਆ ਜਿਹਦੀ ਡਿਟੇਲ ਜ਼ਿਆਦਾ ਜਿਹੜੀ ਆ ਨਾ ਉਹ ਆਪਾਂ ਨੂੰ ਪਤਾ ਲੱਗੂਗੀ ਉੱਥੇ ਜਦੋਂ ਆਪਾਂ ਡਰੇਨੇਜ ਸਿਸਟਮ ਪੜਾਂਗੇ ਕਿ ਆਖਰ ਜਿਹੜੀ ਗੰਗਾ ਨਦੀ ਆ ਉਹ ਕਿਵੇਂ ਅਲਕਨੰਦਾ ਦੇ ਵਿੱਚ ਨਦੀਆਂ ਵਹਿੰਦੀਆਂ ਰਹੀਆਂ। ਕਿ ਅਲਕਨੰਦਾ ਨਦੀ ਇੱਕ ਪਾਸਿਓਂ ਤੁਰੀ, ਉਹਦੇ 'ਚ ਧੌਲੀ ਗੰਗਾ ਆ ਕੇ ਪਈ ਵਿਸ਼ਨੂੰ ਪਰਾਗ ਦੇ ਵਿੱਚ, ਫਿਰ ਉਹਦੇ 'ਚ ਨੰਦਿਕਣੀ ਆ ਕੇ ਪਈ ਨੰਦ ਪਰਾਗ 'ਚ, ਪਿੰਡਰ ਗੰਗਾ ਉਹਦੇ 'ਚ ਆ ਕੇ ਪਈ ਕਰਨ ਪ੍ਰਯਾਗ ਕੋਲ, ਫਿਰ ਉਹਦੇ 'ਚ ਮੰਦੀਕਣੀ ਕੇਦਾਰਨਾਥ 'ਚੋਂ ਚੱਲ ਕੇ ਆਈ, ਉਹ ਪਈ ਉਹਦੇ 'ਚ ਰੁਦਰ ਪ੍ਰਯਾਗ 'ਚ, ਉਹਦੇ 'ਚ ਗੰਗੋਤਰੀ ਨਦੀ ਆ ਕੇ ਚੱਲ ਕੇ ਆਈ, ਗੰਗੋਤਰੀ ਤੋਂ ਚੱਲ ਕੇ ਆਈ ਬਾਗੀਰਥੀ ਨਦੀ, ਉਹ ਉਹਦੇ 'ਚ ਆ ਕੇ ਪਈ ਦੇ ਪ੍ਰਯਾਗ 'ਚ। ਇਸ ਤਰੀਕੇ ਨਾਲ 5 ਨਦੀਆਂ ਦਾ ਸੰਗਮ ਇਕੱਠਾ ਹੋ ਕੇ ਅੱਗੇ ਬਣਿਆ, ਤੇ ਜਦੋਂ ਇਹ 5 ਨਦੀਆਂ ਦਾ ਸੰਗਮ ਮਿਲਿਆ ਇਹ ਜਾ ਕੇ ਬਣੀ ਗੰਗਾ ਨਦੀ। ਤੇ ਇਹ ਜੋ ਵੀ ਭਾਣਾ ਵਾਪਰਿਆ ਹੈ, ਜੋ ਵੀ ਮੈਂ ਸਟੋਰੀ ਸੁਣਾਈ ਆ, ਇਹ ਸਾਰੀ ਹਿਮਾਚਲ ਜਾਂ ਕਮਾਓ ਹਿਲਸ ਦੇ ਵਿੱਚ ਹੋਈ ਹੈ।
ਇਹ ਜਿੰਨੇ ਵੀ ਜਗ੍ਹਾ ਦਿਖਾਈਆਂ ਮੈਂ ਤੁਹਾਨੂੰ, ਬਦਰੀਨਾਥ, ਕੇਦਾਰਨਾਥ, ਗੰਗੋਤਰੀ, ਤੁਸੀਂ ਕਹੋਗੇ ਸਰ ਜੇ ਆਪਾਂ ਪੜ੍ਹਨਾ ਹੀ ਡਰੇਨੇਜ ਸਿਸਟਮ 'ਚ ਸੀਗਾ ਤੇ ਇਹ ਫੋਟੋ ਲਾਉਣ ਦਾ ਮਤਲਬ ਕੀ ਆ? ਫੋਟੋ ਲਾਉਣ ਦਾ ਜਸਟ ਮਤਲਬ ਇੰਨਾ ਕਾ ਕਿ ਜਿਹੜੇ ਤੁਹਾਨੂੰ ਆ ਯਮਨੋਤਰੀ, ਗੰਗੋਤਰੀ, ਕੇਦਾਰਨਾਥ, ਬਦਰੀਨਾਥ, ਹੇਮਕੁੰਡ ਸਾਹਿਬ, ਇਹ ਗਲੇਸ਼ੀਅਰਸ ਦਿਸਦੇ ਆ ਨਾ, ਇਹ ਜਿੰਨੇ ਵੀ ਗਲੇਸ਼ੀਅਰ ਜਾਂ ਪੀਕਸ ਨੇ ਇਹ ਸਾਰੀਆਂ ਕਮਾਓ ਹਿਲਸ ਨਾਲ ਸੰਬੰਧਿਤ ਨੇ। ਇਹ ਉੱਥੇ ਇੱਕ ਬਹੁਤ ਵੱਡੀ ਮਾਊਂਟੇਨ ਰੇਂਜ ਆ, ਨੰਦਾ ਦੇਵੀ ਮਾਊਂਟੇਨ ਰੇਂਜ, ਇਹ ਸਾਰੀਆਂ ਉਹਦੀਆਂ ਹੀ ਚੋਟੀਆਂ ਨੇ। ਹੇਮਕੁੰਡ ਪੀਕ ਹੋ ਗਈ ਜਾਂ ਤੁਸੀਂ ਕਹਿ ਲਓ ਬਦਰੀਨਾਥ ਪੀਕ ਹੋ ਗਈ, ਕੇਦਾਰਨਾਥ ਚੋਟੀ ਹੋ ਗਈ, ਇਹ ਸਾਰੀਆਂ ਕਮਾਓ ਹਿਲਸ ਦਾ ਹੀ ਪਾਰਟ ਨੇ। ਉਮੀਦ ਕਰਦਾ ਕਿ ਤੁਹਾਨੂੰ ਸਮਝ ਆ ਗਿਆ ਹੋਊਗਾ ਕਿ ਜਦੋਂ ਅਸੀਂ ਜਲ ਤੰਤਰ 'ਚ, ਡਰੇਨੇਜ ਸਿਸਟਮ ਦੇ ਵਿੱਚ ਆਹ ਵਾਲੀਆਂ ਨਦੀਆਂ ਪੜਾਂਗੇ ਤਾਂ ਤੁਹਾਡੇ ਦਿਮਾਗ 'ਚ ਹੋ ਜਾਣਾ ਚਾਹੀਦਾ ਕਿ ਸਰ ਸਾਨੂੰ ਦੱਸ ਰਹੇ ਆ ਕਮਾਓ ਹਿਲਸ ਬਾਰੇ, ਕਿ ਇਹ ਸਾਰੇ ਇਲਾਕੇ ਕਮਾਓ ਹਿਲਸ ਨਾਲ ਸੰਬੰਧਿਤ ਨੇ। ਚੱਲੀਏ ਜੀ ਆਪਾਂ ਅੱਗੇ। ਹਾਂਜੀ, ਹੁਣ ਸਭ ਤੋਂ ਇੰਪੋਰਟੈਂਟ ਗੱਲ ਇਹ ਆ ਕਿ ਇੱਥੋਂ ਆਪਾਂ ਨੂੰ ਕੁਝ ਫੈਕਟਸ ਜਿਹੜੇ ਆ ਉਹ ਬਹੁਤ ਇੰਪੋਰਟੈਂਟ ਆ। ਤਾਂ ਕਹਿੰਦੇ ਜੀ ਇੱਥੋਂ ਦੀ ਹਾਈਐਸਟ ਪੀਕ ਕਿਹੜੀ ਆ? ਕੈਮੇਟ ਇੱਥੋਂ ਦੀ ਹਾਈਐਸਟ ਪੀਕ ਆ। ਤੇ ਕੈਮੇਟ ਆਈ ਥਿੰਕ ਕਿਹੜੀ ਰੇਂਜ ਦੀ ਹਾਈਐਸਟ ਪੀਕ ਸੀਗੀ? ਮੈਂ ਦੱਸਿਆ ਵੀ ਸੀਗਾ ਜਸਕਰ ਦੀ ਕਿ ਕਿਹਦੀ ਆ? ਕੈਮੇਟ ਇਜ਼ ਹਾਈਐਸਟ ਪੀਕ ਆਫ। ਤੇ ਉਹ ਪਹਾੜ ਅੱਗੇ ਤੱਕ ਜਾਂਦੇ ਜਾਂਦੇ ਉੱਤਰਾਖੰਡ ਤੱਕ ਪਹੁੰਚ ਜਾਂਦੇ ਆ। ਤਾਂ ਉੱਥੋਂ ਦੀ ਹਾਈਐਸਟ ਪੀਕ ਜਿਹੜੀ ਆ ਦੈਟ ਜਸਕਰ ਦੀ, ਜਸਕਰ ਰੇਂਜ ਚਲਦੀ ਅੱਗੇ ਕਿੱਥੋਂ ਤੱਕ ਪਹੁੰਚ ਗਈ ਆ? ਉੱਤਰਾਖੰਡ ਤੱਕ। ਬਸ ਇੱਥੋਂ ਤੱਕ ਇਹਦੀ ਵੈਲਿਡਿਟੀ ਆ, ਨੇਪਾਲ ਤੋਂ ਅੱਗੇ ਖਤਮ ਹੈ ਕਹਾਣੀ। ਜਸਕਰ ਰੇਂਜ ਦੀ ਹਾਈਐਸਟ ਪੀਕ ਕੈਮੇਟ ਆ ਤੇ ਉਹ ਵੀ ਉੱਤਰਾਖੰਡ ਦੇ। ਜੇ ਤਾਂ ਉਹਨੂੰ ਦੇਖਾਂਗੇ ਆਪਾਂ ਨਾਰਥ ਤੋਂ ਸਾਊਥ ਵੱਲ ਤਾਂ ਮੈਂ ਕਹੂੰਗਾ ਜੀ ਇਹ ਹੈਗੀ ਆ ਜਸਕਰ ਰੇਂਜ ਦੀ ਹਾਈਐਸਟ ਪੀਕ। ਜੇ ਕੋਈ ਮੈਨੂੰ ਪੁੱਛੇ ਪੱਛਮ ਤੋਂ ਲੈ ਕੇ ਪੂਰਬ ਵੱਲ ਤਾਂ ਟੈਕਨੀਕਲੀ ਇਹ ਕਿੱਥੇ ਆ ਜਾਂਦੀ ਆ? ਉੱਤਰਾਖੰਡ। ਸੋ ਇਹ ਇੱਥੋਂ ਦੀ ਹਾਈਐਸਟ ਪੀਕ ਆ। ਸੋ ਇਹਦੇ ਨਾਲ ਹੀ ਇੱਥੇ ਨੰਦਾ ਦੇਵੀ ਵੀ ਇੱਥੇ ਇੱਕ ਹਾਈਐਸਟ ਪੀਕ ਦੇ ਤੌਰ ਤੇ ਜਾਣੀ ਜਾਂਦੀ ਆ। ਠੀਕ ਆ, ਤਾਂ ਤੁਹਾਨੂੰ ਪਤਾ ਹੀ ਆ ਕਿ ਇਸ ਤੋਂ ਅੱਗੇ ਜਾ ਕੇ ਕੰਚਨਜੰਗਾ ਵਗੈਰਾ। ਪਰ ਹਾਂ ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਦੇਖੋ ਇੱਕ ਗੱਲ ਕਲੀਅਰ ਆ, ਦੁਨੀਆ ਦੀ ਹਾਈਐਸਟ ਪੀਕ ਕਿਹੜੀ ਆ? ਮਾਊਂਟ ਐਵਰੈਸਟ। ਉਹ ਇੰਡੀਆ 'ਚ ਹੈ ਨਹੀਂ। ਉਹ ਕਿੱਥੇ ਆ ਭਲਾ? ਉਹ ਹੈਗੀ ਆ ਨੇਪਾਲ 'ਚ। ਉਸ ਤੋਂ ਬਾਅਦ ਆਉਂਦੀ ਆ ਦੁਨੀਆ ਦੀ ਦੂਜੀ ਹਾਈਐਸਟ ਪੀਕ, ਦੈਟ ਇਜ਼ K2, ਜਿਹਨੂੰ ਗੋਡਵਿਨ ਅਸਟੀਨ ਕਹਿੰਦੇ ਆ। ਠੀਕ ਆ, ਕਾਰਾਕੋਰਮ ਰੇਂਜ 'ਚ ਉਹ ਉੱਥੋਂ ਦੀ ਹਾਈਐਸਟ ਪੀਕ ਆ ਤੇ ਦੁਨੀਆ ਦੀ ਸੈਕੰਡ ਹਾਈਐਸਟ ਪੀਕ ਆ। ਉਹ ਸਾਡੇ ਦੇਸ਼ 'ਚ ਤਾਂ ਨਹੀਂ ਗੀ ਕਿਉਂਕਿ ਉਹ ਪਾਕਿਸਤਾਨ ਆਕੂਪਾਈਡ ਕਸ਼ਮੀਰ 'ਚ ਆ। ਚਲੋ ਹੁਣ ਤੀਸਰੇ ਨੰਬਰ ਤੇ ਆ ਜਾਓ। ਅੱਗੇ ਜਾ ਕੇ ਮੈਂ ਪੜਾਉਂਗਾ ਸਿੱਕਿਮ ਦੇ ਪਹਾੜ। ਸਿੱਕਿਮ ਦੇ ਪਹਾੜਾਂ 'ਚ ਆ ਜਾਊਗੀ ਕੰਚਨਜੰਗਾ। ਉਹ ਇੰਡੀਆ ਦੀ ਹਾਈਐਸਟ ਪੀਕ ਆ। ਪਰ ਜੇ ਪੇਪਰ 'ਚ ਆ ਗਿਆ ਕਿ ਉਹ ਜਿਹੜੀ ਕੰਚਨਜੰਗਾ ਹੈ ਉਹ ਇੰਡੀਆ 'ਚ ਸਾਰੀ ਨਹੀਂ ਲਾਈ ਕਰਦੀ, ਉਹ ਇੰਡੀਆ ਤੇ ਨੇਪਾਲ ਦੀ ਸਾਂਝੀ ਆ। ਉਹਦਾ ਕੁਝ ਹਿੱਸਾ ਇੰਡੀਆ 'ਚ ਆ ਤੇ ਕੁਝ ਕਿੱਥੇ ਆ? ਨੇਪਾਲ 'ਚ। ਇਹਦਾ ਮਤਲਬ ਜੇ ਮੈਂ ਤੁਹਾਨੂੰ ਪੇਪਰ 'ਚ ਇਹ ਕਹਿਦਾ ਕਿ ਯਾਰ ਮੈਨੂੰ ਇੰਡੀਆ ਦੀ ਹਾਈਐਸਟ ਪੀਕ ਦੱਸੋ ਕਿਹੜੀ ਆ, ਜਿਹੜੀ ਇੰਟਾਇਰਲੀ ਲਾਈਜ਼ ਇਨ ਇੰਡੀਆ, ਜਿਹੜੀ ਪੂਰੀ ਦੀ ਪੂਰੀ ਇੰਡੀਆ 'ਚ ਲਾਈ ਕਰਦੀ ਆ, ਤਾਂ ਫਿਰ ਉਸ ਸਵਾਲ ਦਾ ਜਵਾਬ ਕੀ ਆਊਗਾ? ਨੰਦਾ ਦੇਵੀ। ਹੁਣ ਸਮਝ ਗਏ ਨਾ ਕਿ ਕਿੱਥੇ ਆਨਸਰ ਆਪਾਂ ਕੰਚਨਜੰਗਾ ਲਾਉਣਾ ਹੈ, ਕਿੱਥੇ ਆਪਾਂ ਜਿਹੜੀਆਂ ਕਮਾਓ ਹਿਲਸ ਨੇ। ਇੱਥੇ ਸਭ ਤੋਂ ਮਸ਼ਹੂਰ ਮਾਊਂਟੇਨ ਰੇਂਜ ਕਿਹੜੀ ਆ? ਨੰਦਾ ਦੇਵੀ। ਤੇ ਉਹਦੀ ਹਾਈਐਸਟ ਪੀਕ ਦਾ ਨਾਮ ਹੀ ਨੰਦਾ ਦੇਵੀ ਹੈ। ਤੇ ਇੱਥੋਂ ਤੱਕ ਸੁਣ ਲਓ, ਜਦੋਂ ਮੈਂ ਅੱਗੇ ਤੁਹਾਨੂੰ ਨਾ ਜੀਵ ਮੰਡਲ ਸਥਲ ਪੜਾਉਣੇ ਆ ਇੰਗਲਿਸ਼ ਦੇ ਵਿੱਚ, ਮੈਂ ਜੇ ਸ਼ਬਦ ਬੋਲਾਂ ਤਾਂ ਬਾਇਓਸਫੀਅਰ ਰਿਜ਼ਰਵਸ ਤੁਹਾਨੂੰ ਮੈਂ ਪੜਾਉਂਗਾ ਅੱਗੇ ਜਾ ਕੇ। ਮੈਨੂੰ ਨਹੀਂ ਪਤਾ ਕਿ ਤੁਹਾਨੂੰ ਪਤਾ ਇਸ ਗੱਲ ਦਾ ਕਿ ਨਹੀਂ ਕਿ ਭਾਰਤ 'ਚ 18 ਬਾਇਓਸਫੀਅਰ ਰਿਜ਼ਰਵ ਨੇ। ਉਹਨਾਂ ਬਾਇਓਸਫੀਅਰ ਰਿਜ਼ਰਵ ਦਾ ਮਕਸਦ ਕੀ ਆ? ਭਾਰਤ ਸਰਕਾਰ ਨੇ ਕਦੋਂ ਬਣਾਏ ਆ? ਕਿਹੜੀ ਅੰਤਰਰਾਸ਼ਟਰੀ ਸੰਗਠਨ ਦੇ ਕਹਿਣ ਤੇ ਬਾਇਓਸਫੀਅਰ ਰਿਜ਼ਰਵਸ ਬਣਾਏ ਜਾਂਦੇ ਆ ਤੇ ਉਹਨਾਂ ਦਾ ਕੰਮ ਕੀ ਹੁੰਦਾ ਹੈ? ਤੇ ਭਾਰਤ 'ਚ ਕਿਹੜੇ ਬਾਇਓਸਫੀਅਰ ਰਿਜ਼ਰਵਸ ਨੇ? ਉਹਨਾਂ 'ਚ ਇੱਕ ਬਾਇਓਸਫੀਅਰ ਰਿਜ਼ਰਵ ਦਾ ਨਾਮ ਆ ਨੰਦਾ ਦੇਵੀ ਬਾਇਓਸਫੀਅਰ ਰਿਜ਼ਰਵ। ਇਟ ਮੀਨ ਸਮਝ ਗਏ ਨਾ? ਤਾਂ ਭਾਰਤ ਦੇ 18 ਬਾਇਓਸਫੀਅਰ ਰਿਜ਼ਰਵਸ ਦੇ ਵਿੱਚੋਂ ਨੰਦਾ ਦੇਵੀ ਬਾਇਓਸਫੀਅਰ ਰਿਜ਼ਰਵ ਹੀ ਆ। ਇਹਨੂੰ ਭਾਰਤ ਸਰਕਾਰ ਨੇ ਨੈਸ਼ਨਲ ਪਾਰਕ ਵੀ ਡਿਕਲੇਅਰ ਕਰ ਰੱਖਿਆ ਹੈ। ਹੁਣ ਇੱਥੇ ਬੜੀ ਕੁੰਡੀ ਆ, ਜਦੋਂ ਮੈਂ ਇਨਵਾਇਰਮੈਂਟ ਸਬਜੈਕਟ ਪੜਾਉਂਗਾ ਉੱਥੋਂ ਮੈਂ ਦੱਸੂਗਾ ਕਿ ਵਾਟ ਇਜ਼ ਡਿਫਰੈਂਸ ਬਿਟਵੀਨ ਨੈਸ਼ਨਲ ਪਾਰਕ ਐਂਡ ਵਾਈਲਡ ਲਾਈਫ ਸੈਂਚੁਰੀ ਐਂਡ ਬਾਇਓਸਫੀਅਰ ਰਿਜ਼ਰਵ ਐਂਡ ਕੰਜ਼ਰਵੇਸ਼ਨ ਰਿਜ਼ਰਵ ਐਂਡ ਕਮਿਊਨਿਟੀ ਰਿਜ਼ਰਵ ਐਂਡ ਟਾਈਗਰ ਰਿਜ਼ਰਵ ਐਂਡ ਐਨੀ ਟਾਈਪ ਆਫ ਅਦਰ ਫਿਜ਼ੀਕਲ ਬਾਡੀ ਜਾਂ ਹੋਰ ਕੋਈ ਵੀ ਇਹੋ ਜਿਹੀ ਸੰਸਥਾ, ਚਾਹੇ ਉਹ ਕੁਝ ਵੀ ਹੋਵੇ, ਇਹਨਾਂ ਸਾਰਿਆਂ ਦੇ ਵਿੱਚ ਕੀ ਫਰਕ ਆ? ਤੋ ਟੈਕਨੀਕਲੀ ਤੁਸੀਂ ਇਹ ਮੰਨ ਕੇ ਚੱਲੋ ਕਿ ਨੰਦਾ ਦੇਵੀ ਇੱਕ ਨੈਸ਼ਨਲ ਪਾਰਕ ਵੀ ਆ, ਨੰਦਾ ਦੇਵੀ ਇੱਕ ਬਾਇਓਸਫੀਅਰ ਰਿਜ਼ਰਵ ਵੀ ਆ। ਹੁਣ ਆਪਣੇ ਦਿਮਾਗ ਤੇ ਇੰਨਾ ਸਟ੍ਰੈਸ ਨਾ ਪਾਇਓ ਕਿ ਸਰ ਜੇ ਕੋਈ ਜੰਗਲ ਨੈਸ਼ਨਲ ਪਾਰਕ ਹੈਗਾ ਏ ਫਿਰ ਉਹ ਬਾਇਓ ਰਿਜ਼ਰਵ ਕਿਉਂ ਆ, ਬਾਇਓਸਫੀਅਰ ਰਿਜ਼ਰਵ ਕਿਉਂ ਆ? ਜੇਕਰ ਉਹ ਬਾਇਓਸਫੀਅਰ ਰਿਜ਼ਰਵ ਆ ਤਾਂ ਨੈਸ਼ਨਲ ਪਾਰਕ ਕਿਉਂ ਆ? ਇਹ ਤਾਂ ਜਦੋਂ ਮੈਂ ਤੁਹਾਨੂੰ ਅੱਗੇ ਜਾ ਕੇ ਕਨਸੈਪਚੁਅਲ ਕਲੈਰਿਟੀ ਦਊਂਗਾ ਨੈਚੁਰਲ ਵੈਜੀਟੇਸ਼ਨ ਵਾਲੇ ਚੈਪਟਰ 'ਚ, ਵੇਟ ਐਂਡ ਵਾਚ, ਉਦੋਂ ਤੱਕ ਆਪਾਂ ਵੇਟ ਹੀ ਕਰ ਸਕਦੇ ਹਾਂ, ਹੋਰ ਆਪਣੇ ਕੋਲ ਕੋਈ ਹੀਲਾ ਨਹੀਂ ਹੈ। ਠੀਕ ਹੈ ਜੀ, ਨੈਕਸਟ ਉਸ ਤੋਂ ਬਾਅਦ ਅੱਗੇ ਆ ਜਾਓ।
ਤਾਂ ਗੰਗੋਤਰੀ ਤੇ ਆ ਦੱਸਿਆ ਮੈਂ ਕਿ ਹੋਰ ਕਿਹੜੀ ਹਾਈਐਸਟ ਪੀਕ ਨੇ ਇੱਥੇ। ਆਬੀਗਾਮਿਨ ਇਹ ਵੀ ਇੱਕ ਮਤਲਬ ਕਿ ਇੱਥੋਂ ਦੀ ਇੱਕ ਹਾਈਐਸਟ ਪੀਕ ਆ। ਨੈਕਸਟ ਉਸ ਤੋਂ ਬਾਅਦ ਆ ਗਏ ਆਪਣੇ ਕੋਲ ਨੇਪਾਲ ਹਿਲਸ। ਇਹਨਾਂ ਦਾ ਇੰਡੀਆ ਨਾਲ ਕੋਈ ਸੰਬੰਧ ਨਹੀਂ। ਨੇਪਾਲ ਹਿਲਸ ਦਾ ਗੌਰ ਕਰਿਓ, ਨੇਪਾਲ ਹਿਲਸ ਦਾ ਇੰਡੀਆ ਨਾਲ ਕੋਈ ਸੰਬੰਧ ਨਹੀਂ, ਪਰ ਇਹ ਪੜ੍ਹਨੇ ਕਿਉਂ ਜ਼ਰੂਰੀ ਆ ਕਿਉਂਕਿ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ਜਿਹੜੀ ਆ ਉਹ ਕਿੱਥੇ ਆ, ਨੇਪਾਲ ਹਿਲਸ 'ਚ। ਠੀਕ ਆ, ਸੋ ਇੱਥੇ ਤੁਹਾਨੂੰ ਪਤਾ ਹੀ ਆ ਕਿ ਮਕਾਲੂ ਇਹ ਵੀ ਨੇਪਾਲ 'ਚ, ਧੌਲਾਗਿਰੀ ਇਹ ਵੀ, ਧੌਲਾਧਾਰ ਨਹੀਂ ਧੌਲਾਗਿਰੀ ਇਹ ਵੀ ਨੇਪਾਲ 'ਚ, ਅੰਨਾਪੂਰਨਾ ਵੀ ਨੇਪਾਲ 'ਚ, ਤੇ ਮੋਸਟ ਇੰਪੋਰਟੈਂਟ ਮਾਊਂਟ ਐਵਰੈਸਟ ਵੀ ਨੇਪਾਲ 'ਚ। ਠੀਕ ਆ, ਹੁਣ ਜੇ ਆਪਾਂ ਇਹਨਾਂ ਦੇਖੋ ਇਹ ਇੰਡੀਆ ਦੀਆਂ ਪੀਕਸ ਤਾਂ ਹੈ ਨਹੀਂ, ਪਰ ਮੈਂ ਤੁਹਾਨੂੰ ਜੇ ਮੈਂ ਇੰਡੀਆ ਦੀ ਨੰਦਾ ਦੇਵੀ ਤੱਕ ਪਹੁੰਚਣਾ ਸੀ ਮੈਂ ਤੁਹਾਨੂੰ 4 ਪੀਕਸ ਗਿਣਾਈਆਂ ਸੀ। ਸਭ ਤੋਂ ਪਹਿਲੀ ਕਿਹੜੀ ਗਿਣਾਈ ਸੀ, ਮਾਊਂਟ ਐਵਰੈਸਟ। ਅਸਲ ਦੇ ਵਿੱਚ ਮਾਊਂਟ ਐਵਰੈਸਟ ਜਿਹੜੀ ਆ ਉਹਦਾ ਇੱਕ ਪਾਸਾ ਨੇਪਾਲ ਤੇ ਦੂਜਾ ਪਾਸਾ ਚਾਈਨਾ 'ਚ ਆ। ਠੀਕ ਆ, ਸੋ ਮਾਊਂਟ ਐਵਰੈਸਟ ਦੀ ਜਿਹੜੀ ਐਗਜ਼ੈਕਟ ਹਾਈਟ ਆ ਉਹ ਹੈਗੀ ਆ 8848.86 ਮੀਟਰ। 2023 ਦੇ ਵਿੱਚ ਚਾਈਨਾ ਤੇ ਨੇਪਾਲ ਨੇ ਸਾਂਝੇ ਤੌਰ ਤੇ ਇਹ ਡਿਕਲੇਅਰ ਕੀਤਾ ਹੈ ਕਿ ਮਾਊਂਟ ਐਵਰੈਸਟ ਦੀ ਐਗਜ਼ੈਕਟ ਉਚਾਈ 8848 ਮੀਟਰ ਨਹੀਂ ਗੀ, 8848.86 ਮੀਟਰ ਆ। ਇਹ ਕਰੰਟ ਅਫੇਅਰ 2023 ਦਾ ਹੈ, ਪਤਾ ਸਾਰਿਆਂ ਨੂੰ। ਆਪਾਂ ਇਹਨੂੰ ਕਰੰਟ ਅਫੇਅਰਸ ਦੇ ਵਿੱਚ ਵੀ ਪੜ੍ਹਦੇ ਆ ਤੇ ਇੱਥੇ ਵੀ ਪੜ੍ਹਦੇ ਆ। ਠੀਕ ਆ, ਇਹਦਾ ਨਾਮ ਇੱਕ ਜੀਓਗ੍ਰਾਫਰ ਸੀ ਸਰ ਜਾਰਜ ਐਵਰੈਸਟ, ਉਹਨਾਂ ਦੇ ਨਾਮ ਤੇ ਰੱਖਿਆ ਗਿਆ। ਸਭ ਤੋਂ ਪਹਿਲੀ ਵਾਰ ਇਹਨੂੰ ਇੱਕ ਸ਼ੈਰਪਾ ਸੀਗਾ ਗਾਈਡ। ਠੀਕ ਆ, ਇੱਕ ਸ਼ੈਰਪਾ ਸੀਗਾ, ਨੇਪਾਲੀ ਸ਼ੈਰਪਾ ਸੀ ਟੈਂਜ਼ਿੰਗ ਨੋਰਗੇ, ਤੇ ਉਹਦੇ ਨਾਲ ਐਡਮੰਡ ਹੈਲਰੀ ਜਿਹਨੂੰ ਕਿ ਉਹ ਨਾਲ ਲੈ ਕੇ ਗਿਆ ਸੀਗਾ। ਇਹ 2 ਜਾਣਿਆਂ ਨੇ ਸਭ ਤੋਂ ਪਹਿਲਾਂ ਇਸ ਚੋਟੀ ਨੂੰ ਸਰ ਕੀਤਾ ਸੀਗਾ। ਠੀਕ ਆ, ਸੋ ਇਸ ਤੋਂ ਬਾਅਦ ਆ ਵੀ ਕੁਝ ਨਾਮ ਆਉਂਦੇ ਆ ਕਿ ਇਹਨੂੰ ਜਦੋਂ ਨਾਮ ਸ਼ੁਰੂ ਚ ਦਿੱਤਾ ਗਿਆ ਤਾਂ ਸਭ ਤੋਂ ਪਹਿਲਾਂ ਇਹਨੂੰ ਨਾਮ ਦਿੱਤਾ ਗਿਆ ਪੀਕ 15। ਠੀਕ ਆ, ਤੇ ਇਸ ਤੋਂ ਪਹਿਲਾਂ K2 ਤੇ ਹੋਰ ਚੋਟੀਆਂ ਜਿਹੜੀਆਂ ਸੀ ਉਹਨਾਂ ਤੋਂ ਇਹਨੂੰ ਛੋਟੀ ਮੰਨਿਆ ਜਾਂਦਾ ਸੀਗਾ, ਪਰ ਜਦੋਂ ਐਗਜ਼ੈਕਟ ਹਾਈਟ ਮਾਪੀ ਗਈ ਤਾਂ ਇਹ ਦੁਨੀਆ ਦੀ ਹਾਈਐਸਟ ਪੀਕ ਜਿਹੜੀ ਆ ਉਹ ਸਾਬਤ ਹੋਈ। ਇਹਨੂੰ ਵੱਖਰੇ ਵੱਖਰੇ ਦੇਸ਼ 'ਚ ਵੱਖਰੇ ਵੱਖਰੇ ਨਾਮ ਨਾਲ ਬੁਲਾਇਆ ਜਾਂਦਾ ਹੈ। ਇੱਥੇ ਦਾ ਨਾਮ ਲਿਖਿਆ ਵੀ ਹੋਊਗਾ ਕਿ ਇਹਨੂੰ ਤਿੱਬਤ 'ਚ ਕਿਹੜੇ ਨਾਮ ਨਾਲ ਬੁਲਾਇਆ ਜਾਂਦਾ ਹੈ। ਨੇਪਾਲ ਦੇ ਵਿੱਚ ਇਹਨੂੰ ਸਾਗਰ ਮੱਥਾ ਤੇ ਕਿਉਮਲੰਮਾ ਇਹ ਨਾਮ ਇਹਦਾ ਚਾਈਨਾ 'ਚ ਆ। ਸੋ ਇਹਦਾ ਚਾਈਨੀਜ਼ ਤੇ ਨੇਪਾਲੀ ਨਾਮ ਯਾਦ ਕਰਨਾ ਹੈ। ਇਹਨੂੰ K15 ਕਦੋਂ ਕਿਹਾ ਗਿਆ, ਕਿਸ ਸ਼ਖਸ ਦੇ ਨਾਮ ਤੇ ਆ, ਸਭ ਤੋਂ ਪਹਿਲੀ ਵਾਰ ਇਹਨੂੰ ਸਰ ਕਿੰਨੇ ਕੀਤਾ, ਤੇ ਸਭ ਤੋਂ ਇੰਪੋਰਟੈਂਟ ਗੱਲ ਇਹਦੀ ਅੱਜ ਦੀ ਘੜੀ 'ਚ 2023 ਦੇ ਦਸੰਬਰ ਦੇ ਮਹੀਨੇ ਦੇ ਵਿੱਚ ਇਹਦੀ ਐਗਜ਼ੈਕਟ ਹਾਈਟ ਜਿਹੜੀ ਆ ਉਹ ਕਿੰਨੀ ਆ। ਉਮੀਦ ਕਰਦਾ ਕਨਸੈਪਟ ਕਲੀਅਰ ਹੋ ਗਿਆ। ਸੋ ਇਹ ਬੜੀ ਮਸ਼ਹੂਰ ਪੀਕ ਸੀਗੀ ਮਾਊਂਟ ਐਵਰੈਸਟ। ਇਹਦਾ ਸੰਬੰਧ ਨੇਪਾਲ ਦੀ ਪਹਾੜੀਆਂ ਨਾਲ ਆ। ਸੋ ਜ਼ਿਆਦਾਤਰ ਆ ਦੇਖੋ ਜੇ ਆਪਾਂ ਕੰਪੈਰੀਜ਼ਨ ਕਰੀਏ ਤਾਂ ਇਹ ਉੱਥੋਂ ਦੀਆਂ ਪਹਾੜੀਆਂ ਨੇ ਸਾਰੀਆਂ, ਇਹ ਦੁਨੀਆ ਦੀਆਂ ਹਾਈਐਸਟ ਪੀਕਸ ਨੇ। ਠੀਕ ਆ, ਪਲੀਜ਼ ਆ ਦੇਖੋ ਦੁਨੀਆ ਦੀਆਂ ਛੱਡੋ, ਮੈਂ ਇਹ ਨਹੀਂ ਕਹਿੰਦਾ ਕਿ ਆ ਦੁਨੀਆ ਦੀ ਪਹਿਲੇ ਨੰਬਰ ਤੇ ਆ ਦੂਜੇ ਨੰਬਰ ਤੇ ਆ। ਥੋੜਾ ਜਿਹਾ ਕੰਪੈਰੀਜ਼ਨ ਵਾਸਤੇ ਇੱਕ ਫੋਟੋ ਮੈਨੂੰ ਬੜੀ ਵਧੀਆ ਲੱਗੀ। 8848.86 ਦੀ ਹਾਈਟ ਨਾਲ ਏਸ਼ੀਆ ਦੀ ਸਭ ਤੋਂ ਹਾਈਐਸਟ ਪੀਕ ਕਿਹੜੀ ਆ, ਮਾਊਂਟ ਐਵਰੈਸਟ। ਉਸ ਤੋਂ ਬਾਅਦ ਸਾਊਥ ਅਮਰੀਕਾ ਦੀ ਆਈ ਥਿੰਕ ਐਂਡੀਜ਼ ਦੇ ਪਹਾੜਾਂ ਦੇ ਵਿੱਚ ਹਾਈਐਸਟ ਪੀਕ ਜਿਹੜੀ ਆ ਓਕਾਗੁਆ, ਇਹ ਸਾਊਥ ਅਮਰੀਕਾ ਦੀ ਹਾਈਐਸਟ ਪੀਕ ਆ। ਠੀਕ ਆ, ਨਾਰਥ ਅਮਰੀਕਾ ਦੀ ਹਾਈਐਸਟ ਪੀਕ ਜਿਹੜੀ ਆ ਡਨਾਲੀ ਆ। ਉਸ ਤੋਂ ਬਾਅਦ ਤੰਜ਼ਾਨੀਆ ਦੀ ਕਿਲੀਮੰਜਾਰੋ, ਇਹ ਕੀਨੀਆ ਦੇ ਵਿੱਚ ਤੰਜ਼ਾਨੀਆ ਦੇ ਵਿੱਚ ਆ, ਤੰਜ਼ਾਨੀਆ ਕੀਨੀਆ ਬਾਰਡਰ ਤੇ। ਇਹ ਅਫਰੀਕਾ ਦੀ ਹਾਈਐਸਟ ਪੀਕ ਆ ਐਲਬਰਸ, ਤੇ ਇਹ ਮੈਨੂੰ ਲੱਗਦਾ ਰਸ਼ੀਆ ਦੇ ਵਿੱਚ ਆ, ਤੇ ਰਸ਼ੀਆ ਯੂਰਪ ਬਾਰਡਰ ਤੇ। ਸੋ ਇਹ ਉੱਥੋਂ ਦੀ ਕੀ ਨਾਮ ਆਦਾ ਯੂਰਪ ਦੀ ਹਾਈਐਸਟ ਪੀਕ ਆ। ਫੈਕਟਸ ਲਿਖੇ ਆ ਮੈਂ ਕਿ ਕਿਹੜੀ ਕਿਸੇ ਪਰਟੀਕੂਲਰ ਕੰਟੀਨੈਂਟ ਦੀ ਹਾਈਐਸਟ ਪੀਕ ਆ। ਬਾਕੀ ਟੈਨਸ਼ਨ ਨਾ ਲਓ, ਵਰਲਡ ਜੀਓਗ੍ਰਾਫੀ ਪੜ੍ਹਾਊਂਗਾ ਜਦੋਂ ਮੈਂ। ਠੀਕ ਆ, ਤਾਂ ਆਪਾਂ ਇੱਕ ਕੋਸ਼ਿਸ਼ ਇਹ ਕਰਾਂਗੇ ਕਿ ਦੁਨੀਆ ਦੀਆਂ ਸਾਰੀਆਂ ਮਾਊਂਟੇਨ ਰੇਂਜਿਸ ਪੜ੍ਹੀਏ ਕਿ ਐਂਡੀਜ਼ ਕਿੱਥੇ ਆ, ਤੇ ਸਾਨੂੰ ਇਹ ਪਤਾ ਹੋਵੇ ਐਟਲਸ ਮਾਊਂਟੇਨਸ ਕਿੱਥੇ ਆ, ਯੂਰਾਲ ਮਾਊਂਟੇਨਸ ਕਿੱਥੇ ਆ, ਤੇ ਰੌਕੀ ਮਾਊਂਟੇਨਸ ਤੇ ਹੋਰ ਅਪਲਚੀਅਨ ਮਾਊਂਟੇਨਸ। ਦੁਨੀਆ ਦੀਆਂ ਜਦੋਂ ਸਾਰੀਆਂ ਮਾਊਂਟੇਨ ਰੇਂਜਿਸ ਨੂੰ ਐਕਸਪਲੋਰ ਕਰਾਂਗੇ ਤਾਂ ਉੱਥੇ ਅਸੀਂ ਇੱਕ ਚੀਜ਼ ਹੋਰ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਦੁਨੀਆ ਦੀਆਂ ਮਾਊਂਟੇਨ ਰੇਂਜਿਸ ਦੀ ਕਿਹੜੀ ਹਾਈਐਸਟ ਪੀਕ ਆ ਤੇ ਉਹਦਾ ਕਿਹੜੇ ਕੰਟੀਨੈਂਟ ਨਾਲ ਸੰਬੰਧ ਆ। ਸੋ ਵਰਲਡ ਜੀਓਗ੍ਰਾਫੀ ਨੂੰ ਆਪਾਂ ਉਸ ਪਰਸਪੈਕਟਿਵ ਤੋਂ ਪੜ੍ਹਨ ਦੀ ਕੋਸ਼ਿਸ਼ ਕਰਾਂਗੇ ਇੱਕ ਵਾਰ। ਠੀਕ ਆ, ਸੋ ਉਮੀਦ ਕਰਦਾ ਕਿ ਇਹ ਕਹਾਣੀ ਸਮਝ ਆ ਗਈ ਹੋਊਗੀ। ਨੈਕਸਟ ਤਾਂ ਦੇਖੋ ਇਸ ਤੋਂ ਬਾਅਦ ਆ ਜਾਂਦੀ ਹੈ ਆਪਣੇ ਕੋਲ ਕੰਚਨਜੰਗਾ। ਵੈਸੇ ਕੰਚਨਜੰਗਾ ਬਾਰੇ ਜ਼ਿਆਦਾ ਵਧੀਆ ਪੜ੍ਹਿਆ ਪਤਾ ਕਿੱਥੇ ਜਾਂਦਾ, ਜੇ ਉਹਨੂੰ ਆਪਾਂ ਸਿੱਕਿਮ ਹਿਮਾਲਿਆਸ 'ਚ ਪੜ੍ਹਦੇ। ਇੱਕੋ ਹੀ ਗੱਲ ਆ ਕਿ ਕੰਚਨਜੰਗਾ ਇੰਡੀਆ ਤੇ ਸਿੱਕਿਮ ਦੇ ਬਾਰਡਰ ਤੇ ਆ। ਇਹ ਇੰਡੀਆ ਦੀ ਹਾਈਐਸਟ ਪੀਕ ਮੰਨੀ ਜਾਂਦੀ ਹੈ ਕਿਉਂਕਿ ਪਹਿਲੀ ਜਿਹੜੀ ਆ ਉਹ ਨੇਪਾਲ 'ਚ ਆ, K2 ਜਿਹੜੀ ਆ ਉਹ POK 'ਚ ਆ,
ਜਿਹੜੀ ਬਿਲਕੁਲ ਆਪਣੇ ਇੰਡੀਆ ਦੇ ਵਿੱਚ ਆ ਉਹ ਕੰਚਨਜੰਗਾ ਹੈ, ਬਟ ਇਹ ਵੀ ਅਸੀਂ ਨੇਪਾਲ ਦੇ ਨਾਲ ਸ਼ੇਅਰ ਕਰਦੇ ਹਾਂ। ਠੀਕ ਆ, ਤਾਂ ਜੇ ਇੰਟਾਇਰਲੀ ਇੰਡੀਆ ਦੀ ਹਾਈਐਸਟ ਪੀਕ ਦੀ ਗੱਲ ਕਰੀਏ ਤਾਂ ਉਹ ਕਿਹੜੀ ਸੀ, ਆਪਾਂ ਪੜ੍ਹੀ ਨੰਦਾ ਦੇਵੀ। ਖੈਰ ਆ ਜਾਓ, ਉਸ ਤੋਂ ਬਾਅਦ ਆਪਾਂ ਸਿੱਕਿਮ ਦੇ ਹਿਮਾਲਿਆਜ਼ ਵੱਲ ਆ ਗਏ। ਤਾਂ ਸਿੱਕਿਮ ਹਿਮਾਲਿਆਜ਼ ਤੇ ਬੜਾ ਹਲਕਾ ਜਿਹਾ, ਉਹਦੇ 'ਚ ਤਾਂ ਬਸ ਇੱਕ ਕੰਚਨਜੰਗਾ ਹੀ ਸੀ, ਕਿਉਂਕਿ ਬੜਾ ਛੋਟਾ ਜਿਹਾ ਉਹ ਆ, ਇੱਕ ਕਹਿ ਲਓ ਵਿਡਥ ਜੀ ਆ ਕਿ ਕੋਸੀ ਨਦੀ ਤੋਂ ਲੈ ਕੇ ਤੀਸਤਾ ਨਦੀ ਤੱਕ ਉਹ ਬੜੀ ਛੋਟੀ ਜਿਹੀ ਜਗ੍ਹਾ ਤੇ ਇੱਕੋ ਹੀ ਮੇਨ ਪਹਾੜ ਆ ਜਿਹੜਾ ਆਪਾਂ ਨੂੰ ਮਿਲਦਾ ਹੈ। ਸਭ ਤੋਂ ਇੰਪੋਰਟੈਂਟ ਆ ਗਏ ਸਾਡੇ ਕੋਲ ਨਾਰਥ ਈਸਟ ਦੇ ਪਹਾੜ। ਇਹ ਜਿਹੜੇ ਨਾਰਥ ਈਸਟ ਦੇ ਪਹਾੜ ਆ, ਇਹਨਾਂ 'ਚ ਬਹੁਤ ਇੰਪੋਰਟੈਂਟ ਫੈਕਟਸ ਨੇ। ਇਹ ਕਹਿ ਲਓ ਕਿ ਇਹਨਾਂ 'ਚ ਸਾਰਿਆਂ ਤੋਂ ਵੱਧ ਇੰਪੋਰਟੈਂਟ ਫੈਕਟ ਲੁਕੇ ਹੋਏ ਆ, ਕਿਉਂਕਿ ਅਸੀਂ ਕੀ ਕਰਦੇ ਆ, ਨਾਰਥ ਈਸਟ ਦੇ ਪਹਾੜਾਂ ਨੂੰ ਬਹੁਤੀ ਡਿਟੇਲ 'ਚ ਨਹੀਂ ਪੜ੍ਹਦੇ। ਠੀਕ ਆ, ਇਹ ਜਿਹੜੇ ਨਾਰਥ ਈਸਟ ਦੇ ਪਹਾੜ ਆ, ਅਸੀਂ ਇਹਨਾਂ ਨੂੰ ਬਹੁਤੀ ਡਿਟੇਲ 'ਚ ਕਵਰ ਨਹੀਂ ਕਰਦੇ। ਸੋ ਨਾਰਥ ਈਸਟ ਦੇ ਜੇ ਆਪਾਂ ਪਹਾੜਾਂ ਦੀ ਗੱਲ ਕਰੀਏ ਤਾਂ ਸਭ ਤੋਂ ਮੇਨ ਆ ਜਾਂਦੇ ਆ ਇਹਨਾਂ ਨੂੰ ਨਾ ਲੋਕ ਪੂਰਵਾਂਚਲ ਦੇ ਪਹਾੜ ਕਹਿੰਦੇ ਆ, ਜ਼ਿਆਦਾ ਮਸ਼ਹੂਰ ਨੇ ਇਹ ਪੂਰਵਾਂਚਲ ਦੇ ਪਹਾੜਾਂ ਨਾਲ, ਜਾਂ ਇਹਨਾਂ ਨੂੰ ਜ਼ਿਆਦਾਤਰ ਕਿਤਾਬਾਂ ਇਹਨਾਂ ਨੂੰ ਅਸਾਮ ਦੇ ਹਿਲਸ ਲਿਖਦੀਆਂ, ਅਸਾਮ ਹਿਲਸ। ਅਸਾਮ ਹਿਲਸ ਦਾ ਮਤਲਬ ਆ ਨਾਰਥ ਈਸਟ ਦੇ ਪਹਾੜ। ਸਿੱਕਿਮ ਤੋਂ ਪਰਾਂ ਅਰੁਣਾਚਲ ਪ੍ਰਦੇਸ਼, ਤ੍ਰਿਪੁਰਾ, ਮਣੀਪੁਰ, ਮੇਘਾਲਿਆ, ਮੀਜ਼ੋਰਮ ਤੇ ਅਸਾਮ, ਇਹ ਸਾਰੀਆਂ ਸਟੇਟਾਂ ਦੇ ਜਿਹੜੇ ਪਹਾੜ ਨੇ ਇਹਨਾਂ ਨੂੰ ਅਸੀਂ ਪੂਰਵਾਂਚਲ ਜਾਂ ਅਸਾਮ ਹਿਲਸ ਕਹਿੰਦੇ ਆ। ਗੌਰ ਕਰਿਓ, ਇਹ ਪਹਾੜ ਇੱਥੋਂ ਸ਼ੁਰੂ ਹੋ ਜਾਂਦੇ ਆ ਸਾਰੇ। ਠੀਕ ਆ, ਅਰੁਣਾਚਲ ਪ੍ਰਦੇਸ਼ ਦੇ ਵਿੱਚ ਦੇਖੋ ਡਾਫਲਾ, ਮੀਰੀ, ਅਬੋਰ, ਮਿਸ਼ਮੀ। ਇਸ ਤੋਂ ਬਾਅਦ ਇੱਥੋਂ ਯੂ ਟਰਨ ਪੈਂਦਾ ਪਹਾੜਾਂ ਦਾ, ਕਿਉਂਕਿ ਯਾਦ ਆ ਇੰਡੀਆ ਦੀ ਪਲੇਟ ਅਫਰੀਕਾ ਦੀ ਉਹਦੇ ਯੂਰਪ ਦੀ ਪਲੇਟ 'ਚ ਵੱਜੀ ਸੀ। ਆਪਣੇ ਕੋਰਸ ਦੇ ਵਿੱਚ ਜੇ ਕਿਸੇ ਨੂੰ ਲੱਗਦਾ ਨਾ ਕਿ ਮੈਂ ਲੈਕਚਰ ਨੰਬਰ 3 ਇਗਨੋਰ ਕਰ ਦੂੰਗਾ, ਇਗਨੋਰ ਨਾ ਕਰਿਓ। ਬੇਸ਼ੱਕ ਉਹ ਲੈਕਚਰ ਜਿੰਨਾ ਮਰਜ਼ੀ ਬੋਰਿੰਗ ਲੱਗੇ, ਪਰ ਉਸ ਲੈਕਚਰ ਦੇ ਵਿੱਚ ਕਹਾਣੀ ਲੁਕੀ ਆ ਬਾਕੀ ਸਾਰੇ ਲੈਕਚਰਸ ਦੀ। ਮੈਂ ਕਹਿੰਦਾ ਪੂਰੀ ਜੀਓਗ੍ਰਾਫੀ ਦੀ, ਇੰਡੀਆ ਦੀ ਪੂਰੀ ਜੀਓਗ੍ਰਾਫੀ ਦੀ ਕਹਾਣੀ ਉੱਥੇ ਲੁਕੀ ਹੋਈ ਆ ਕਿ ਕਿਵੇਂ ਆ ਕੇ ਅਫਰੀਕਾ ਦੀ ਪਲੇਟ ਦੇ ਵੱਲੋਂ ਇੰਡੀਆ ਦੀ ਪਲੇਟ ਟਕਰਾਈ ਯੂਰੇਸ਼ੀਆ ਦੀ ਪਲੇਟ 'ਚ, ਤਾਂ ਕਿਵੇਂ ਇੱਕ ਸਿੰਟੈਕਸ ਬੈਂਟ, ਕਿਵੇਂ ਇੰਡੀਆ 'ਚ ਇਹੋ ਜਿਹਾ ਬੈਂਟ ਪੈ ਗਿਆ ਕਿ ਇੱਥੋਂ ਬ੍ਰਹਮਪੁੱਤਰਾ ਨਦੀ ਆਊਗੀ, ਉਹ ਐ ਯੂ ਟਰਨ ਲੈ ਕੇ ਆਊਗੀ। ਠੀਕ ਆ, ਗੌਰ ਕਰਿਓ। ਅਰੁਣਾਚਲ ਪ੍ਰਦੇਸ਼ ਦੇ ਪਹਾੜ ਸ਼ਾਇਦ ਨਾ ਸੁਣੇ ਹੋਣ, ਅੱਜ ਸੁਣ ਲਓ। ਡਾਫਲਾ, ਮੀਰੀ, ਅਬੋਰ, ਮਿਸ਼ਮੀ ਤੇ ਯੂ ਟਰਨ ਲੈ ਕੇ ਆ ਗਿਆ ਪਟਕਈ ਬੰਮ। ਪਟਕਈ ਬੰਮ ਜਿੱਥੇ ਆਉਂਦਾ ਹੈ ਨਾ, ਵਾਲਾ ਪਟਕਈ ਬੰਮ ਆ ਜਿੱਥੇ, ਇਹ ਪਟਕਈ ਬੰਮ ਬੇਸਿਕਲੀ ਇੰਡੀਆ ਅਰੁਣਾਚਲ ਤੇ ਨਾਗਾਲੈਂਡ ਦੇ ਬਾਰਡਰ ਤੇ ਆ। ਇੱਥੇ ਨਾਗਾਲੈਂਡ ਸ਼ੁਰੂ ਹੋ ਗਿਆ। ਉਸ ਤੋਂ ਬਾਅਦ ਆ ਗਿਆ ਮਕੀਰ ਹਿਲਸ। ਉਸ ਤੋਂ ਬਾਅਦ ਥੱਲੇ ਆ ਜਾਣਗੇ ਆਪਣੇ ਕੋਲ ਇਸ ਪਾਸੇ ਨੂੰ ਸਰਾਮਤੀ, ਇਹ ਨਾਗਾ ਹਿਲਸ। ਆ ਪਟਕਈ ਬੰਮ ਤੋਂ ਥੱਲੇ ਆ ਗਏ ਨਾਗਾ ਹਿਲਸ। ਲਿਖਿਆ ਨਹੀਂ ਹੋਇਆ, ਸਰਕਲ ਕਰਤਾ। ਜਿੱਥੇ ਸਾਗਰਮਤੀ ਲਿਖਿਆ ਹੋਇਆ ਇਹਦਾ ਮਤਲਬ ਸਾਗਰਮਤੀ ਪਹਾੜ ਨਹੀਂ ਗੇ, ਸਾਗਰਮਤੀ ਸਭ ਤੋਂ ਉੱਚੀ ਚੋਟੀ ਆ। ਕਿੱਥੋਂ ਦੀ? ਨਾਗਾ ਹਿਲਸ ਦੀ। ਨਾਗਾ ਹਿਲਸ ਕਿਹੜੀ ਸਟੇਟ 'ਚ ਹੋਣਗੇ? ਨਾਗਾਲੈਂਡ 'ਚ। ਸੋ ਇਸ ਤੋਂ ਬਾਅਦ ਥੱਲੇ ਆ ਜਾਂਦੇ ਆ ਆਪਣੇ ਕੋਲ ਮਣੀਪੁਰ ਹਿਲਸ, ਤੇ ਮੀਜ਼ੋਰਾਮ ਦੇ ਵਿੱਚ ਆ ਜਾਂਦੇ ਆ ਲੁਸ਼ਾਈ ਹਿਲਸ, ਤੇ ਅਸਾਮ ਤੇ ਮਣੀਪੁਰ ਦੇ ਬਾਰਡਰ ਤੇ ਆ ਜਾਂਦੇ ਆ ਬਰਾਇਲ ਹਿਲਸ। ਕਿਹੜੇ ਭਲਾ? ਬਰਾਇਲ ਹਿਲਸ। ਹੁਣ ਇੱਕ ਗੱਲ ਆ ਇੱਥੇ ਨਾ, ਇੱਕ ਬੜੇ ਇੰਟਰਸਟਿੰਗ ਜੇ 3 ਪਹਾੜ ਆ। ਇਹਨਾਂ 3 ਪਹਾੜਾਂ ਨੂੰ ਕੀ ਨਾਮ ਦਿੱਤਾ ਹੋਇਆ ਹੈ? ਗਾਰੋ, ਖਾਸੀ ਤੇ ਜੈਂਤੀਆ। ਇਹਨਾਂ 3 ਪਹਾੜਾਂ ਨੂੰ ਲੈ ਕੇ ਨਾ ਬੜੀ ਤਗੜੀ ਕਨਫਿਊਜ਼ਨ ਆ। ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਤੁਸੀਂ ਇੱਕ ਗੱਲ ਦੱਸੋ, ਤੁਸੀਂ ਇਹਨਾਂ ਪਹਾੜਾਂ ਨੂੰ ਕੀ ਮੰਨਦੇ ਹੋ ਕਿ ਕੀ ਇਹ ਹਿਮਾਲਿਆ ਦੇ ਪਹਾੜ ਹੋਣੇ ਚਾਹੀਦੇ ਆ ਕਿ ਨਹੀਂ? ਐਗਜ਼ੈਕਟਲੀ ਪੂਰੀ ਦੀ ਪੂਰੀ ਹਿਮਾਲਿਆਜ਼ ਦੇ ਨਾਰਥ ਈਸਟ ਦੇ ਪਹਾੜ ਹੋਣੇ ਚਾਹੀਦੇ ਆ। ਪਰ ਇੱਕ ਬੜਾ ਇੰਟਰਸਟਿੰਗ ਫੈਕਟ ਦੱਸਦਾ ਮੈਂ ਤੁਹਾਨੂੰ। ਇੰਡੀਆ ਦੀ ਪਲੇਟ ਜਦੋਂ ਅਫਰੀਕਾ ਵੱਲੋਂ ਆਈ ਤੇ ਉੱਪਰ ਜਾ ਕੇ ਇਸ ਪਲੇਟ 'ਚ ਪਲੇਟ ਦੇ ਵਿੱਚ ਟਕਰਾ ਗਈ। ਐਵੇਂ ਦੀ ਪਲੇਟ ਉੱਪਰ ਯੂਰੇਸ਼ੀਆ ਦੀ ਪਲੇਟ ਸੀ, ਇੰਡੀਆ ਦੀ ਪਲੇਟ ਉੱਥੋਂ ਟਕਰਾਈ, ਇੱਥੇ ਫੋਲਡਿੰਗ ਕਰਕੇ ਬੜੇ ਪਹਾੜ ਬਣ ਗਏ ਐਵੇਂ। ਠੀਕ ਆ, ਇਹ ਪਹਾੜ ਅੱਗੇ ਜਾਂਦੇ ਜਾਂਦੇ ਹੁਣ ਸਮੁੰਦਰ 'ਚ ਵੀ ਨੇ, ਤੇ ਸਮੁੰਦਰ ਤੋਂ ਬਾਅਦ ਅੱਗੇ ਜਾ ਕੇ ਨਾ ਸਮੁੰਦਰ ਦੇ ਵਿੱਚ ਡੁੱਬ ਗਏ ਨੇ। ਬਰਮਾ 'ਚੋਂ ਨਿਕਲ ਗਏ ਨਾ ਪਹਾੜੇ, ਬਰਮਾ 'ਚੋਂ ਨਿਕਲ ਕੇ ਸਮੁੰਦਰ 'ਚੋਂ ਡੁੱਬ ਗਏ ਨੇ। ਇਹੀ ਪਹਾੜਾਂ ਨੂੰ ਜਦੋਂ ਤੁਸੀਂ ਬਰਮਾ 'ਚ ਪੜੋਗੇ ਆਰਾਕੋਮਾ ਪਹਾੜ ਆਉਣਗੇ, ਉਹ ਸਮੁੰਦਰ। ਉਸ ਤੋਂ ਬਾਅਦ ਜਿਹੜੇ ਆਪਣਾ ਅੱਗੇ ਜਾ ਕੇ ਅੰਡੇਮਾਨ ਨਿਕੋਬਾਰ ਆ, ਇਹਦੇ ਜਿਹੜੇ ਸ਼ੁਰੂ ਵਾਲੇ ਆਈਲੈਂਡਸ ਨੇ ਨਾ, ਸ਼ੁਰੂ ਵਾਲੇ ਛੋਟੇ ਛੋਟੇ 2-3 ਆਈਲੈਂਡਸ, ਉਹ ਇਹਨਾਂ ਪਹਾੜਾਂ ਦੀ ਐਕਸਟੈਂਸ਼ਨ ਆ, ਕਿਉਂਕਿ ਉਹ ਬਾਕੀ ਸਮੁੰਦਰ 'ਚ ਡੁੱਬ ਗਏ ਹੋਏ ਆ ਤੇ ਇਹ ਬਾਹਰ ਨਿਕਲੇ ਹੋਏ ਆ। ਸੋ ਅੰਡੇਮਾਨ ਨਿਕੋਬਾਰ ਤੱਕ ਇਹ ਪਹਾੜ 'ਚ ਗਏ। ਇਹ ਕਿਹੜੇ ਪਹਾੜ ਨੇ? ਦੇਖੋ, ਅਬੋਰ, ਮੀਰੀ, ਡਾਫਲਾ, ਮਿਸ਼ਮੀ, ਅੱਗੇ ਇੱਧਰ ਨੂੰ ਮੁੜੀਏ ਪਟਕਈ ਬੰਮ, ਨਾਗਾ ਹਿਲਸ, ਮਣੀਪੁਰ ਦੇ ਮਣੀਪੁਰ ਹਿਲਸ, ਮੀਜ਼ੋਰਾਮ ਦੇ ਵਿੱਚ ਜਾ ਕੇ ਲੁਸ਼ਾਈ ਹਿਲਸ, ਤ੍ਰਿਪੁਰਾ ਹਿਲਸ, ਤੇ ਥੱਲੇ ਜਾ ਕੇ ਆਰਾਕੋਮਾ ਹਿਲਸ। ਤੁਸੀਂ ਕਹੋਗੇ ਸਰ ਬੜੀ ਚਲਾਕੀ ਨਾਲ ਤੁਸੀਂ ਇਹ ਨਾਮ ਬੋਲੇ ਆ, ਤੁਸੀਂ ਗਾਰੋ, ਖਾਸੀ, ਜੈਂਤੀਆ ਦੇ ਨਾਮ ਤਾਂ ਬੋਲੇ ਹੀ ਨਹੀਂ। ਗਾਰੋ, ਖਾਸੀ, ਜੈਂਤੀਆ ਪਹਾੜ ਨੇ ਇੱਥੇ। ਬੜੀ ਇੰਟਰਸਟਿੰਗ ਗੱਲ ਆ, ਗਾਰੋ, ਖਾਸੀ, ਜੈਂਤੀਆ ਨੇ ਮੇਘਾਲਿਆ 'ਚ, ਤੇ ਜਿਹੜਾ ਮੇਘਾਲਿਆ ਹੈ ਨਾ, ਉਹ ਓਰੀਜਨ ਇੰਡੀਆ ਦਾ ਨਾਰਥ ਵਾਲਾ ਪਾਰਟ ਨਹੀਂ ਹੈਗਾ,
ਉਹ ਅੱਡ ਗੱਲ ਆ ਕਿ ਇਕੱਠਾ ਹੋਣ ਕਰਕੇ ਅੱਜ ਸਾਨੂੰ ਪਤਾ ਨਹੀਂ ਲੱਗਦਾ। ਜਿਹੜੀ ਇੰਡੀਆ ਦੀ ਪਲੇਟ ਅਫਰੀਕਾ ਵੱਲੋਂ ਆਈ ਸੀ ਨਾ, ਗਾਰੋ ਖਾਸੀ ਜੈਂਤੀਆ ਉਹਦੇ ਤੇ ਸੀਗੇ। ਮੈਘਾਲਿਅਨ ਪਲੇਟੂ ਇਜ਼ ਨਾਰਥ ਪਾਰਟ ਆਫ ਨਾਰਥ ਈਸਟ। ਬੜਾ ਚਿਰ ਹੋ ਗਿਆ ਇਕੱਠੇ ਹੋਇਆਂ ਨੂੰ, ਲੋਕ ਇੱਕੋ ਜਿਹੇ ਨੇ ਹੁਣ, ਕਿਉਂਕਿ ਲੋਕ ਤਾਂ ਪਹਾੜਾਂ ਦੇ ਬਣਨ ਤੋਂ ਕਈ ਲੱਖਾਂ ਸਾਲ ਬਾਅਦ ਆਏ ਆ। ਲੋਕਾਂ ਨੂੰ ਥੋੜਾ ਪਤਾ ਕਿ ਜਿਸ ਧਰਤੀ ਤੇ ਅਸੀਂ ਰਹਿ ਰਹੇ ਹਾਂ ਇਹ ਇੰਡੀਅਨ ਪਲੇਟ ਆ, ਤੇ ਜਿਹੜੀ ਧਰਤੀ ਪਰਲੇ ਪਾਸੇ ਆ ਉਹ ਨਵੀਂ ਫਰੈਸ਼ ਬਣੀ ਹੋਈ ਧਰਤੀ ਆ। ਉਹਨਾਂ ਨੂੰ ਤਾਂ ਨਹੀਂ ਪਤਾ ਇਸ ਗੱਲ ਦਾ। ਪਰ ਮੈਘਾਲਿਅਨ ਪਲੇਟੂ ਇਜ਼ ਨਾਟ ਅ ਪਾਰਟ ਆਫ ਨਾਰਥ ਇੰਡੀਆ। ਮੈਘਾਲਿਅਨ ਪਲੇਟੂ ਜਿਹੜਾ ਮੇਘਾਲਿਆ ਦਾ ਪਠਾਰ ਆ, ਇਹ ਇੰਡੀਅਨ ਪਲੇਟ, ਭਾਰਤੀ ਪਲੇਟ ਦਾ ਹਿੱਸਾ ਹੈ। ਜਿਹੜੀ ਪਲੇਟ ਯਾਦ ਆ 130 ਮਿਲੀਅਨ ਸਾਲ ਪਹਿਲਾਂ ਅਫਰੀਕਾ ਵੱਲੋਂ ਚੱਲ ਕੇ ਆਈ ਸੀ। ਫਿਰ ਇਹ ਨਾਰਥ ਈਸਟ ਨਾਲ ਕਿਵੇਂ ਮਿਕਸ ਹੋ ਗਿਆ, ਇਹਦੀ ਕਾਰਨ ਕੀ ਆ? ਜਦੋਂ ਆਹ ਪਲੇਟ ਇੱਥੋਂ ਟਕਰਾਈ ਨਾ, ਉਸ ਟਾਈਮ ਇੱਥੇ ਇੱਕ ਨਦੀ ਵਹਿੰਦੀ ਸੀ, ਸਭ ਨੂੰ ਪਤਾ ਉਸ ਨਦੀ ਦਾ ਨਾਮ ਇੰਡੋ ਬਰਮਾ ਦਰਿਆ। ਉਹ ਨਦੀ ਟੁੱਟ ਗਈ, ਉਹਦਾ ਇੱਕ ਹਿੱਸਾ ਐਵੇਂ ਵਹਿਣ ਲੱਗ ਪਿਆ, ਉਹਨੂੰ ਕਹਿਣ ਲੱਗ ਪਏ ਇੰਡਸ ਨਦੀ। ਇੱਕ ਉਹ ਚੋਂ ਨਾਲੀ ਜੀ ਐ ਨਿਕਲ ਗਈ, ਉਹਨੂੰ ਕਹਿਣ ਲੱਗ ਪਏ ਗੰਗਾ ਨਦੀ। ਇੱਕ ਨਦੀ ਐ ਟੁੱਟ ਗਈ, ਉਹਨੂੰ ਕਹਿਣ ਲੱਗ ਪਏ ਬ੍ਰਹਮਪੁੱਤਰਾ ਨਦੀ। ਉਹ ਜਿਹੜੀ ਬ੍ਰਹਮਪੁੱਤਰਾ ਨਦੀ ਸੀ, ਉਹਨੂੰ ਪਤਾ ਲੱਗ ਗਿਆ ਕਿ ਬ੍ਰਹਮਪੁੱਤਰਾ ਨਦੀ ਨੂੰ ਪਤਾ ਲੱਗ ਗਿਆ ਕਿ ਇੰਡੀਆ ਦੀ ਪਲੇਟ ਐਵੇਂ ਟਕਰਾਈ ਆ ਕੇ ਉਹਨੇ ਇਸੇ ਪਲੇਟ ਚੋਂ ਆਪਣਾ ਰਾਹ ਲੱਭ ਲਿਆ। ਕਿ ਜਿੱਥੇ ਜਿੱਥੇ ਪਲੇਟਾਂ ਦੋ ਜੁੜੀਆਂ ਸੀ, ਉਹਨੂੰ ਪਤਾ ਸੀ ਕਿ ਪਲੇਟਾਂ ਦੇ ਵਿੱਚ ਖੁਰਚਣਾ ਸੌਖਾ ਹੈ। ਉਹਨੇ ਇਹਨਾਂ ਪਲੇਟਾਂ ਚੋਂ ਰਾਹ ਲੱਭ ਕੇ ਐਵੇਂ ਆ ਕੇ ਬੇ ਆਫ ਬੰਗਾਲ 'ਚ ਆਪਣਾ ਰਾਹ ਬਣਾ ਲਿਆ। ਉਹਨੇ ਕੀ ਕੀਤਾ, ਨਦੀ ਨੇ ਐਵੇਂ ਦਾ ਰਾਹ ਬਣਾਇਆ ਕਿ ਮੈਘਾਲਿਅਨ ਪਲੇਟੂ ਉਸ ਨਦੀ ਦੇ ਰਾਹ ਤੋਂ ਇੱਧਰਲੇ ਪਾਸੇ ਹੋ ਗਿਆ, ਤੇ ਕਿਸੇ ਕਾਰਨ ਕਰਕੇ ਦਬਾਅ ਪੈਣ ਕਰਕੇ ਉੱਥੋਂ ਮਿੱਟੀ ਦਬ ਗਈ। ਇਸੇ ਕਰਕੇ ਜਿਹੜਾ ਮੈਘਾਲਿਅਨ ਪਲੇਟੂ ਆ ਉਹ ਇੱਕ ਪਾਸੇ ਰਹਿ ਗਿਆ। ਛੋਟਾ ਨਾਗਪੁਰ ਬਿਹਾਰ ਬਹੂਰ ਦਾ ਜਿਹੜਾ ਪਲੇਟੂ ਆ ਇੱਕ ਪਾਸੇ ਰਹਿ ਗਿਆ। ਤੁਸੀਂ ਕਹੋਗੇ ਸਰ ਬ੍ਰਹਮਪੁੱਤਰਾ ਨੂੰ ਰਾਹ ਕਿਵੇਂ ਲੱਭ ਗਿਆ? ਇਹ ਪੂਰਾ ਇੱਕੋ ਹੀ ਪਲੇਟੂ ਹੁੰਦਾ ਸੀ ਪਹਿਲਾਂ, ਪੂਰੇ ਦਾ ਪੂਰਾ। ਜੇ ਅਸੀਂ ਬਿਹਾਰ ਨੂੰ ਤੇ ਮੇਘਾਲਿਆ ਨੂੰ ਦੇਖੀਏ ਨਾ, ਆ ਪੂਰੇ ਦਾ ਪੂਰਾ ਇੱਕ ਹੀ ਪਠਾਰ ਸੀਗਾ। ਆ ਵਿੱਚ ਵਾਲਾ ਪਾਸਾ ਨਾ ਜਦੋਂ ਪਲੇਟਾਂ ਟਕਰਾਈਆਂ, ਆ ਵਿੱਚ ਵਾਲਾ ਪਾਸਾ ਟੁੱਟ ਕੇ ਥੱਲੇ ਬਹਿ ਗਿਆ, ਤੇ ਉੱਪਰੋਂ ਆ ਰਹੀ ਬ੍ਰਹਮਪੁੱਤਰਾ ਨੂੰ ਇੱਥੋਂ ਹੀ ਰਾਹ ਲੱਭ ਗਿਆ। ਜਦੋਂ ਪੂਰੇ ਦਾ ਪੂਰਾ ਵੱਡਾ ਪਲੇਟੂ ਟੁੱਟ ਕੇ ਇੱਕ ਇੱਧਰ ਹੋ ਗਿਆ, ਇੱਕ ਇੱਧਰ ਹੋ ਗਿਆ, ਤਾਂ ਇਮੇਜਿਨ ਕਰੋ ਇੱਕ ਪਲੇਟੂ ਇੱਧਰ ਹੋਵੇ, ਇੱਕ ਪਲੇਟੂ ਇੱਧਰ ਹੋਵੇ। ਇਹਨੂੰ ਤੁਸੀਂ ਛੋਟਾ ਨਾਗਪੁਰ ਪਲੇਟੂ ਕਹੋ। ਅੱਜ ਦੇ ਝਾਰਖੰਡ, ਛੱਤੀਸਗੜ੍ਹ, ਝਾਰਖੰਡ ਵਾਲਾ ਇਲਾਕਾ ਹੋਵੇ, ਬਿਹਾਰ ਝਾਰਖੰਡ, ਇਹਨੂੰ ਤੁਸੀਂ ਮੇਘਾਲਿਅਨ ਪਲੇਟੂ ਕਹੋ। ਇੱਥੋਂ ਨਦੀ ਲੰਘਦੀ ਹੋਵੇ ਹੁਣ ਇੱਕ ਬ੍ਰਹਮਪੁੱਤਰਾ, ਜਿਹੜੀ ਉੱਪਰੋਂ ਥੱਲੇ ਨੂੰ ਆਵੇ। ਸਾਨੂੰ ਐਂ ਲੱਗਦਾ ਕਿ ਆਹ ਚੀਜ਼ ਤੇ ਆਹ ਚੀਜ਼ ਤੇ ਆਪਸ 'ਚ ਇੱਕ ਹੈ ਹੀ ਨਹੀਂ ਕਦੀ। ਪਰ ਮੈਘਾਲਿਅਨ ਪਲੇਟੂ ਇਜ਼ ਅ ਪਾਰਟ ਆਫ ਇੰਡੀਅਨ ਪੈਨਿਨਸੂਲਾ। ਇਹ ਉਸ ਪਲੇਟ ਦਾ ਹਿੱਸਾ ਹੈ। ਤੁਸੀਂ ਇੱਕ ਗੱਲ ਇੰਟਰਸਟਿੰਗ ਦੇਖੋਗੇ, ਮੇਰਾ ਅਗਲਾ ਲੈਕਚਰ ਤਾਂ ਹੋਊਗਾ ਜੀ ਪਲੇਨਸ ਦਾ, ਭਾਰਤ ਦੇ ਮੈਦਾਨ ਕਿਵੇਂ ਬਣੇ। ਉਸ ਤੋਂ ਅਗਲਾ ਮੇਰਾ ਲੈਕਚਰ ਹੋਊਗਾ ਪਲੇਨਸ ਤੋਂ ਬਾਅਦ ਮੇਰਾ ਪਲੇਟੂਸ ਦਾ, ਕਿ ਇੰਡੀਆ ਦੇ ਵਿੱਚ ਜਿਹੜਾ ਦੱਖਣੀ ਪਲੇਟੂ ਆ, ਆਹ ਵਾਲਾ, ਜਿਹੜੀ ਇੰਡੀਆ ਦੀ ਥੱਲੜੀ ਪਲੇਟ ਆ, ਜਿਹੜੀ ਅਫਰੀਕਾ ਵੱਲੋਂ ਚੱਲ ਕੇ ਆਈ ਆ, ਇਹਦੇ 'ਚ ਕਿਹੜੇ ਕਿਹੜੇ ਪਲੇਟੂ ਆ। ਤਾਂ ਤੁਸੀਂ ਉਦੋਂ ਸ਼ੌਕ ਨਾ ਹੋ ਜਿਓ, ਮੈਂ ਕਹੂੰਗਾ ਕਿ ਇਹਦੇ 'ਚ ਇੱਕ ਪਲੇਟੂ ਦਾ ਨਾਮ ਮੈਘਾਲਿਅਨ ਪਲੇਟੂ ਆ। ਮੈਘਾਲਿਅਨ ਪਲੇਟੂ ਤੱਕ ਇੰਡੀਆ ਦੀ ਥੱਲੇ ਵਾਲੀ ਪਲੇਟ ਫਿਲਰੀ ਹੋਈ ਹੈ। ਹਾਂ, ਉੱਪਰਲਾ ਹਿੱਸਾ ਸਾਰਾ ਜਿਹੜਾ ਐਵੇਂ 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 ਵਾਲਾ ਜਿਹੜਾ, ਇਹ ਸਾਰਾ ਬਾਅਦ 'ਚ ਬਣਿਆ। ਜਦੋਂ ਆ ਪਲੇਟ ਉੱਪਰ ਟਕਰਾਈ ਨਾ ਜਾ ਕੇ, ਤਾਂ ਇਹ ਪਹਾੜ ਤਾਂ ਪਹਿਲਾਂ ਦੇ ਹੀ ਬਣੇ ਹੋਏ ਆ, ਗਾਰੋ ਖਾਸੀ ਜੈਂਤੀਆ। ਹੁਣ ਨਹੀਂ ਪਤਾ ਲੱਗਦਾ, ਬਿਕੋਜ਼ ਹੁਣ ਸਾਰਾ ਨਾਰਥ ਈਸਟ ਇੱਕੋ ਹੀ ਹੋ ਗਿਆ। ਨਾ ਸਾਨੂੰ ਉੱਥੋਂ ਦੀ ਨੈਚੁਰਲ ਵੈਜੀਟੇਸ਼ਨ ਦਾ ਪਤਾ ਲੱਗੇ, ਕਿਉਂਕਿ ਬਨਸਪਤੀ ਯੁੱਗੀ ਨੂੰ ਵੀ ਤਾਂ ਹੁਣੀ ਹੋਏ ਆ, ਕਿੰਨੇ ਹਜ਼ਾਰ ਸਾਲ ਹੋਏ ਹੋਣਗੇ, 10,000 ਸਾਲ ਹੋਏ ਹੋਣਗੇ। ਬਨਸਪਤੀ ਯੁੱਗੀ ਤਾਂ 10,000 ਸਾਲ ਪਹਿਲਾਂ ਹੀ ਆ, ਤਾਂ ਉਹਨੂੰ ਕੀ ਪਤਾ ਕਿ ਉਹਦੇ ਥੱਲੇ ਮਿੱਟੀ ਕਿਹੜੀ ਆ। ਸੋ ਕੁੱਲ ਮਿਲਾ ਕੇ ਤੁਹਾਨੂੰ ਇਹ ਗੱਲ ਸਮਝ ਆਣੀ ਜਾਣੀ ਚਾਹੀਦੀ ਆ ਕਿ ਜਿਹੜੇ ਆਹ ਵਾਲੇ ਹਿਮਾਲਿਆਜ਼ ਨੇ, ਹਾਂ, ਜਿਹੜੇ ਆਹ ਵਾਲੇ ਹਿਮਾਲਿਆਜ਼ ਨੇ, ਗਾਰੋ ਖਾਸੀ ਜੈਂਤੀਆ, ਇਹ ਪਲੇਟੂ ਦਾ ਹੀ ਪਾਰਟ ਨੇ। ਜਿਹੜੀ ਪਲੇਟ ਇੰਡੀਆ ਦੀ ਅਫਰੀਕਾ ਵੱਲੋਂ ਚੱਲ ਕੇ ਆਈ ਹੈ। ਕਦੇ YouTube ਤੇ ਸਰਚ ਕਰਿਓ ਓਰੀਜਨ ਆਫ ਹਿਮਾਲਿਆਜ਼, ਇੱਕ 2 ਮਿੰਟ ਦੀ ਵੀਡੀਓ ਆਉਂਦੀ ਆ, ਕਿਵੇਂ ਥੱਲਿਓਂ ਪਲੇਟ ਮੂਵ ਕਰਦੀ ਉੱਪਰ ਨੂੰ ਆਉਂਦੀ ਆ। YouTube ਤੇ 2 ਮਿੰਟ ਦੀ ਵੀਡੀਓ, 1 ਮਿੰਟ ਦੀ ਵੀਡੀਓ ਆ ਓਰੀਜਨ ਆਫ ਹਿਮਾਲਿਆਜ਼। ਤਾਂ ਤੁਹਾਨੂੰ ਆਪ ਹੀ ਸਮਝ ਆ ਜਾਊਗਾ ਕਿ ਅੱਛਾ ਯਾਰ, ਪ੍ਰੈਕਟੀਕਲੀ ਵੀਡੀਓ ਰੂਪ ਦੇ ਵਿੱਚ ਤੁਸੀਂ ਦੇਖ ਸਕਦੇ ਹੋਵੋਗੇ ਕਿ ਅੱਛਾ ਇਸ ਤਰੀਕੇ ਨਾਲ ਜਿਹੜੀ ਮੂਵਮੈਂਟ ਜਿਹੜੀ ਆ ਉਹ ਹੋਈ ਆ। ਠੀਕ ਆ, ਸੋ ਆਹ ਦੱਸਿਆ ਮੈਂ ਤੁਹਾਨੂੰ ਕਿ ਕਿਸ ਤਰੀਕੇ ਨਾਲ ਆਪਾਂ ਨੂੰ ਉੱਪਰੋਂ ਇੱਥੋਂ ਪਹਾੜ ਆ ਜਿਹੜੇ, ਠੀਕ ਆ ਅਬੋਰ ਮਿਸ਼ਮੀ, ਇੱਥੋਂ ਨਾ ਯੂ ਟਰਨ ਮਿਲਦਾ ਹੈ। ਇਹਨਾਂ ਪਹਾੜਾਂ ਦਾ ਨਾਮ ਆ ਨਮਚਾ ਬਾਰਵਾ ਪਹਾੜ, ਫਿਰ ਪਟਕਈਬਮ, ਫਿਰ ਨਾਗਾ ਹਿਲਸ। ਹੁਣ ਦੇਖੋ, ਜੇ ਕੋਈ ਮੈਨੂੰ ਕਵੇ ਕਿ ਇੰਡੀਆ ਦੇ ਸਰ ਮੈਪ ਤੇ ਆਪਾਂ ਇਹਨਾਂ ਨੂੰ ਲੋਕੇਟ ਕਰ ਲਈਏ ਥੋੜਾ ਜਿਹਾ, ਜੇ ਆਪਾਂ ਇਹਨਾਂ ਨੂੰ ਇੰਡੀਆ ਦੇ ਮੈਪ ਤੇ ਲੋਕੇਟ ਕਰੀਏ ਨਾ, ਆਹ ਦੇਖੋ, ਆ ਨਾਗਾਲੈਂਡ ਦੇ ਵਿੱਚ ਆ ਜਾਂਦੇ ਆ ਇੱਥੇ, ਤੇ ਜਿੱਥੇ ਨਾਗਾਲੈਂਡ ਤੇ ਅਸਾਮ, ਅਰੁਣਾਚਲ ਦਾ ਬਾਰਡਰ ਆ,
ਇੱਥੇ ਤਾਂ ਹੈਗੇ ਆ ਪਟਕਈ ਬੰਮ, ਠੀਕ ਆ। ਇਸ ਤੋਂ ਉੱਪਰ ਇੱਥੇ ਅਸਾਮ ਮੇਘਾਲਿਆ ਚ ਗਾਰੋ ਖਾਸੀ ਜੈਂਤੀ ਆ, ਇੱਥੇ ਹੈਗੇ ਆ ਮੇਘਾਲਿਆ ਅਸਾਮ ਬਾਰਡਰ ਤੇ ਬਰੈਲ ਹਿਲਸ, ਆ ਅੱਗੇ ਆ ਗਿਆ ਆਪਣੇ ਕੋਲ ਮਨੀਪੁਰ, ਇੱਥੇ ਹੈਗੇ ਆ ਮਨੀਪੁਰ ਹਿਲਸ, ਅੱਗੇ ਮਿਜ਼ੋਰਮ ਆ ਗਿਆ, ਮਿਜ਼ੋਰਮ ਚ ਹੈਗੇ ਲੁਸ਼ਾਈ ਹਿਲਸ, ਕਿਹੜੀਆਂ ਪਹਾੜੀਆਂ? ਲੁਸ਼ਾਈ ਹਿਲਸ। ਤ੍ਰਿਪੁਰਾ ਦੇ ਵਿੱਚ ਹੈਗੀਆਂ ਤ੍ਰਿਪੁਰਾ ਹਿਲਸ, ਮੇਘਾਲਿਆ ਦੇ ਵਿੱਚ ਹੈਗੀਆਂ ਆਪਣੇ ਕੋਲ ਗਾਰੋ ਖਾਸੀ ਜੈਂਤੀ ਆ, ਅਬੋਰ ਮਿਸ਼ਮੀ ਸਾਰੀਆਂ ਉਹ ਤਾਂ ਇੱਥੇ ਹੀ ਨੇ, ਉੱਪਰ ਹੀ ਆ, ਠੀਕ ਆ। ਅਬੋਰ ਮਿਸ਼ਮੀ ਨਮਚਾ ਬਾਰਵਾ ਉਹ ਸਾਰੀਆਂ ਕਿੱਥੋਂ ਦੀਆਂ ਪਹਾੜੀਆਂ ਨੇ? ਅਰੁਣਾਚਲ ਪ੍ਰਦੇਸ਼ ਦੀਆਂ। ਤਾਂ ਹੁਣ ਤੁਹਾਨੂੰ ਸਭ ਤੋਂ ਵੱਡੀ ਗੱਲ ਆਊਗੀ ਕਿ ਸਰ ਨਾਗਾਲੈਂਡ ਦੇ ਵਿੱਚ ਜਿਹੜੀਆਂ ਪਹਾੜੀਆਂ ਨੇ ਉਹਨਾਂ ਦਾ ਕੀ ਨਾਮ ਆ? ਮੈਂ ਕਹੂੰਗਾ ਇੱਕ ਤਾਂ ਨਾਗਾਲੈਂਡ ਤੇ ਅਰੁਣਾਚਲ ਦੇ ਬਾਰਡਰ ਤੇ ਨੇ, ਇਹਨਾਂ ਦਾ ਨਾਮ ਤੇ ਹੈਗਾ ਏ ਪਟਕਈ ਬੰਮ। ਜਿਹੜੀਆਂ ਕੱਲੀਆਂ ਨਾਗਾਲੈਂਡ 'ਚ ਨੇ ਉਹਨਾਂ ਦਾ ਨਾਮ ਹੈਗਾ ਨਾਗਾ ਹਿਲਸ। ਨਾਗਾ ਹਿਲਸ ਹਾਂ ਥੋੜੀਆਂ ਜੀਆਂ ਬਰਮਾ 'ਚ ਵੀ ਫੈਲੀਆਂ ਹੋਈਆਂ, ਕਿਉਂਕਿ ਇੱਧਰਲਾ ਦੇਸ਼ ਬਰਮਾ ਵੀ ਆ, ਤਾਂ ਉੱਥੋਂ ਦੀ ਹਾਈਐਸਟ ਪੀਕ ਆ ਸਰਾਮਤੀ। ਸੋ ਹੁਣ ਮੈਂ ਕੱਲੀ ਸਟੇਟ ਦੀ ਹਾਈਐਸਟ ਪੀਕ ਬਾਰੇ ਥੋੜਾ ਜਿਹਾ ਤੁਹਾਨੂੰ ਮੈਂ ਮਤਲਬ ਕਿ ਆਪਾਂ ਕੋਸ਼ਿਸ਼ ਕਰੀਏ ਕਿ ਇਹਨਾਂ ਚੀਜ਼ਾਂ ਨੂੰ ਆਪਾਂ ਸਮਝਣ ਦੀ। ਆ ਜਾਓ, ਇੱਕ ਗੱਲ ਦੱਸੋ, ਇੱਥੋਂ ਤੱਕ ਦੀ ਸਾਰੀ ਸਟੋਰੀ ਸਮਝ ਆ ਗਈ? ਠੀਕ ਆ। ਤਾਂ ਹੁਣ ਦੇਖਦੇ ਆ ਇੱਥੇ, ਹੁਣ ਪਲੀਜ਼ ਧਿਆਨ ਨਾਲ ਸਮਝਿਓ। ਅਰੁਣਾਚਲ ਪ੍ਰਦੇਸ਼ ਦੀ ਜਿਹੜੀ ਹਾਈਐਸਟ ਪੀਕ ਆ ਦੈਟ ਇਜ਼ ਮਾਊਂਟ ਕਾਂਗਟੋ, ਨਮਚਾ ਬਾਰਵਾ ਦੇ ਵਿੱਚ ਆਉਂਦੀ ਆ, ਤੇ ਇਹ ਅਰੁਣਾਚਲ ਪ੍ਰਦੇਸ਼ ਦੀ ਹਾਈਐਸਟ ਪੀਕ ਆ, ਠੀਕ ਆ। ਸੋ ਇਹ ਆਪਾਂ ਨੂੰ ਗੱਲ ਕਲੀਅਰ ਹੋ ਗਈ। ਇਸ ਤੋਂ ਬਾਅਦ ਅੱਗੇ ਆ ਗਿਆ ਮਾਊਂਟ ਸਰਾਮਤੀ, ਨਾਗਾਲੈਂਡ ਚ ਆਉਂਦੀ ਆ ਤੇ ਨਾਗਾ ਹਿਲਸ ਦੀ ਹਾਈਐਸਟ ਪੀਕ ਆ, ਇਹ ਵੀ ਗੱਲ ਯਾਦ ਰੱਖਿਓ। ਨੈਕਸਟ ਉਸ ਤੋਂ ਬਾਅਦ ਮਾਊਂਟ ਟੈਂਪੂ, ਇਹ ਬਰਾਇਲ ਰੇਂਜ ਦੀ ਹਾਈਐਸਟ ਪੀਕ ਆ, ਠੀਕ ਆ, ਤੇ ਇਹ ਮਨੀਪੁਰ ਤੇ ਨਾਗਾਲੈਂਡ ਦੇ ਬਾਰਡਰ ਤੇ ਆਉਂਦੀ ਹੈ, ਇਹ ਵੀ ਗੱਲ ਕਲੀਅਰ ਹੋ ਗਈ। ਉਸ ਤੋਂ ਬਾਅਦ ਨੈਕਸਟ ਫੰਗਪੁਈ, ਇਹਨੂੰ ਬਲੂ ਮਾਊਂਟੇਨਸ ਵੀ ਕਹਿੰਦੇ ਆ, ਇਹ ਮੀਜ਼ੋ ਹਿਲਸ ਦਾ ਹੀ ਦੂਜਾ ਨਾਮ ਆ ਲੁਸ਼ਾਈ ਹਿਲਸ, ਇਹ ਮੀਜ਼ੋਰਮ ਦੀ ਹਾਈਐਸਟ ਪੀਕ ਆ। ਫੈਕਟ ਸਮਝ ਆ ਰਹੇ ਆ ਕਿ ਮੀਜ਼ੋਰਮ 'ਚ ਜਿਹੜੀਆਂ ਪਹਾੜੀਆਂ ਉਹਨਾਂ ਨੂੰ ਕੀ ਕਹਿੰਦੇ ਆ? ਲੁਸ਼ਾਈ ਹਿਲਸ। ਉੱਥੋਂ ਦੀ ਹਾਈਐਸਟ ਪੀਕ ਕਿਹੜੀ ਆ? ਉੱਥੋਂ ਦੀ ਹਾਈਐਸਟ ਪੀਕ ਹੈਗੀ ਆ ਆਪਣੇ ਕੋਲ ਫੁੰਗਪਈ, ਭਾਵ ਬਲੂ ਮਾਊਂਟੇਨਸ। ਸਰਾਮਤੀ ਨਾਗਾ ਹਿਲਸ ਦੀ ਹਾਈਐਸਟ ਪੀਕ ਆ, ਤੇ ਨਾਗਾ ਹਿਲਸ ਕਿੱਥੋਂ ਦੀਆਂ ਪਹਾੜੀਆਂ? ਨਾਗਾਲੈਂਡ ਦੀਆਂ। ਉਸ ਤੋਂ ਬਾਅਦ ਮਾਊਂਟ ਕੰਗਟੋ ਨਮਚਾ ਬਾਰਵਾ ਦੀ ਹਾਈਐਸਟ ਪੀਕ ਆ, ਤੇ ਇਹ ਪਹਾੜੀਆਂ ਕਿੱਥੋਂ ਦੀਆਂ? ਅਰੁਣਾਚਲ ਪ੍ਰਦੇਸ਼ ਦੀਆਂ, ਠੀਕ ਆ। ਸੋ ਇਹ ਆਪਾਂ ਨੂੰ ਕਲੀਅਰ ਹੋ ਗਿਆ। ਇਸ ਤੋਂ ਬਾਅਦ ਆਪਣੇ ਕੋਲ ਤ੍ਰਿਪੁਰਾ ਦੀ ਹਾਈਐਸਟ ਪੀਕ ਹੈਗੀ ਆ ਬਲਿੰਚਿਪ। ਸੋ ਬਲਿੰਚਿਪ ਤ੍ਰਿਪੁਰਾ ਹਿਲਸ ਦੀ ਹਾਈਐਸਟ ਪੀਕ ਆ। ਤ੍ਰਿਪੁਰਾ, ਮਿਜ਼ੋਰਮ, ਮਨੀਪੁਰ, ਨਾਗਾਲੈਂਡ ਤੇ ਅਰੁਣਾਚਲ ਪ੍ਰਦੇਸ਼, ਕਲੀਅਰ ਹੋ ਗਿਆ। ਇਸ ਤੋਂ ਬਾਅਦ ਇੱਕ ਬੜਾ ਇੰਪੋਰਟੈਂਟ ਫੈਕਟ ਆ ਮੇਘਾਲਿਅਨ ਪਲੇਟੂ। ਮੇਘਾਲਿਅਨ ਪਲੇਟੂ ਬਾਰੇ ਮੈਂ ਤੁਹਾਨੂੰ ਇੱਕ ਗੱਲ ਜ਼ਰੂਰ ਦੱਸ ਚੁੱਕਿਆ ਹੁਣ ਕਿ ਬਈ ਇੱਕ ਗੱਲ ਦਾ ਖਾਸ ਧਿਆਨ ਰੱਖਿਓ ਹਿਮਾਲਿਅਨ ਪਲੇਟੂ ਬਾਰੇ, ਕਿ ਮੇਘਾਲਿਅਨ ਪਲੇਟੂ ਨੂੰ ਇੰਡੀਅਨ ਹਿਮਾਲਿਅਨ ਸਿਸਟਮ ਦਾ ਪਾਰਟ ਹੀ ਨਾ ਸਮਝ ਲਿਓ। ਇਹ ਉਸ ਪਲੇਟ ਤੇ ਸੀਗਾ ਜਿਹੜੀ ਪਲੇਟ ਅਫਰੀਕਾ ਵੱਲੋਂ ਚੱਲ ਕੇ ਆਈ ਹੈ। ਜਿੱਦਣ ਮੈਂ ਤੁਹਾਨੂੰ ਪਲੇਟਾਂ ਵਾਲਾ ਚੈਪਟਰ ਪੜ੍ਹਾ ਰਿਹਾ ਸੀ, ਮੈਂ ਉਦੋਂ ਕਿਹਾ ਸੀ ਕਿ ਇਹ ਚੈਪਟਰ ਬਹੁਤ ਬੋਰਿੰਗ ਆ, ਪਰ ਭਾਵੇਂ ਉਦੋਂ ਤੁਹਾਨੂੰ ਬਿਲਕੁਲ ਵੀ ਸਮਝ ਨਾ ਆਵੇ, ਪਰ ਹਾਂ ਜਦੋਂ ਇਹਦੇ 2-2 ਮਿੰਟ ਦੇ ਕਿੱਸੇ ਕਿਸੇ ਲੈਕਚਰ ਦੇ ਵਿੱਚ ਆਏ ਤਾਂ ਤੁਹਾਨੂੰ ਹੋਊਗਾ ਕਿ ਹਾਂ ਸਾਨੂੰ ਯਾਦ ਆ ਇੰਨੀ ਕੁ ਗੱਲ ਕਿ ਇੰਡੀਆ ਦੀ ਪਲੇਟ ਅਫਰੀਕਾ ਵੱਲੋਂ ਚੱਲ ਕੇ ਆਈ ਆ, ਉਹਦੇ ਤੇ ਮੇਘਾਲਿਅਨ ਪਲੇਟੂ ਆ। ਤੇ ਦੇਖੋ ਉਹਦੇ ਤੇ 3 ਹਿਲਸ ਬਹੁਤ ਮਸ਼ਹੂਰ ਨੇ, ਕਿਹੜੀਆਂ? ਗਾਰੋ ਖਾਸੀ ਤੇ ਜੈਂਤੀਆ। ਗਾਰੋ ਦੀ ਹਾਈਐਸਟ ਪੀਕ ਆ ਨੌਕਰੇਕ ਪੀਕ। ਤੇ ਮੈਂ ਤੁਹਾਡੀ ਜਾਣਕਾਰੀ ਲਈ ਦੱਸਦਾ, ਇੰਡੀਆ ਦੇ 18 ਬਾਇਓਸਫੀਅਰ ਰਿਜ਼ਰਵ ਆ ਨਾ, ਉਹਨਾਂ 18 ਬਾਇਓਸਫੀਅਰ ਰਿਜ਼ਰਵ ਚੋਂ ਇੱਕ ਨੌਕਰੇਕ ਵੀ ਆ, ਮੋਸਟ ਇੰਪੋਰਟੈਂਟ। ਲਓ ਜੀ, ਇਸੇ ਬਹਾਨੇ ਬਾਇਓਸਫੀਅਰ ਰਿਜ਼ਰਵ ਜੀਵ ਮੰਡਲ ਸਥਲ ਵੀ ਸਾਨੂੰ ਯਾਦ ਹੋ ਗਏ, ਤੇ ਪੜਾਉਂਗਾ ਮੈਂ ਕਿ ਬਾਇਓਸਫੀਅਰ ਰਿਜ਼ਰਵ ਹੁੰਦੇ ਕੀ ਆ। ਭਾਰਤ 'ਚ ਅਜਿਹੇ 18 ਜੰਗਲ ਨੇ ਜਿਨ੍ਹਾਂ ਨੂੰ ਬਾਇਓਸਫੀਅਰ ਰਿਜ਼ਰਵ ਡਿਕਲੇਅਰ ਕਰ ਰੱਖਿਆ ਹੈ। ਸੋ ਨੌਕਰੇਕ ਉਹਨਾਂ ਚੋਂ ਆ। ਉਸ ਤੋਂ ਬਾਅਦ ਖਾਸੀ ਮਾਊਂਟੇਨਸ, ਇੱਥੋਂ ਦੀ ਹਾਈਐਸਟ ਪੀਕ ਆ ਸ਼ਿਲੌਂਗ, ਠੀਕ ਆ। ਸ਼ਿਲੌਂਗ ਪੀਕ ਇੱਥੋਂ ਦੀ ਹਾਈਐਸਟ ਆ। ਤੇ ਮਾਰੰਕਿਸ਼, ਇਹ ਖਾਸੀ ਪਹਾੜੀਆਂ ਜੈਂਤੀਆ ਦੀ ਹਾਈਐਸਟ ਪੀਕ ਆ। ਗਾਰੋ, ਖਾਸੀ ਤੇ ਜੈਂਤੀਆ, ਇਹ 3 ਅਜਿਹੇ ਇਲਾਕੇ ਨੇ ਮਨੀਪੁਰ ਦੇ ਜਿਹੜੇ ਮਨੀਪੁਰ ਦੇ ਵਿੱਚ ਵੱਖਰੇ ਕੰਟੈਕਸਟ 'ਚ ਬਹੁਤ ਇੰਪੋਰਟੈਂਟ ਨੇ। ਮਨੀਪੁਰ ਦੀ ਜੇ ਪੋਲਿਟੀ ਬਾਰੇ ਪੜਾਂਗੇ, ਸਿਆਸਤ ਬਾਰੇ ਪੜਾਂਗੇ, ਤਾਂ ਮਨੀਪੁਰ 'ਚ 3 ਆਟੋਨੋਮਸ ਡਿਸਟ੍ਰਿਕਟ ਨੇ ਮਨੀਪੁਰ ਦੇ, ਮੇਘਾਲਿਆ ਦੇ ਵਿੱਚ, ਮਨੀਪੁਰ ਕਹਿਤਾ ਮੈਂ, ਮੇਘਾਲਿਆ। ਤੇ ਜੇ ਤੁਹਾਡੇ ਚੋਂ ਕਿਸੇ ਨੇ ਮੇਰੇ ਤੋਂ ਪੋਲਿਟੀ ਪੜ੍ਹੀ ਆ ਜਾਂ ਪੜ੍ਹਨੀ ਆ, ਉਹਨਾਂ ਨੂੰ ਪਤਾ ਹੋਊਗਾ ਕਿ ਗਾਰੋ, ਖਾਸੀ ਤੇ ਜੈਂਤੀਆ 3 ਵੱਖਰੇ ਆਟੋਨੋਮਸ ਡਿਸਟ੍ਰਿਕਟ ਵੀ ਨੇ। ਇਹ ਪੋਲਿਟੀ ਹੋ ਗਈ। ਇਹ 3 ਮਾਊਂਟੇਨ ਰੇਂਜਿਸ ਵੀ ਨੇ, ਇਹ ਵੀ ਬੜੀ ਇੰਪੋਰਟੈਂਟ ਗੱਲ ਹੈ। ਇਹ ਜੀਓਗ੍ਰਾਫੀ ਹੋ ਗਈ। ਤੇ ਜੀਓਗ੍ਰਾਫੀ ਦੇ ਵਿੱਚ ਵੀ ਫਿਜ਼ੀਓਗ੍ਰਾਫੀ 'ਚ ਪਤਾ ਲੱਗਿਆ ਜਾ ਕੇ ਕਿ ਇਹ ਤਿੰਨੇ ਰੇਂਜਿਸ ਜਿਹੜੀਆਂ ਨੇ ਇਹ ਹਿਮਾਲਿਆ ਦਾ ਪਾਰਟ ਨਾ ਹੋ ਕੇ ਪਲੇਟੂ ਦਾ ਪਾਰਟ ਨੇ। ਤੇ ਇੱਕ ਗੱਲ ਹੋਰ ਬੜੀ ਇੰਪੋਰਟੈਂਟ ਹੋ ਗਈ, ਜੇ ਤੁਹਾਨੂੰ ਕਿਸੇ ਨੇ ਪੁੱਛ ਲਿਆ ਕਿ ਦੱਸੋ ਵੀ ਗਾਰੋ ਹਿਲਸ ਦੀ ਹਾਈਐਸਟ ਪੀਕ ਕਿਹੜੀ ਆ
ਖਾਸੀ ਹਿਲਸ ਦੀ ਹਾਈਐਸਟ ਪੀਕ ਕਿਹੜੀ ਆ ਤੇ ਜੈਂਤੀਆ ਹਿਲਸ ਦੀ ਹਾਈਐਸਟ ਪੀਕ ਕਿਹੜੀ ਆ, ਤੇ ਤੁਹਾਨੂੰ ਗਾਰੋ ਖਾਸੀ ਜੈਂਤੀਆ ਦੀ ਹਾਈਐਸਟ ਪੀਕ ਜਿਹੜੀ ਆ ਉਹ ਪਤਾ ਹੋਣੀ ਚਾਹੀਦੀ ਆ। ਇੰਪੋਰਟੈਂਟ ਗੱਲ ਸਮਝ ਆ ਗਈ ਸਾਰਿਆਂ ਨੂੰ। ਸੋ ਸਭ ਤੋਂ ਪਹਿਲਾਂ ਤੇ ਅਸੀਂ ਹਾਂ ਲੈਕਚਰ ਦੇ ਇਸ ਹਿੱਸੇ ਤੱਕ ਪਹੁੰਚੇ ਕਿ ਬਈ ਇੰਡੀਆ ਦੇ ਵਿੱਚ ਜੇ ਮੈਂ ਇੰਡੀਆ ਦੇ ਹਿਮਾਲਿਆਜ਼ ਨੂੰ ਨਾਰਥ ਤੋਂ ਸਾਊਥ ਜਾਂ ਵੈਸਟ ਤੋਂ ਈਸਟ ਲਾਵਾਂ ਤਾਂ ਇੰਡੀਆ ਦੇ ਹਿਮਾਲਿਆਜ਼ 'ਚ ਕਿਹੜੀਆਂ ਹਾਈਐਸਟ ਪੀਕਸ ਜਿਹੜੀਆਂ ਨੇ ਉਹ ਤੁਹਾਨੂੰ ਦੇਖਣ ਨੂੰ ਮਿਲਣਗੀਆਂ। ਜਾਂ ਹੋਰ ਛੱਡੋ ਮਾਊਂਟੇਨਸ ਦੇ ਬਾਰੇ ਨਾਲ ਰਿਲੇਟਡ ਜਿਹੜੇ ਫੈਕਟ ਵੀ ਮੈਨੂੰ ਲੱਗਦਾ ਸੀਗਾ ਕਿ ਯਾਰ ਤੁਹਾਨੂੰ ਸਮਝ ਆਉਣੇ ਚਾਹੀਦੇ ਆ, ਕਿਉਂਕਿ ਹੁਣ ਦੇਖੋ ਅਗਲਾ ਟੌਪਿਕ ਮੈਂ ਪੜਾਉਣਾ ਤੁਹਾਨੂੰ ਪਲੇਨਸ ਦਾ, ਤਾਂ ਮੈਨੂੰ ਐ ਲੱਗਦਾ ਕਿ ਪਲੇਨਸ ਤੋਂ ਪਹਿਲਾਂ ਇਹ ਨਾ ਹੋਵੇ ਤੁਹਾਡੇ 'ਚ ਕੋਈ ਉੱਠ ਕੇ ਕਹਿ ਦੇ ਕਿ ਸਰ ਮਾਊਂਟੇਨਸ 'ਚੋਂ ਆਹ 2-4 ਫੈਕਟ ਰਹਿ ਗਏ। ਹੁਣ ਤੁਸੀਂ ਆਪ ਦੇਖੋ ਅਗਲੀ ਚੀਜ਼ ਆ ਗਈ ਗਲੇਸ਼ੀਅਰਸ, ਕਿ ਜਿੰਨੇ ਵੀ ਭਾਰਤ ਦੇ ਵਿੱਚ ਗਲੇਸ਼ੀਅਰਸ ਨੇ, ਹੁਣ ਗੌਰ ਕਰਿਓ ਆਹ ਇੱਕ ਫੋਟੋ ਆ ਜਿਹੜੀ ਬਹੁਤ ਕੁਝ ਕਲੀਅਰ ਕਰ ਦੂਗੀ ਕਿ ਪਾਕਿਸਤਾਨ ਆਕੂਪਾਈਡ ਕਸ਼ਮੀਰ ਦੇ ਵਿੱਚ ਬਾਈਫੋ, ਹਿਸਪਰ ਤੇ ਚੌਗਾਲੁਮਨਾ ਇਹ 2-3 ਗਲੇਸ਼ੀਅਰਸ ਨੇ ਜਿਹੜੇ ਪਾਕਿਸਤਾਨ ਆਕੂਪਾਈਡ ਕਸ਼ਮੀਰ 'ਚ ਨੇ। ਹੋਰ ਦੇਖੋ ਬਲਤਾਰੋ, ਇੱਕ ਇੱਥੇ ਆ ਜਾਂਦਾ ਸਿਆਚਿਨ ਗਲੇਸ਼ੀਅਰ, ਇਹਦੇ ਤੇ ਪਾਕਿਸਤਾਨ ਨੇ ਆਪਰੇਸ਼ਨ 1984 ਚ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਸੀ ਤੇ ਅਸੀਂ ਮਈ ਜੂਨ 1984 ਦੇ ਵਿੱਚ ਆਪਰੇਸ਼ਨ ਕੀਤਾ ਸੀ, ਫਿਰ ਇੱਕ ਆਪਰੇਸ਼ਨ ਮੇਘਦੂਤ ਆਈ ਥਿੰਕ, ਠੀਕ ਆ, ਤੇ ਅਸੀਂ ਸਿਆਚਿਨ ਗਲੇਸ਼ੀਅਰ ਪਾਕਿਸਤਾਨ ਤੋਂ ਛਡਵਾ ਲਿਆ ਸੀਗਾ। ਇਸ ਤੋਂ ਬਾਅਦ ਹੋਰ ਵੀ ਛੋਟੇ ਕਈ ਗਲੇਸ਼ੀਅਰਸ ਨੇ ਜਿਹੜੇ ਸਾਨੂੰ, ਜਿਵੇਂ ਆਪਾਂ ਨੂੰ ਇਵੇਂ ਲਿਖੇ ਹੋਏ ਆ ਕਿ ਕਿਹੜੇ ਗਲੇਸ਼ੀਅਰਸ, ਸਿਆਚਿਨ ਗਲੇਸ਼ੀਅਰ ਕਿੱਥੇ ਆ ਇਹਦੇ ਬਾਰੇ ਫੈਕਟ ਦੱਸਿਆ ਹੈ। ਇਹ ਉੱਥੋਂ ਕਮਾਓ ਹਿਲਸ ਦੇ ਵਿੱਚ ਇੱਕ ਗੰਗੋਤਰੀ ਗਲੇਸ਼ੀਅਰ ਆ ਜਿੱਥੋਂ ਬਾਗੀਰਥੀ ਨਿਕਲਦੀ ਆ, ਇੱਕ ਪਾਸਿਓਂ ਬਾਗੀਰਥੀ ਨਿਕਲੂਗੀ, ਇੱਕ ਪਾਸਿਓਂ ਅਲਕਨੰਦਾ ਨਿਕਲੂਗੀ, ਦੋਵੇਂ ਨਦੀਆਂ ਜੁੜ ਕੇ ਗੰਗਾ ਬਣਾਉਣਗੀਆਂ। ਇਹ ਆਪਾਂ ਅਗਲੇ ਲੈਕਚਰ 'ਚ ਪੜਾਂਗੇ, ਠੀਕ ਆ। ਸੋ ਗੰਗੋਤਰੀ ਗਲੇਸ਼ੀਅਰ ਪਤਾ ਲੱਗ ਗਿਆ ਤੁਹਾਨੂੰ, ਸੌਰੀ ਹਾਂਜੀ। ਸੋ ਇੰਡੀਆ ਦੇ ਜਿਹੜੇ ਇੰਪੋਰਟੈਂਟ ਗਲੇਸ਼ੀਅਰਸ ਨੇ, ਜਿਵੇਂ ਜ਼ੇਮੂ ਗਲੇਸ਼ੀਅਰ ਆ, ਪੇਪਰ 'ਚ ਨਾ ਜਿਹੜੇ ਪੇਪਰ 'ਚ ਬਹੁਤ ਵੱਧ ਇੰਪੋਰਟੈਂਟ ਆ, ਮੈਨੂੰ ਪਤਾ ਕਿ ਬਾਅਦ 'ਚ ਤੁਹਾਡੇ ਲਈ ਲੱਭਣੇ ਔਖੇ ਆ ਕਿ ਜ਼ੇਮੂ ਗਲੇਸ਼ੀਅਰ ਕਿਹੜੀ ਸਟੇਟ ਦੇ ਵਿੱਚ ਆ। ਹੁਣ ਤੁਹਾਨੂੰ ਇਹ ਤਾਂ ਪਤਾ ਲੱਗ ਗਿਆ ਕਿ ਗਲੇਸ਼ੀਅਰ ਕਿਹੜੇ ਕੰਮ ਆਉਂਦੇ ਆ। ਇੱਕ ਨਾ ਸਿੱਕਿਮ ਦੇ ਕੋਲੋਂ ਨਦੀ ਨਿਕਲਦੀ ਆ ਤੀਸਤਾ ਨਦੀ, ਮੈਂ ਦੱਸੂਗਾ ਅੱਗੇ ਜਾ ਕੇ ਕਿ ਉਹ ਤੀਸਤਾ ਦਰਿਆ ਜਿਹੜਾ ਹੈ ਨਾ ਉਹ ਕਿਸੇ ਟਾਈਮ ਗੰਗਾ ਦੇ ਵਿੱਚ ਜਾ ਕੇ ਜੁੜਦਾ ਸੀ ਤੇ ਅੱਜ ਦੇ ਸਮੇਂ ਉਹ ਬ੍ਰਹਮਪੁੱਤਰਾ 'ਚ ਜੁੜਨ ਲੱਗ ਪਿਆ। ਸੋ ਤੀਸਤਾ ਦਰਿਆ ਦਾ ਸੋਰਸ ਜ਼ੇਮੂ ਗਲੇਸ਼ੀਅਰ ਆ। ਇਹੋ ਜਿਹੇ ਸਵਾਲ ਪੇਪਰ 'ਚ ਆ ਜਾਂਦੇ ਆ ਕਿ ਤੀਸਤਾ ਦਾ ਸੋਰਸ ਹੇਠ ਲਿਖੇ 4 ਆਪਸ਼ਨਸ 'ਚੋਂ ਕਿਹੜਾ ਦਰਿਆ ਹੈ, ਜਾਂ ਜ਼ੇਮੂ ਗਲੇਸ਼ੀਅਰ ਜਿਹੜਾ ਹੈ ਹੇਠ ਲਿਖੇ 4 ਦਰਿਆਵਾਂ 'ਚੋਂ ਕਿਹਦਾ ਸੋਰਸ। ਸੋ ਐਵੇਂ ਦੇ ਸਵਾਲ ਪੇਪਰ 'ਚ ਉਲਝਾਉਣ ਨਾ, ਤਾਂ ਸੋ ਸਾਨੂੰ ਇਹ ਗੱਲ ਆਪਾਂ ਨੂੰ ਕਲੀਅਰ ਹੋ ਗਈ। ਛੋਟਾ ਸ੍ਰੀਗਰ ਗਲੇਸ਼ੀਅਰ ਹੋ ਗਿਆ। ਸੋ ਇਹ ਤਾਂ ਹੋ ਗਏ ਆਪਣੇ ਗਲੇਸ਼ੀਅਰਸ। ਗਲੇਸ਼ੀਅਰਸ ਤੋਂ ਬਾਅਦ ਦੂਸਰੀ ਚੀਜ਼ ਸਾਨੂੰ ਨਾ ਐਗਜ਼ੈਕਟਲੀ ਪੇਪਰ 'ਚ ਇਹ ਪੁੱਛਿਆ ਜਾਂਦਾ ਹੁੰਦਾ ਹੈ ਕਿ ਦੱਸੋ ਜੀ ਰੋਹਤਾਂਗ ਪਾਸ ਕਿਹੜੀ ਸਟੇਟ 'ਚ ਆ। ਹੁਣ ਦੇਖੋ ਆਹ ਹਿਮਾਚਲ ਦਾ ਗ੍ਰਾਫ ਆ, ਹਿਮਾਚਲ ਦੇ ਗ੍ਰਾਫ ਦੇ ਵਿੱਚ ਸ਼ਿਪੀਕਾ ਲਾ ਉਹ ਦਰਾ ਹੈ ਜਿਸ 'ਚੋਂ ਸਤਲੁਜ ਇੰਡੀਆ 'ਚ ਐਂਟਰ ਕਰਦੀ ਹੈ। ਇਸ ਤੋਂ ਬਾਅਦ ਰੋਹਤਾਂਗ ਪਾਸ, ਦਿਬਸਾ ਪਾਸ, ਇਹ ਸਾਰੇ ਜਿਹੜੇ ਆ ਇਹ ਹੈਗੇ ਆ ਆਪਣੇ ਹਿਮਾਚਲ 'ਚ। ਉਸ ਤੋਂ ਬਾਅਦ ਬਨੀਹਾਲ ਪਾਸ, ਪੀਰ ਪੰਜਾਲ, ਬੁਰਜ਼ਿਲ ਪਾਸ, ਜੋਜੀਲਾ, ਇਹ ਜਿਹੜਾ ਆਹ ਵਿੱਚ ਇੱਕ ਲਾਈਨ ਵੱਜੀ ਹੋਈ ਆ ਬੇਸਿਕਲੀ ਇਹ ਹੈਗੇ ਆ। ਇਸ ਤੋਂ ਉੱਪਰ ਹੈਗਾ ਆਪਣੇ ਕੋਲ ਲਦਾਖ ਤੇ ਲਾਈਨ ਤੋਂ ਥੱਲੇ ਕੀ ਆ ਆਪਣੇ ਕੋਲ ਜੰਮੂ ਕਸ਼ਮੀਰ, 2 ਯੂਨੀਅਨ ਟੈਰੀਟਰੀਜ਼ ਹੋ ਗਈਆਂ। ਹੁਣ ਮੈਨੂੰ ਨਹੀਂ ਲੱਗਦਾ ਕਿ ਜੇ ਪੇਪਰ 'ਚ, ਹੁਣ ਦੇਖੋ ਜੇ ਕੋਈ ਮੈਨੂੰ ਪੁੱਛੇ ਕਿ ਯਾਰ ਪੇਪਰ 'ਚ ਕਿਹੜੇ ਪਾਸ ਆ ਜਿਹੜੇ ਬੇਹੱਦ ਇੰਪੋਰਟੈਂਟ ਆ, ਜਿਹੜੇ ਪੇਪਰਾਂ 'ਚ ਲਗਾਤਾਰ ਘੁੰਮਦੇ ਆ, ਅਗਹਿਲ ਪਾਸ ਬਹੁਤ ਇੰਪੋਰਟੈਂਟ ਆ, ਪੈਨਿਸਲਾ ਬਹੁਤ ਇੰਪੋਰਟੈਂਟ ਆ, ਉਮਲਿੰਗਲਾ ਬਹੁਤ ਇੰਪੋਰਟੈਂਟ ਆ, ਤੇ ਜੇ ਮੈਂ ਇੱਥੇ ਆ ਜਾਣਾ ਅਰੁਣਾਚਲ ਪ੍ਰਦੇਸ਼ ਦੇ ਵਿੱਚ, ਅਰੁਣਾਚਲ ਪ੍ਰਦੇਸ਼ 'ਚ ਇੱਕ ਮੰਨਾ ਪਾਸ, ਨੀਤੀ ਪਾਸ ਤੇ ਲੀਪੂ ਲੇਖ, ਇਹ ਬਹੁਤ ਇੰਪੋਰਟੈਂਟ ਆ। ਜੇ ਮੈਂ ਸਿੱਕਿਮ 'ਚ ਆ ਜਾ ਤਾਂ ਨੱਥੂਲਾ ਤੇ ਜੈਲਪਲਾ, ਇਹਦੇ 'ਚ 2 ਹੀ ਪਾਸ ਨੇ, 2-3 ਪਾਸ ਨੇ, ਨਾਕੂਲਾ, ਦਥੂਲਾ ਤੇ ਜੈਲਪਲਾ। ਨਾਥੂਲਾ ਤੇ ਜੈਲਪਲਾ ਤਾਂ ਸਿੱਕਿਮ ਦੇ ਉਹ 2 ਦਰੇ ਆ ਮਾਊਂਟੇਨਸ ਦੇ ਵਿੱਚ ਜਿਹੜੇ ਪੇਪਰ 'ਚ ਪੁੱਛੇ ਹੀ ਜਾਂਦੇ ਆ ਕਿ ਨਾਕੂਲਾ ਪੇਪਰ 'ਚ ਆਉਣਾ ਕੀ ਆ ਕਿ ਇਹਨਾਂ 'ਚੋਂ ਕਿਹੜਾ ਪਾਸ, ਭਾਵੇਂ ਤੁਸੀਂ PPSC ਦਾ ਨਾਇਬ ਤਹਿਸੀਲਦਾਰ ਤੱਕ ਦਾ ਪੇਪਰ ਦੇਖ ਲਓ, ਸਵਾਲ ਕਿੱਥੇ ਰੁਕ ਗਿਆ ਸੀ ਆਗੇ ਕਿ ਫਲਾਣਾ ਪਾਸ ਕਿਹੜੀ ਸਟੇਟ 'ਚ ਆ। ਸੋ ਸਾਨੂੰ ਇਹਨਾਂ ਪਾਸਿਸ ਦੇ ਵਿੱਚ ਇੰਨਾ ਹੀ। ਤੇ ਸਭ ਤੋਂ ਵੱਧ ਹੁਣ ਇੱਕ ਨਾ ਅੱਜ ਦੇ ਟਾਈਮ 'ਚ ਦਿਹਾਂਗ ਪਾਸ, ਦੀਪਰ ਪਾਸ, ਇਹ ਜਿਹੜੇ ਨਾਰਥ ਈਸਟ ਦੇ ਪਾਸ ਆ ਨਾ, ਸਪੈਸ਼ਲੀ ਅਰੁਣਾਚਲ ਪ੍ਰਦੇਸ਼ ਦੇ ਪਾਸ ਅੱਜ ਕੱਲ ਖਬਰਾਂ 'ਚ ਕਿਉਂ ਹੋ ਗਏ, ਕਿਉਂਕਿ ਸਾਡਾ ਸਿੱਕਿਮ ਨਾਲ ਕਿਸੇ ਨਾ ਕਿਸੇ ਕਰਕੇ ਕਲੇਸ਼ ਚੱਲਦਾ ਰਹਿੰਦਾ ਹੈ। ਇਸ ਕਰਕੇ ਸਾਡੇ ਜਿੰਨੇ ਵੀ ਆ ਪਾਸ ਨੇ ਆਪਣੇ ਇਹਨਾਂ ਦੇ
ਅਰੁਣਾਚਲ ਪ੍ਰਦੇਸ਼ ਦੇ, ਇਹ ਸਾਡੇ ਪੇਪਰ 'ਚ ਆ ਸਕਦੇ ਆ। ਠੀਕ ਆ, ਸੋ ਜੇ ਪਾਸਿਸ ਦੀ ਗੱਲ ਕਰੀਏ, ਵੈਸੇ ਜੇ ਕੋਈ ਮੈਨੂੰ ਪੁੱਛੇ ਕਿ ਸਰ ਮੈਨੂੰ ਨਾ ਕਸ਼ਮੀਰ ਦਾ ਜਿਹੜਾ ਜ਼ੋਜ਼ੀਲਾ ਪਾਸ ਆ ਪਤਾ ਹੋਣਾ ਚਾਹੀਦਾ ਉਹਦੇ ਬਾਰੇ, ਇੱਕ ਇੱਕ ਲਾਈਨ ਜੇ ਕਿਸੇ ਪਾਸ ਬਾਰੇ ਬੇहद ਇੰਪੋਰਟੈਂਟ ਆ ਕਿ ਸ਼ਿਪੀ ਕਾ ਲਾ ਪਾਸ ਕਿਹੜਾ ਹੈ, ਕਿਹੜਾ ਪਾਸ ਆ ਜਿਸ ਚੋਂ ਸਤਲੁਜ ਇੰਡੀਆ 'ਚ ਐਂਟਰ ਕਰਦੀ ਆ, ਕਿਹੜੇ ਪਾਸ ਦੇ ਵਿੱਚ ਜਵਾਹਰ ਟਨਲ ਬਣੀ ਹੋਈ ਆ, ਇਹ ਸਾਰੇ। ਵੈਸੇ ਆ ਫੋਟੋ ਦਾ ਇੱਥੇ ਕੋਈ ਮਤਲਬ ਨਹੀਂ ਸੀ, ਇਹਦਾ ਅਸਲੀ ਮਤਲਬ ਹੋਊਗਾ ਜਦੋਂ ਆਪਾਂ ਪਲੇਟੂਸ ਪੜਾਂਗੇ। ਪਰ ਕਈ ਵਾਰੀ ਸਾਡੇ ਦਿਮਾਗ 'ਚ ਵਹਿਮ ਹੁੰਦਾ ਹੈ ਕਿ ਦਰੇ ਜਿਹੜੇ ਆ ਸਿਰਫ ਨਾਰਥ ਇੰਡੀਆ ਦੇ ਪਹਾੜਾਂ 'ਚ ਹੀ ਆ। ਵੈਸਟਰਨ ਘਾਟਸ ਆ ਜਿਹੜੇ ਸਾਡੇ ਪੱਛਮੀ ਘਾਟ ਆ, ਉੱਥੇ ਵੀ ਦਰੇ ਬਣੇ ਹੋਏ ਆ। ਜਿਵੇਂ ਸਪੋਜ਼ ਕਰੋ ਭੋਰ ਘਾਟ ਹੋ ਗਿਆ, ਚੋਲਾ ਘਾਟ ਹੋ ਗਿਆ, ਪਾਲ ਘਾਟ ਹੋ ਗਿਆ, ਠੀਕ ਆ, ਥਾਲ ਘਾਟ ਹੋ ਗਿਆ। ਵੈਸੇ ਇਹਨਾਂ ਘਾਟ ਕੀ ਆ, ਪਾਸਿਸ ਦਾ ਹੀ ਸਾਊਥ ਇੰਡੀਅਨ ਨਾਮ ਆ। ਕਿਤੇ ਕੋਈ ਘਾਟ ਕਹਿ ਦੇ, ਕੋਈ ਪਾਸ ਕਹਿ ਦੇ, ਕੋਈ ਲਾ ਕਹਿ ਦੇ, ਪੰਜਾਬੀ ਬੋਲਣ ਵਾਲਾ ਦਰਾ ਕਹਿ ਦੇ, ਵਨ ਐਂਡ ਦੀ ਸੇਮ ਥਿੰਗ। ਜਦੋਂ ਮੈਂ ਸਾਊਥ ਇੰਡੀਆ ਬਾਰੇ ਪੜਾਉਂਗਾ ਨਾ, ਉਦੋਂ ਮੈਂ ਤੁਹਾਨੂੰ ਦੱਸੂਗਾ ਕਿ ਬਈ ਪੇਪਰ 'ਚ ਕਿਹੋ ਜਿਹੇ ਸਵਾਲ ਆਉਂਦੇ ਆ ਕਿ ਬੰਬੇ ਨੂੰ ਪੁਣੇ ਜਾਣ ਵਾਲਾ ਹਾਈਵੇ ਜਿਹੜਾ ਹੈ ਉਹ ਕਿਹੜੇ ਦਰੇ 'ਚੋਂ ਹੋ ਕੇ ਲੰਘਦਾ ਹੈ, ਬੰਬੇ ਤੋਂ ਨਾਸਿਕ ਜਾਣ ਵਾਲਾ ਹਾਈਵੇ ਆ ਜਿਹੜਾ ਉਹ ਕਿਹੜੇ ਦਰੇ 'ਚੋਂ, ਕਿਹੜੇ ਪਾਸ ਤੋਂ, ਕਿਹੜੇ ਘਾਟ 'ਚੋਂ ਹੋ ਕੇ ਲੰਘਦਾ ਹੈ। ਇਹ ਤਾਂ ਜਦੋਂ ਮੈਂ ਸਾਊਥ ਇੰਡੀਆ ਪੜਾਉਂਗਾ ਉੱਥੇ ਹੀ ਕਵਰ ਕਰਾਂਗੇ। ਪਰ ਇੱਕ ਗੱਲ ਦੱਸੋ, ਤੁਹਾਨੂੰ ਇੰਡੀਆ ਦੇ ਸਾਰੇ ਪਾਸਿਸ ਜਿਹੜੇ ਇੰਪੋਰਟੈਂਟ ਆ, ਬਾਰਾਲੱਛਾ ਪਾਸ, ਰੋਹਤਾਂਗ ਪਾਸ ਆ ਉੱਥੇ ਆ ਗਿਆ, ਆਪਣਾ ਉੱਤਰਾਖੰਡ ਦੇ ਵਿੱਚ ਆ ਗਿਆ, ਮੰਨਾ ਪਾਸ ਆ ਗਿਆ ਮੋਸਟ ਇੰਪੋਰਟੈਂਟ, ਨੀਤੀ ਪਾਸ, ਨੱਥੂਲਾ, ਇਹ ਸਿੱਕਿਮ ਦੇ ਪਾਸ ਆ ਗਏ, ਨੱਥੂਲਾ, ਨੱਕਾਲਾ, ਜੈਲਪਲਾ। ਵੈਸੇ ਨੱਥੂਲਾ ਤੇ ਜੈਲਪਲਾ ਇਹ ਤਾਂ ਦੋ ਬਹੁਤ ਇੰਪੋਰਟੈਂਟ ਪਾਸ ਨੇ ਜਿਹੜੇ ਸਿੱਕਿਮ 'ਚ ਆ ਤੇ ਪੇਪਰ 'ਚ ਆ ਜਾਂਦੇ ਆ। ਅਗਿਲ ਪਾਸ ਬਿਲਕੁਲ ਪਾਕਿਸਤਾਨ ਓਕੂਪਾਈਡ ਉਧਰਲੇ ਪਾਸੇ, ਲਦਾਖ ਦੇ ਉੱਪਰਲੇ ਪਾਸੇ ਚਲੇ ਗਿਆ। ਠੀਕ ਆ, ਲਨਕ, ਲੇਪੂ ਲੇਖ, ਇਹ ਉੱਤਰਾਖੰਡ ਦੇ ਵਿੱਚ ਪਾਸ ਆ। ਬੜਾ ਇੰਪੋਰਟੈਂਟ ਰੂਟ ਮੰਨਿਆ ਜਾਂਦਾ ਸੀ ਕੈਲਾਸ਼ ਮਾਨਸਰੋਵਰ ਵਾਸਤੇ, ਬਟ ਕੁਝ ਡਿਸਟਰਬੈਂਸ ਹੋਣ ਕਰਕੇ ਇਸ ਪਾਸ ਤੋਂ ਹੁਣ ਲੋਕਾਂ ਦਾ ਜਾਣਾ ਜਿਹੜਾ ਹੈ ਉਹ ਕਾਫੀ ਘਟ ਗਿਆ ਹੈ। ਇਹ ਲੀਪੂ ਲੇਖ ਪਾਸ ਆ। ਮੇਰੇ ਹਿਸਾਬ ਨਾਲ ਮੈਂ ਇਹ ਦੱਸਣਾ ਚਾਹੁੰਦਾ ਕਿ ਯਾਰ ਜੇ ਮੈਂ ਤੁਹਾਡੇ ਵਾਸਤੇ ਸ਼ਬਦ ਵਰਤਦਾ ਨਾ ਕਿ ਬਈ ਪਾਸਿਸ, ਤਾਂ ਤੁਹਾਡੇ ਲਈ ਐਟਲੀਸਟ ਉਹ ਵਾਲੇ ਪਾਸ ਤਾਂ ਯਾਦ ਕਰਨੇ ਬੇਹੱਦ ਜ਼ਰੂਰੀ ਆ ਜਿਨ੍ਹਾਂ ਨੂੰ ਮੈਂ ਉੱਪਰ ਫੋਟੋ ਦੇ ਵਿੱਚ ਦੀ ਬਜਾਏ ਟੇਬਲ ਦੇ ਰੂਪ ਦੇ ਵਿੱਚ ਜਾਂ ਵੱਖਰੇ ਤੌਰ ਤੇ ਐਕਸਪਲੇਨ ਕੀਤਾ ਹੈ, ਕਿਉਂਕਿ ਇਹ ਚੀਜ਼ਾਂ ਤਾਂ ਹੁਣ ਤੁਸੀਂ ਆਪ ਹੀ ਯਾਦ ਕਰਨੀਆਂ ਹੈ। ਠੀਕ ਆ, ਸੋ ਟੈਕਨੀਕਲੀ ਮੈਂ ਤੁਹਾਨੂੰ ਇੰਨੇ ਲੈਕਚਰਸ ਜਿਹੜੇ ਆਪਣੇ ਲੱਗੇ ਆ, ਤਾਂ ਮੈਂ ਇਹ ਕਹਿ ਸਕਦਾ ਕਿ ਇੰਡੀਆ ਦਾ ਹਿਮਾਲਿਆ ਪੂਰਾ ਕਰਾਤਾ। ਹਿਮਾਲਿਆ ਪੂਰਾ ਕਰਾਉਣ ਦਾ ਮਤਲਬ ਆ ਕਿ ਮੈਂ ਉਹ ਪੋਰਸ਼ਨ ਪੂਰਾ ਕਰਾਤਾ ਜਿਹਦੇ 'ਚ ਇੰਡੀਆ ਦੇ ਹਿਮਾਲਿਆਜ਼ ਨਾਲ ਰਿਲੇਟਡ ਕੋਈ ਵੀ ਫੈਕਟ ਕਨਸੈਪਟ ਸੀਗੇ। ਠੀਕ ਆ, ਦੇਖੋ PDF ਅਪਲੋਡ ਹੋ ਜੂਗੀ, ਤੁਸੀਂ ਆਪਣੀ ਬੁੱਕ ਦੇ ਵਿੱਚ ਅਪਲੋਡ ਕਰ ਅਪਡੇਟਸ ਕਰ ਸਕਦੇ ਹੋ। ਮੈਂ ਹਮੇਸ਼ਾ ਇੱਕ ਗੱਲ ਕਹਿੰਦਾ ਕਿ ਜੇ ਤੁਹਾਨੂੰ ਬੁੱਕਸ ਅਪਡੇਟਡ ਐਵੇਂ ਲੱਗੀ ਕਿ ਇਹ ਸਾਡੀ ਰੇਂਜ ਤੋਂ ਬਾਹਰ ਆ, ਕਿ ਅਸੀਂ ਇਹਨੂੰ ਇੰਨਾ ਅਪਡੇਟ ਨਹੀਂ ਕਰ ਸਕਦੇ, ਜਿਸ ਦਿਨ ਇਹ ਬੁੱਕ ਰੈਡੀ ਹੋਈ, ਨਵੀਂ ਬੁੱਕ ਰੈਡੀ ਹੋਈ, ਕਿਉਂਕਿ ਨਵੀਂ ਬੁੱਕ ਦੇ ਰੈਡੀ ਹੋਣ ਦਾ ਪ੍ਰੋਸੀਜਰ ਕੀ ਹੁੰਦਾ ਹੈ, ਜਿਵੇਂ ਜਿਵੇਂ ਹੁਣ ਮੈਂ ਪੜਾਉਂਗਾ ਪੁਰਾਣੀ ਬੁੱਕ ਚੱਕੂੰਗਾ, ਉਹਦੇ 'ਚ ਅਪਡੇਸ਼ਨਸ ਕਰਦਾ ਜਾਊਂਗਾ, 2% ਕਰਾਂ, 50% ਕਰਾਂ, 20% ਕਰਾਂ। ਠੀਕ ਆ, ਜੇ ਤੁਹਾਨੂੰ ਲੱਗਿਆ ਕਿ ਤੁਸੀਂ ਆਪਣੇ ਨੋਟਸ ਇੰਨੀਆਂ ਕੁ ਚੀਜ਼ਾਂ ਐਡ ਕਰਨ ਲਾਇਕ ਹੈਗੀਆਂ ਤਾਂ ਤੁਸੀਂ ਐਡ ਕਰ ਸਕਦੇ ਹੋ। ਅਦਰਵਾਈਜ਼ ਬਣਨ ਤੋਂ ਬਾਅਦ ਤੁਸੀਂ ਰੈਡੀ ਹੋਈ ਬੁੱਕ ਜਿਹੜੀ ਆ, ਤਾਂ ਕਿ ਬਾਅਦ 'ਚ ਖੱਜਲ ਨਾ ਹੋਣਾ ਪਵੇ ਤੇ ਸਕਰੀਨ ਦੇ ਨਾਲ ਮੈਚ ਕਰੇ, ਤੁਸੀਂ ਬਾਅਦ 'ਚ ਬੁੱਕ ਜਿਹੜੀ ਆ ਉਹ ਲੈ ਸਕਦੇ ਹੋ। ਠੀਕ ਆ, ਸੋ ਅੱਜ ਵਾਸਤੇ ਇਹ ਮੈਂ ਪਹਿਲਾਂ ਹੀ ਦੱਸਿਆ ਸੀ ਤੁਹਾਨੂੰ ਕਿ ਬੁੱਕਸ ਨੇ ਤਾਂ ਬਦਲਦੇ ਹੀ ਜਾਣਾ ਹਮੇਸ਼ਾ। ਠੀਕ ਆ, ਜੇ ਅਪਡੇਸ਼ਨ ਨਾ ਕੀਤੀ ਤੁਹਾਡਾ ਪੇਪਰ ਕਲੀਅਰ ਕਰਨਾ ਔਖਾ ਹੋ ਜਾਊਗਾ, ਮੇਰਾ ਫੀਸਾਂ ਕਢਾਉਣਾ ਔਖਾ ਹੋ ਜਾਊਗਾ। ਠੀਕ ਹੈ ਨਾ, ਇੱਕ ਸਿੰਪਲ ਜਿਹੀ ਫਾਰਮੂਲਾ ਹੈ ਕਿ ਦੋਵਾਂ ਦਾ ਹੀ ਫਾਇਦਾ ਹੈ ਕਿ ਮੇਰਾ ਕੰਟੈਂਟ ਅਪਡੇਟ ਹੋਊਗਾ ਤੇ ਮੇਰੇ ਕੋਲ ਅਗਲੀ ਵਾਰ ਕੋਈ ਸਟੂਡੈਂਟ ਆਊਗਾ, ਕਿਉਂਕਿ ਜਦੋਂ ਕੋਈ ਫੋਨ ਕਰਕੇ ਕਹਿੰਦਾ ਹੈ ਕਿ ਸਰ ਅਸੀਂ ਫਲਾਣੀ ਅਕੈਡਮੀ 'ਚ ਸੀਗੇ, ਉੱਥੇ 6 ਸਾਲ ਪਹਿਲਾਂ ਵੀ ਉਹੀ ਪੜ੍ਹਾ ਰਹੇ ਸੀਗੇ, 2 ਸਾਲ ਪਹਿਲਾਂ ਵਾਲੇ ਵੀ ਨੋਟਸ ਉਹੀ ਸੀਗੇ, ਅੱਜ ਵੀ ਉਹੀ ਚਲਾਈ ਜਾ ਰਹੇ ਆ, ਸੋ ਉਹ ਚੀਜ਼ਾਂ ਤੋਂ ਆਪਣਾ ਥੋੜ੍ਹਾ ਜਿਹਾ ਪਰਹੇਜ਼ ਹੈਗਾ ਹੈ। ਸੋ ਕਾਈਂਡਲੀ ਬਸ ਇਹ ਆ ਕਿ ਤਿਆਰੀ, ਮੈਂ ਤੁਹਾਨੂੰ ਇੱਕ ਗੱਲ ਦੱਸੀ ਆ ਕਿ ਤੁਸੀਂ ਇੱਥੇ ਲੈਕਚਰਸ ਲਾ ਰਹੇ ਹੋ, ਤਿਆਰੀ ਮੌਕੇ ਤੇ ਜਿਹੜਾ ਤੁਹਾਡਾ ਬੈਸਟ ਟੈਸਟ ਸ਼ਡਿਊਲ ਹੈ ਨਾ, ਤਿਆਰੀ ਤੁਸੀਂ ਆਪਣੇ ਟੈਸਟ ਸ਼ਡਿਊਲ ਦੇ ਮੁਤਾਬਕ ਕਰੋ। ਜਿੰਨੀ ਵੱਧ ਮਿਹਨਤ ਕਰੋਗੇ ਓਨਾ ਛੇਤੀ ਰਿਜ਼ਲਟ ਮਿਲਣ ਦੀ ਸੰਭਾਵਨਾ ਹੈ। ਠੀਕ ਆ, ਅੱਜ ਵਾਸਤੇ ਇੰਨਾ ਹੀ ਬਹੁਤ ਆ, ਮਿਲਦੇ ਆ।